ਵਿਰਸੇ ਦੇ ਵਾਰਸ ਲੈ ਕੇ ਆਪ ਦੀ ਸੇਵਾ 'ਚ ਹਾਜ਼ਰ ਹੈ। ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਕੁਝ ਹਫ਼ਤੇ ਦੀ ਛੁੱਟੀ ਤੋਂ ਬਾਅਦ ਮੈਨੂੰ ਦੁਬਾਰਾ ਇਹ ਹੌਟ ਸੀਟ 'ਤੇ ਬੈਠਣ ਦਾ ਮੌਕਾ ਮਿਲਿਆ। ਇਸ ਗੱਲ ਦੀ ਵੀ ਖੁਸ਼ੀ ਹੈ ਮੇਰੀ ਗੈਰ ਹਾਜ਼ਰੀ 'ਚ ਮੇਰੇ ਵੱਡੇ ਵੀਰ ਨਿਰਮਲ ਸਿੰਘ ਜੀ ਕੰਧਾਲ ਵੀ ਇਸ ਸੇਵਾ ਨੂੰ ਬਾਖੂਬੀ ਨਿਭਾ ਚੁੱਕੇ ਨੇ। ਆਉਣ ਸਮੇਂ 'ਚ ਜਦੋਂ ਵੀ ਮੈਨੂੰ ਛੁੱਟੀ ਦਾ ਸਬਬ ਬਣਿਆ, ਉਮੀਦ ਕਰਦਾ ਫਿਰ ਇਸੇ ਸੇਵਾ ਨੂੰ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਅੱਜ ਇਸ ਪ੍ਰੋਗਰਾਮ ਨੂੰ ਲੈ ਕੇ ਅਸੀਂ ਹਾਜ਼ਰ ਹਾਂ। ਵਿਰਸੇ ਦੇ ਵਾਰਸ ਬਹੁਤ ਹੀ ਖਾਸ ਸ਼ਖਸੀਅਤਾਂ ਸਾਡੇ ਨਾਲ ਦੋ ਜੁੜੀਆਂ ਨੇ। ਮੈਂ ਜੇ ਗੱਲ ਕਹਿ ਦੇਵਾਂ ਪੰਜਾਬੀ ਸੱਥ ਦੀ ਜੜ੍ਹ ਲਾਉਣ ਵਾਲੇ ਅਤੇ ਨਾਲ ਦੀ ਨਾਲ ਉਸ ਪੰਜਾਬੀ ਸੱਥ ਨੂੰ ਪਾਣੀ ਦੇਣ ਵਾਲੇ ਦੋ ਮੇਰੇ ਵੱਡੇ ਵੀਰ ਡਾਕਟਰ ਨਿਰਮਲ ਸਿੰਘ ਜੀ ਪੰਜਾਬੀ ਸੱਥ ਲਾਂਬੜਾ, ਉਹਦੇ ਨਾਲ ਬੈਠੇ ਆ ਸਰਦਾਰ ਮੋਤਾ ਸਿੰਘ ਜੀ ਸਰਾਏ। ਫਿਰ ਦਰਸ਼ਕੋ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਗੱਲ ਕਹਿਣੀ ਮੁਨਾਸਬ ਸਮਝਾਂਗਾ ਕਿ ਦੋ ਸੱਜਣ ਜਿਹੜੇ ਮੈਂ ਅੱਜ ਦੇ ਪ੍ਰੋਗਰਾਮ 'ਚ ਲਾਈਨ ਅਪ ਕੀਤੇ ਸੀਗੇ, ਮੇਰੇ ਛੋਟੇ ਵੀਰ ਸ਼ਿੰਦਾ ਸੁਰੀਲਾ ਜੀ ਅਤੇ ਨਾਲ ਗੁਰਦੇਵ ਸਿੰਘ ਜੀ ਮਠਾਲੂ, ਉਹਨਾਂ ਤੋਂ ਅਸੀਂ ਮੁਆਫੀ ਚਾਹਾਂਗੇ। ਉਹਨਾਂ ਨੂੰ ਅੱਜ ਦੇ ਪ੍ਰੋਗਰਾਮ 'ਚ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਪਰਸੋਂ ਹੀ ਡਾਕਟਰ ਨਿਰਮਲ ਸਿੰਘ ਹੁਣ ਦੀ ਆਮਦ ਦਾ ਪਤਾ ਲੱਗਾ ਅਤੇ ਸਰਾਏ ਸਾਹਿਬ ਨੇ ਅੱਜ ਇੰਡੀਆ ਨੂੰ ਜਾਣਾ ਸੀਗਾ। ਇਹਨਾਂ ਨੇ ਆਪਣਾ ਇੱਕ ਦਿਨ ਦਾ ਹੋਰ ਡਿਲੇ ਕਰਕੇ ਆਪ ਮਹਿਸੂਸ ਕੀਤਾ ਕਿ ਡਾਕਟਰ ਸਾਹਿਬ ਹੁਣਾਂ ਦਾ ਲਾਹਾ ਲਿਆ ਜਾਵੇ। ਸੋ ਇਸ ਲਾਹੇ ਨੂੰ ਅਸੀਂ ਕੈਸ਼ ਕਰਨ ਲਈ ਅੱਜ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਇੱਕ ਗੱਲ ਖਾਸ ਹੋਰ ਕਹਿਣੀ ਚਾਹਾਂਗੇ ਕਿ ਰਾਤ ਹੀ ਸਰਾਏ ਸਾਹਿਬ ਦੇ ਘਰੇ ਬਹੁਤ ਵੱਡੀ ਮੀਟਿੰਗ ਹੋਈ, ਜਿਹਦੇ 'ਚ ਪੰਜਾਬੀ ਦੇ ਉਹ ਸੁਹਿਰਦ ਸੱਜਣ ਮੇਰੇ ਵੱਡੇ ਛੋਟੇ ਵੀਰ ਹਾਜ਼ਰ ਸਨ। ਬਹੁਤ ਹੀ ਛੋਟੇ ਜਿਹੇ ਸੁਨੇਹੇ 'ਤੇ ਜਿਨ੍ਹਾਂ ਸੱਜਣਾਂ ਨੇ ਸ਼ਿਰਕਤ ਕੀਤੀ, ਅਸੀਂ ਪੰਜਾਬੀ ਸੱਥ ਵੱਲੋਂ, ਉਹ ਵੀ ਪੰਜਾਬੀ ਸੱਥ ਦੇ ਹੀ ਨੁਮਾਇੰਦੇ ਨੇ, ਮੈਂਬਰ ਨੇ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਮੈਂ ਨਿੱਜੀ ਤੌਰ 'ਤੇ ਆਮ ਤੌਰ 'ਤੇ ਕਿਹਾ ਜਾਂਦਾ ਕਿ ਸਾਡੇ ਇਕੱਠ ਵਿੱਚ ਲੋਕ ਆਉਂਦੇ ਨਹੀਂ, ਲੇਕਿਨ ਸਰਾਏ ਸਾਹਿਬ ਨੇ 6:30 ਵਜੇ ਦਾ ਸਮਾਂ ਦਿੱਤਾ। 6:25 ਤੋਂ 35 ਮਿੰਟ ਤੱਕ ਪੂਰੇ ਦੇ ਪੂਰੇ 22 ਮੈਂਬਰ ਉੱਥੇ ਹਾਜ਼ਰ ਸਨ। 3 ਘੰਟੇ ਲਗਾਤਾਰ ਸਕਰੀਨ 'ਤੇ ਚੱਲਦੀ ਫਿਲਮ ਵਾਂਗੂ ਡਾਕਟਰ ਸਾਹਿਬ ਨੂੰ ਸੁਣਿਆ ਅਤੇ ਮੈਂ ਸਮਝਦਾ ਕਿਸੇ ਨੇ ਪਾਣੀ ਪੀਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਡਾਕਟਰ ਸਾਹਿਬ ਦੇ ਅੰਦਰ ਇਹੋ ਜਿਹੀਆਂ ਗੱਲਾਂ ਸਮੋਈਆਂ ਨੇ ਜਿਨ੍ਹਾਂ ਨੂੰ ਸੁਣਨ ਲਈ ਅਸੀਂ ਹਰਦਮ ਉਤਾਵਲ ਰਹੀਦਾ। ਅਤੇ ਬਹੁਤ ਹੀ ਖਾਸ ਗੱਲ ਜਿਹੜੀ ਮੈਨੂੰ ਅੱਜ ਸਵੇਰੇ ਫੋਨ 'ਤੇ ਮੇਰੇ ਵੱਡੇ ਵੀਰ ਮੇਰੇ ਵੱਡੇ ਵੀਰ ਚੌਹਾਨ ਸਾਹਿਬ, ਗੁਰਦੇਵ ਸਿੰਘ ਜੀ ਚੌਹਾਨ, ਜੋ ਸਮਾਜ ਸੇਵਾ 'ਚ ਬੜੇ ਦੇਰ ਤੋਂ ਵਿਚਰ ਰਹੇ ਨੇ ਅਤੇ ਮੈਂ ਸਮਝਦਾ ਅੱਜ ਵੀ ਉਹ ਪੂਰੇ ਸਰਗਰਮ ਨੇ, ਜਿਨ੍ਹਾਂ ਨੇ ਇਹ ਚਿੰਤਾ ਜ਼ਾਹਰ ਕੀਤੀ ਕਿ ਕੀ ਬਣੇਗਾ ਸਾਡੇ ਸਮਾਜ ਦਾ ਅਗਰ ਇਹੋ ਜਿਹੇ ਸੱਜਣ ਸਮਾਜ ਨੂੰ ਸੇਧ ਦੇਣ ਲਈ ਨਾ ਹੋਣਗੇ। ਸੋ ਮੈਂ ਸਮਝਦਾ ਚੌਹਾਨ ਸਾਹਿਬ ਕੋਈ ਚਿੰਤਾ ਵਾਲੀ ਗੱਲ ਨਹੀਂ, ਚੱਲਦੇ ਚੱਲਦੇ ਪਾਣੀ 'ਚ ਬਹਿਣਾ ਚਾਹੀਦਾ। ਲੋਕ ਜੁੜਦੇ ਰਹਿੰਦੇ ਹੈਗੇ ਆ, ਜਿਵੇਂ ਕੱਲ੍ਹ ਆਪਾਂ 25-30 ਮੈਂਬਰ ਇਕੱਠੇ ਹੋ ਕੇ ਵਿਚਾਰਾਂ ਕੀਤੀਆਂ, ਇੱਦਾਂ ਹੀ ਦੁਨੀਆ ਭਰ 'ਚ ਪੰਜਾਬੀ ਇਕੱਠੇ ਹੋ ਕੇ ਵਿਚਾਰਾਂ ਕਰਦੇ ਨੇ। ਉਹ ਦਿਨ ਆਵੇਗਾ ਜਿਸ ਦਿਨ ਅਸੀਂ ਕਿਸੇ ਨਾ ਕਿਸੇ ਮੁਕਾਮ ਨੂੰ ਹਾਸਲ ਕਰ ਲਵਾਂਗੇ। ਸੋ ਸਭ ਤੋਂ ਪਹਿਲਾਂ ਕੁਝ ਸਾਡੀਆਂ ਬੇਨਤੀਆਂ ਇਵੇਂ ਹੁੰਦੀਆਂ, ਇਹ ਪ੍ਰੋਗਰਾਮ ਹਮੇਸ਼ਾ ਸਪਾਂਸਰਡ ਪ੍ਰੋਗਰਾਮ ਹੋਇਆ ਕਰਦਾ। ਅਸੀਂ ਤੁਹਾਨੂੰ ਹਰ ਪ੍ਰੋਗਰਾਮ 'ਚ ਬੇਨਤੀ ਕਰਦੇ ਹਾਂ ਅਤੇ ਮੈਨੂੰ ਮੇਰੇ ਬਹੁਤ ਸਾਰੇ ਸੱਜਣਾਂ ਨੇ ਇਹ ਵੀ ਗੱਲ ਕਹੀ ਹੈ ਕਿ ਬੇਨਤੀ ਨਾ ਕਰਿਆ ਕਰੋ, ਹੁਕਮ ਕਰਿਆ ਕਰੋ। ਪਿਆਰੇ ਦਰਸ਼ਕੋ, ਵੱਡੇ ਵੀਰੋ, ਛੋਟੇ ਵੀਰੋ, ਜਿੱਥੇ ਬੇਨਤੀਆਂ ਹੁਕਮ ਵਾਂਗੂ ਚੱਲਣ ਉੱਥੇ ਹੁਕਮ ਕਰਨ ਦੀ ਕੋਈ ਲੋੜ ਹੀ ਰਹਿ ਜਾਂਦੀ। ਸੋ ਸਾਡੀਆਂ ਬੇਨਤੀਆਂ ਨੂੰ ਤੁਸੀਂ ਸਵੀਕਾਰ ਕਰਦੇ ਹੋ। ਸਪਾਂਸਰ ਕਰਨ ਲਈ ਲੜੀ ਲੱਗੀ ਹੈ, ਸਰਾਏ ਸਾਹਿਬ ਦੱਸਣਗੇ, ਤੁਹਾਡੇ ਨਾਂ ਰਜਿਸਟਰ 'ਤੇ ਨੋਟ ਕੀਤੇ ਜਾਂਦੇ ਆ। ਸਾਡੇ ਇਸ ਪ੍ਰੋਗਰਾਮ ਦੀ ਬਕਾਇਦਾ ਤਰਤੀਬ ਬਣਦੀ ਹੈ, ਕਿਹੜਾ ਪ੍ਰੋਗਰਾਮ ਕਿਹਨੇ ਕੀਤਾ, ਕਿਹਨੇ ਸਪਾਂਸਰ ਕੀਤਾ ਅਤੇ ਉਹਦੀ ਆਊਟਕਮ ਕੀ ਹੋਈ ਆ। ਮੈਂ ਸਮਝਦਾ ਇਹੋ ਜਿਹੇ ਪ੍ਰੋਗਰਾਮ ਕਦੀ ਵੀ ਜਾਂ ਬਹੁਤ ਘੱਟ ਦੇਖਣ ਨੂੰ ਆਏ ਆ। ਅਮੂਮਨ ਅਸੀਂ ਗੱਲਾਂ ਬਾਤਾਂ ਕਰਕੇ ਰਾਹੇ ਪੈਂਦੇ ਹਾਂ, ਉਹਦੀ ਜਿਹੜੀ ਅਕਾਊਂਟੇਬਿਲਿਟੀ ਹੈ ਅਸੀਂ ਉਹਦਾ ਗਿਆਨ ਨਹੀਂ ਕਰਦੇ। ਸੋ ਸਰਾਏ ਸਾਹਿਬ, ਇੱਕ ਤਾਂ ਇਹ ਗੱਲ ਹੈਗੀ ਹੈ। ਦੂਜੀ ਗੱਲ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗੇ, ਜਦੋਂ ਤੁਸੀਂ ਕਾਲ ਕਰਦੇ ਹੋ, ਕਾਲ ਕਰਨ ਮੌਕੇ ਆਪਣਾ ਟੈਲੀਵਿਜ਼ਨ ਬੰਦ ਅਤੇ ਤੁਹਾਡੀ ਗੱਲ ਸਾਡੇ ਤੱਕ ਪਹੁੰਚਣੀ ਚਾਹੀਦੀ ਹੈ ਅਤੇ ਸਾਡੀਆਂ ਗੱਲਾਂ ਦਾ ਤੁਹਾਡੇ ਵੱਲ ਪਹੁੰਚਣਾ ਇਹ ਸਾਡੀ ਜ਼ਿੰਮੇਵਾਰੀ ਹੋਇਆ ਕਰਦੀ ਆ। ਅਤੇ ਨਾਲ ਦੀ ਨਾਲ ਕੁਝ ਹੋਰ ਗੱਲਾਂ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ, ਅਗਰ ਤੁਸੀਂ ਹੁਣੇ ਟੈਲੀਵਿਜ਼ਨ ਔਨ ਕੀਤਾ ਅਤੇ ਤੁਸੀਂ ਕਿਸੇ ਇੱਕ ਉਸ ਆਪਣੇ ਸੱਜਣ ਨੂੰ ਇਹ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਵੋ ਕਿ ਆਓ ਵੇਖੀਏ ਅਕਾਲ ਚੈਨਲ 'ਤੇ ਵਿਰਸੇ ਦੇ ਵਾਰਸ ਪ੍ਰੋਗਰਾਮ ਵਿੱਚ ਡਾਕਟਰ ਨਿਰਮਲ ਸਿੰਘ ਜੀ ਪੰਜਾਬ ਤੋਂ, ਜਿਹੜੇ ਦੁਨੀਆ ਦਾ ਦੌਰਾ ਕਰਕੇ ਹਾਲ ਹੀ ਵਿੱਚ ਇੰਗਲੈਂਡ 'ਚ ਆਏ ਆ, ਅਤੇ ਮੋਤਾ ਸਿੰਘ ਜੀ ਸਰਾਏ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਨੇ। ਉਮੀਦ ਕਰਦੇ ਹਾਂ ਤੁਸੀਂ ਸਾਡਾ ਇਸ ਤਰ੍ਹਾਂ ਕਰਕੇ ਸਾਥ ਨਿਭਾਓਗੇ। ਜੀ ਸਰਾਏ ਸਾਹਿਬ। ਜੀ ਸਭ ਤੋਂ ਪਹਿਲਾਂ ਤਾਂ ਆਪਣੇ ਗਰਚਾ ਸਾਹਿਬ, ਤੁਹਾਡਾ ਅਕਾਲ ਚੈਨਲ ਦੀ ਸਮੁੱਚੀ ਟੀਮ ਦਾ ਇਹ ਧੰਨਵਾਦ। ਅੱਜ ਦਾ ਇਹ ਪ੍ਰੋਗਰਾਮ ਡਾਕਟਰ ਨਿਰਮਲ ਸਿੰਘ ਹੋਰਾਂ ਨੂੰ ਆਪਾਂ ਜੀ ਆਇਆਂ ਕਹਿਣ ਦੀ ਖਾਤਰ ਕੀਤਾ ਸੀ। ਕੱਲ੍ਹ ਦੀ ਗੈਦਰਿੰਗ ਦੇ ਵਿੱਚੋਂ ਬੜਾ ਕੁਛ ਆਪਣੇ ਸਿੱਖਣ ਵਾਸਤੇ ਵੀ ਮਿਲਿਆ, ਕੁਛ ਗੱਲਾਂ ਵਾਸਤੇ ਤੁਸੀਂ ਸਿਫਤਸਲਾਹ ਕਰ ਵੀ ਦਿੱਤੀ ਹੈ। ਅਤੇ ਅੱਜ ਆਪਣੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਦਰਸ਼ਕਾਂ ਦੇ ਨਾਲ ਇੱਕ ਜਿਹੜੀ ਬਹੁਤ ਆਪਣੀ ਬੁਰੀ ਸੋਗ ਵਾਲੀ ਖਬਰ ਆ, ਇਹ ਸਾਡੇ ਸਾਰਿਆਂ ਵਾਸਤੇ, ਸਾਡੇ ਸਾਥ ਦੇ ਨਾਲ ਆਪਣੇ ਜੁੜੇ ਹੋਏ ਲਮਿੰਗਟਨ ਸਪਾ ਤੋਂ ਬੀਬੀ
ਜਗਜੀਤ ਕੌਰ ਜੌਹਲ ਜੀ ਪਿਛਲੇ ਫਰਾਈਡੇ ਆਪਣੇ ਉਹ ਇਸ ਸੰਸਾਰ ਤੋਂ ਆਪਣੇ ਰੁਖਸਤ ਹੋ ਗਏ ਤੇ ਆ ਜਿਹੜਾ ਲੰਘ ਕੇ ਗਿਆ ਫਰਾਈਡੇ, ਇਸ ਫਰਾਈਡੇ ਦੇ ਉਹਨਾਂ ਦੇ ਦਾਗ ਸਨ। ਜਿਹੜੀ ਆਪਣੀ ਸਿਹਤ ਨਾ ਬਹੁਤੀ ਵਧੀਆ ਹੋਣ ਦਾ ਕਰਕੇ ਰੈਗੂਲਰ ਇੱਕ ਦੂਸਰੇ ਦੇ ਨਾਲ ਇਨ ਟੱਚ ਵੀ ਪਿਛਲੇ ਕੁਝ ਸਮੇਂ ਤੋਂ ਨਾ ਸੀ ਅਸੀਂ ਰਹਿ ਸਕੇ। ਇਸੇ ਕਰਕੇ ਨਾ ਤਾਂ ਉਹਨਾਂ ਦਾ ਉਹ ਹਫ਼ਤੇ ਦੇ ਵਿੱਚ ਕਿਸੇ ਵੀ ਸੱਜਣ ਮਿੱਤਰ ਨਾਲ ਸੰਪਰਕ ਨਹੀਂ ਜੁੜ ਸਕਿਆ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਸਕਦਾ ਤੇ ਅਸੀਂ ਆਪਣੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੱਕ ਜਾਂ ਉਹਨਾਂ ਦੇ ਜਿਹੜੇ ਨੇੜੇ ਦਾ ਸਰਕਲ ਸੀ ਉਹਨਾਂ ਤੱਕ ਪਹੁੰਚਾ ਸਕਦੇ। ਪਰ ਇੱਕ ਮੈਂ ਗੱਲ ਦੱਸ ਦੇਵਾਂ ਕਿ ਉਸ ਸਾਡੀ ਮਾਤਾ ਨੇ, ਬੀਬੀ ਨੇ, ਸਾਡੀ ਵੱਡੀ ਭੈਣ ਨੇ ਪੰਜਾਬੀ ਸੱਥ ਵਾਸਤੇ ਤੇ ਖਾਸ ਕਰਕੇ ਯੂਰਪੀ ਪੰਜਾਬੀ ਸੱਥ ਵਾਸਤੇ ਜਿਹੜਾ ਕੰਮ ਕੀਤਾ, ਸਾਨੂੰ ਉਹਦੇ ਉੱਤੇ ਹਮੇਸ਼ਾ ਮਾਣ ਰਹੇਗਾ। ਜਦੋਂ ਪ੍ਰਾਣੀ ਇਸ ਸੰਸਾਰ ਦੇ ਵਿੱਚੋਂ ਜਾਂਦਾ, ਪਰਿਵਾਰ ਨੂੰ ਤਾਂ ਵੱਡਾ ਘਾਟਾ ਪੈਂਦਾ ਹੀ ਆ, ਸਕੇ ਸੰਬੰਧੀ ਯਾਰਾਂ ਮਿੱਤਰਾਂ ਨੂੰ ਵੀ ਘਾਟਾ ਪੈਂਦਾ, ਪਰ ਕੁਝ ਇੱਕ ਸ਼ਖਸੀਅਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਸਮਾਜ ਨੂੰ, ਸੰਸਾਰ ਨੂੰ ਘਾਟਾ ਪੈਂਦਾ। ਤੇ ਇਸ ਬੀਬੀ ਦੇ ਜਾਣ ਤੋਂ ਬਾਅਦ ਜੋ ਯੂਰਪੀ ਪੰਜਾਬੀ ਸੱਥ ਨੂੰ ਘਾਟਾ ਪਿਆ, ਮੈਂ ਮਹਿਸੂਸ ਕਰਦਾ ਉਸ ਘਾਟੇ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ। ਸਤਿਗੁਰ ਦਾ ਭਾਣਾ ਸਾਨੂੰ ਸਾਰਿਆਂ ਨੂੰ ਇਹ ਮੰਨਣਾ ਪੈਣਾ। ਆਪਾਂ ਕੋਈ ਵੀ ਇਸ ਸੰਸਾਰ ਦੇ ਵਿੱਚ ਪ੍ਰਾਣੀ ਇਸੇ ਢੰਗ ਦੇ ਨਾਲ ਨਹੀਂ ਆਇਆ ਵੀ ਉਹਨੇ ਇਸ ਸੰਸਾਰ ਤੋਂ ਕਦੀ ਵੀ ਨਹੀਂ ਜਾਣਾ। ਪਰ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ ਉਸ ਬੀਬੀ ਵਾਸਤੇ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਅਤੇ ਪਿੱਛੇ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਤੇ ਇੱਕ ਗੱਲ ਵਾਸਤੇ, ਕਿਉਂਕਿ ਮੈਂ ਅੱਜ ਕੈਮਰੇ ਦੇ ਸਨਮੁਖ ਹੋ ਕੇ ਕਹਿ ਰਿਹਾ ਵੀ ਬੀਬੀ ਰਾਣੀਏ, ਜੋ ਕੁਛ ਵੀ ਤੂੰ ਪੰਜਾਬੀ ਸੱਥ ਵਾਸਤੇ, ਆਪਣੀ ਬੋਲੀ ਵਾਸਤੇ, ਆਪਣੇ ਸੱਭਿਆਚਾਰ ਵਾਸਤੇ ਅਤੇ ਆਪਣੇ ਪੁਰਖਿਆਂ ਦੀਆਂ ਕਦਰਾਂ ਕੀਮਤਾਂ ਵਾਸਤੇ, ਆਪਣੇ ਵਤਨ ਦੀ ਮਿੱਟੀ ਤੋਂ ਹਜ਼ਾਰਾਂ ਮੀਲ ਦੂਰ ਬੈਠ ਕੇ ਕੀਤਾ, ਆਉਣ ਵਾਲੀਆਂ ਨਸਲਾਂ ਜਦੋਂ ਵੀ ਯਾਦ ਕਰਨਗੀਆਂ, ਜਿੱਥੇ ਪੰਜਾਬੀ ਸੱਥ ਨੂੰ ਯਾਦ ਕਰਨਗੀਆਂ ਉੱਥੇ ਤੈਨੂੰ ਵੀ ਯਾਦ ਕਰਦੀਆਂ ਰਹਿਣਗੀਆਂ। ਇਸ ਗੱਲ ਦੇ ਲਈ ਅਸੀਂ ਜਿੰਨਾ ਮਰਜ਼ੀ ਆਪਣੇ ਧੰਨਵਾਦ ਕਰ ਲਈਏ, ਉਹ ਸ਼ਬਦ ਸਾਡੇ ਆਪਣੇ ਛੋਟੇ ਹੋਣਗੇ, ਅਸੀਂ ਉਹਨਾਂ ਧੰਨਵਾਦ ਕਦੀ ਵੀ ਨਹੀਂ ਕਰ ਸਕਦੇ। ਗਰਚਾ ਸਾਹਿਬ, ਇਹ ਸਨ ਕੁਝ ਅਫਸੋਸਨਾਕ ਗੱਲਾਂ। ਸੋ ਫਿਰ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ 'ਚ ਇੱਕ ਦੋ ਕੋਲਾਂ ਸਾਡੇ ਨਾਲ ਹਾਜ਼ਰ ਨੇ, ਅਸੀਂ ਉਹ ਕੋਲ ਲੈ ਲਈ, ਉਸ ਤੋਂ ਬਾਅਦ ਗੱਲਬਾਤ ਸਾਈਡ ਹੈਗੀ। ਵੇਖਦੇ ਹਾਂ ਕੌਣ ਬੋਲਦੇ। ਹੈਲੋ, ਸ਼ਾਇਦ ਕੋਲ ਕੱਟੀ ਗਈ। ਡਾਕਟਰ ਸਾਹਿਬ, ਹਾਂਜੀ, ਪੰਜਾਬੀ ਸੱਥ ਦੀ ਜੜ ਲਾਉਣ ਲਈ ਤੁਸੀਂ ਜਦੋਂ ਵੀ ਉਪਰਾਲਾ ਕੀਤਾ, ਤੁਹਾਡੇ ਮਨ 'ਚ ਕਿਹੋ ਜਿਹਾ ਸਵਾਲ ਆਏ? ਤੁਸੀਂ ਬਹੁਤ ਵਾਰੀ ਚੈਨਲ ਦੇ ਜ਼ਰੀਏ ਬੈਕ ਹੋਮ ਪੰਜਾਬ ਤੋਂ ਵੀ ਆਪਾਂ ਲਾਈਵ ਗੱਲਾਂ ਕੀਤੀਆਂ, ਇੱਥੇ ਸਟੂਡੀਓ 'ਚ ਵੀ ਆਏ, ਸ਼ਾਇਦ ਇਹ ਸਵਾਲ ਕਿਸੇ ਨੂੰ ਕਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਦਰਸ਼ਕ ਹਮੇਸ਼ਾ ਉਤਾਵਲੇ ਹੁੰਦੇ ਆ ਜਾਣਨ ਲਈ ਕਿ ਉਪਰਾਲਾ ਕਿਵੇਂ, ਤੇ ਅੱਜ ਦੀ ਡੇਟ 'ਚ ਆਪਾਂ ਪੰਜਾਬੀ ਸੱਥ ਵਾਲੇ ਕਿੱਥੇ ਖੜੇ ਹੈਗੇ ਆ ਦੁਨੀਆ ਭਰ 'ਚ? ਗਰਚਾ ਜੀ, ਅੱਜ ਤੋਂ ਲਗਭਗ 30 ਕੁ ਸਾਲ ਪਹਿਲਾਂ ਜਲੰਧਰ 'ਚ ਅਸੀਂ ਕੁਝ ਸੱਜਣਾਂ ਨੇ, ਜਿਹਦੇ ਵਿੱਚ ਯੂਨੀਵਰਸਿਟੀਆਂ ਦੇ ਅਧਿਆਪਕ ਸੀ, ਸਾਹਿਤਕਾਰ ਵੀਰ ਸੀ, ਪੱਤਰਕਾਰ ਸੀ, ਕੁਝ ਸਾਇੰਸ ਦੇ, ਜਿਵੇਂ ਅਸੀਂ ਡਾਕਟਰ ਹਾਂ, ਕੋਈ ਇੰਜੀਨੀਅਰ, ਕੋਈ ਹਰ ਖਿੱਤੇ ਦੇ, ਹਰ ਕੰਮ ਦੇ ਕੁਝ ਬੰਦੇ ਇਕੱਠੇ ਹੋਏ। ਤੇ ਅਸੀਂ ਪਿਛਲੇ, ਕਿਉਂਕਿ ਮੇਰੀ ਉਮਰ ਹੁਣ ਕਾਫੀ ਲੰਬੀ ਹੋ ਗਈ ਆ, ਤੇ 50 ਸਾਲ ਨਹੀਂ, ਚਲੋ 50 ਸਾਲ ਪਹਿਲਾਂ ਮੈਂ ਪਟਿਆਲੇ ਮੈਡੀਕਲ ਕਾਲਜ ਤੋਂ MBBS ਕੀਤੀ ਸੀ। ਉਸ ਤੋਂ ਬਾਅਦ ਕੁਝ ਦੇਰ ਨੌਕਰੀ ਕਰਨ ਤੋਂ ਬਾਅਦ ਉਸ ਦੌਰ ਦੇ ਵਿੱਚ ਹੀ ਜਿਹੜਾ ਪੰਜਾਬ ਦਾ ਬਦਲਦਾ ਦੌਰ ਆ, ਜਿਹਨੂੰ ਹਰਾ ਇਨਕਲਾਬ ਕਹਿੰਦੇ ਆ, ਉਹਦੇ ਵਿੱਚ ਬੜੀਆਂ ਵੱਡੀਆਂ ਸੰਸਾਰਕ ਪੱਧਰ 'ਤੇ ਤਬਦੀਲੀਆਂ ਆਈਆਂ, ਸਾਡੇ ਭਾਈਚਾਰੇ 'ਚ ਵੀ ਆਈਆਂ। ਅੱਜ ਆਪਾਂ ਗੱਲ, ਕਿਉਂਕਿ ਵਿਰਸੇ ਦੇ ਵਾਰਸਾਂ ਦੀ ਗੱਲ ਕਰਨੀ ਆ, ਸਾਡੀ ਵਿਰਾਸਤ ਨੂੰ ਅਸੀਂ ਦੁਬਾਰਾ ਸਮਝਣ ਦੀ ਕੋਸ਼ਿਸ਼ ਕੀਤੀ। ਅਸੀਂ ਜਿਹੜਾ ਇਹ ਵਿਕਾਸ ਦਾ ਸਮੁੱਚੇ ਜਗਤ ਵਿੱਚ ਇੱਕ ਨਮੂਨਾ ਉਦੋਂ ਤੋਂ ਪਹਿਲਾਂ ਤੋਂ ਉਸਰ ਰਿਹਾ ਵੈਸੇ ਤਾਂ, ਪਰ ਉਦੋਂ ਤੋਂ ਇਹ ਸਿਖਰਾਂ ਛੋਹਣ ਵੱਲ ਨੂੰ ਤੁਰਿਆ। ਨਵੀਂ ਤਕਨੋਲੋਜੀ, ਖਾਸ ਕਰਕੇ ਜਿਹਨੂੰ ਤੁਸੀਂ IT ਕਹਿੰਦੇ ਹੋ, ਉਹਦਾ ਦੌਰਾ ਥੋੜ੍ਹੀ ਦੇਰ ਬਾਅਦ ਫਿਰ ਵੱਡੀ ਪੱਧਰ 'ਤੇ ਆ ਗਿਆ। ਅਤੇ ਉਹਦੇ 'ਚ ਅਸੀਂ ਇਹ ਸੋਚਿਆ ਵੀ ਪੰਜਾਬੀਆਂ ਦਾ, ਅਸੀਂ ਆਪਣੇ ਆਪ ਨੂੰ ਪਛਾਣੀਏ ਪਹਿਲਾਂ। ਸਾਰਿਆਂ ਨਾਲੋਂ ਵੱਡੀ ਗੱਲ ਸਾਡੀ ਚਿੰਤਾ ਇਹ ਸੀ, ਇਹ ਕਿਵੇਂ ਪਛਾਣਿਆ ਜਾ ਸਕਦਾ, ਕਿਉਂਕਿ ਸਾਡੇ ਕੋਲ ਸਾਧਨ ਅਤੇ ਸੋਮੇ ਤਾਂ ਉਹਨਾਂ ਲੋਕਾਂ ਵੱਲੋਂ ਜਾਂ ਲਿਖੀਆਂ ਹੋਈਆਂ ਕਿਤਾਬਾਂ ਸੀਗੀਆਂ, ਜਾਂ ਉਹਨਾਂ ਦੀਆਂ ਖੋਜਾਂ ਸੀਗੀਆਂ, ਜਾਂ ਉਹਨਾਂ ਦੇ ਕੀਤੇ ਹੋਏ ਕੰਮ ਸੀ, ਜਿਹੜੇ ਬਹੁਤੀ ਵਾਰੀ ਗੈਰ ਪੰਜਾਬੀ ਸੀ। ਅਤੇ ਉਹਨਾਂ ਨੇ ਸਾਨੂੰ ਜੋ ਦੱਸ ਦਿੱਤਾ, ਅਸੀਂ ਉਹ ਖਿੜੇ ਮੱਥੇ ਪ੍ਰਵਾਨ ਕਰ ਲਿਆ। ਜਦੋਂ ਸਾਡੀ ਪੰਜਾਬ ਤੱਕ ਗੱਲ ਸੀਮਿਤ ਕਰਾਂ ਤੇ 1850 ਤੋਂ ਬਾਅਦ ਸਾਡੀ ਹਕੂਮਤ ਖੁੱਸ ਜਾਂਦੀ ਆ। ਖੁੱਸਣ ਤੋਂ ਬਾਅਦ ਅਸੀਂ ਫਿਰ ਰੁਲ ਜਾਂਦੇ ਹਾਂ। ਰੁਲਣ ਦਾ ਇੱਕ ਕਾਰਨ ਸਾਡੀ ਸੱਥ ਦੇ ਵਿੱਚ ਇੱਕ ਇਹ ਵੀ ਲਿਖਿਆ ਹੈ, ਜਿਹੜੀ ਸਾਡੀ ਹਰ ਇੱਕ ਲਿਖਤ ਹੁੰਦੀ ਹੈ ਨਾ, ਉਹਦੇ ਉੱਤੇ ਲਿਖਿਆ ਹੁੰਦਾ, ਮਾਂ ਬੋਲੀ ਜੇ ਭੁੱਲ ਜਾਵੋਗੇ
ਕੱਖਾਂ ਵਾਂਗੂ ਰੋਲ ਮੈਂ ਤੁਹਾਨੂੰ ਇੱਥੇ ਰੋਕਾਂਗਾ। ਇੱਕ ਕੋਲ ਆਪਣੇ ਕੋਲ ਖਾਸ ਇੰਡੀਆ ਤੋਂ ਹਾਂਜੀ ਜਿਹੜੀ ਮੈਂ ਮਹਿਸੂਸ ਕੀਤੀ ਆ ਕਿ ਅੱਜ ਦੇ ਸਮੇਂ ਤੇ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਜਿਵੇਂ ਆਪਾਂ ਪੰਜਾਬੀ ਸੱਥ 'ਚ ਯੂਰਪ 'ਚ ਘੁੰਮ ਰਹੇ ਇਦਾਂ ਹੀ ਪੰਜਾਬੀ ਦੇ ਕੁਝ ਸੱਜਣ ਬੁਲਾਰੇ ਜਿਹੜੇ ਹੈਗੇ ਉਹ ਪੰਜਾਬ 'ਚ ਵਿਚਰ ਰਹੇ ਨੇ। ਠੀਕ ਹੈ ਜੀ। ਸਰੂਪ ਸਿੰਘ ਜੀ ਕਡਿਆਣਾ ਆਨਲਾਈਨ ਹੈਗੇ ਇੰਡੀਆ ਤੋਂ। ਅੱਛਾ ਸਰੂਪ ਸਿੰਘ ਜੀ, ਵੈਲਕਮ ਟੂ ਦ ਸ਼ੋ। ਤੁਸੀਂ ਅਕਾਲ ਚਲ ਦੇ ਵਿਹੜੇ 'ਚ ਵਿਰਸੇ ਦੇ ਵਾਰਸ ਪ੍ਰੋਗਰਾਮ 'ਚ ਤੁਹਾਡੀ ਹਾਜ਼ਰੀ ਲਵਾ ਰਹੇ ਜੀ, ਤੇ ਸਰਦਾਰ ਮੋਹਤਾ ਸਿੰਘ ਜੀ ਸਰਾਏ ਤੇ ਸਰਦਾਰ ਨਿਰਮਲ ਸਿੰਘ ਜੀ, ਡਾਕਟਰ ਨਿਰਮਲ ਸਿੰਘ ਜੀ ਪੰਜਾਬੀ ਸੱਥ ਲਾਂਬੜਾ, ਉਹ ਅੱਜ ਪੰਜਾਬ ਤੋਂ ਅਸੀਂ ਇਹਨਾਂ ਨੂੰ ਕੈਸ਼ ਕੀਤਾ ਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ। ਤੁਸੀਂ ਪੰਜਾਬ ਹੀ ਨਹੀਂ ਦੁਨੀਆ ਭਰ 'ਚ ਢਾਡੀ ਹੋਣ ਦੇ ਨਾਤੇ ਲੰਬੇ ਚਿਰ ਤੋਂ ਪੰਜਾਬ ਦੇ ਵਿਰਸੇ ਦੀ ਸੰਭਾਲ ਲਈ ਚਿੰਤਤ ਹੋ, ਤੇ ਹਾਲ ਹੀ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ ਫਲੋਰ ਤੋਂ ਕੈਂਡੀਡੇਟ ਬਣੇ ਹੋ। ਸਾਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਤੁਸੀਂ ਸਮਾਜ ਦੀ ਸੇਵਾ ਕਰਦੇ ਕਰਦੇ ਸਿਆਸਤ ਵਿੱਚ ਆ ਗਏ ਹੋ, ਤੇ ਹੁਣ ਸਿਆਸਤ ਵਿੱਚ ਆ ਕੇ ਤੁਸੀਂ ਸਮਾਜ ਦੀ ਸੇਵਾ ਕਿਵੇਂ ਕਰੋਗੇ? ਸਾਨੂੰ, ਸਾਡੇ ਦਰਸ਼ਕਾਂ ਨੂੰ ਕੁਝ ਪਲਾਂ 'ਚ ਇਹ ਆਪਣੇ ਵਿਚਾਰ ਸਾਂਝੇ ਕਰੋ ਜੀ। ਹਾਂ ਜੀ, ਗਰਚਾ ਸਾਹਿਬ, ਤੁਹਾਨੂੰ ਵੀ ਅਤੇ ਅਕਾਲ ਚੈਨਲ UK ਵੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਰਚਾ ਸਾਹਿਬ, ਤੁਹਾਡਾ ਸਵਾਲ ਹੈ ਵੀ ਤੁਹਾਡੀ ਪ੍ਰਚਾਰ ਕਰਦੇ ਕਰਦੇ ਕਿਵੇਂ ਰਾਜਨੀਤੀ ਵਿੱਚ ਆ ਗਏ। ਬਿਲਕੁਲ। ਅਸਲ ਵਿੱਚ ਕੀ ਹੈ ਜੀ ਵੀ ਢਾਡੀ ਸਿੰਘ ਹੁੰਦੇ ਹੀ ਰਾਜਨੀਤਿਕ ਨੇ। ਸਾਨੂੰ ਗੁਰੂ ਸਾਹਿਬ ਨੇ ਪੀਰੀ ਤੇ ਮੀਰੀ ਦੋਨੋਂ ਹੀ ਸਿਧਾਂਤ ਬਖਸ਼ਿਸ਼ ਕੀਤੇ ਹੈ ਜੀ। ਢਾਡੀ ਸਿੰਘ ਜਿੱਥੇ ਧਰਮ ਦੀ ਗੱਲ ਕਰਦੇ ਉੱਥੇ ਰਾਜਨੀਤੀ ਦੀ ਵੀ ਕਰਦੇ ਆ। ਪੁਰਾਤਨ ਸਮੇਂ ਦੇ ਵਿੱਚ ਜਿੰਨੇ ਗੁਰਸਿੱਖ ਹੁੰਦੇ ਸਨ ਜੀ, ਉਹ ਸਾਰੇ ਹੀ ਬਰਾਬਰ ਨਾਲ ਰਾਜਨੀਤੀ ਦੇ ਵਿੱਚ ਵੀ ਪੂਰਾ ਦਬਦਬਾ ਰੱਖਦੇ ਸੀਗੇ। ਜੀ ਭਾਵ ਉਹੀ ਧਰਮ ਦੇ ਪ੍ਰਚਾਰਕ ਹੁੰਦੇ ਸੀ, ਉਹੀ ਕੌਮ ਦੇ ਆਗੂ ਹੁੰਦੇ ਸੀ। ਜੀ। ਬਾਬਾ ਬੰਦਾ ਸਿੰਘ ਬਹਾਦਰ ਕੌਮ ਦੇ ਆਗੂ ਵੀ ਆ, ਕੌਮ ਦੇ ਪ੍ਰਚਾਰਕ ਵੀ ਆ। ਬਾਬਾ ਦੀਪ ਸਿੰਘ ਸਾਹਿਬ ਜੀ ਕੌਮ ਦੇ ਆਗੂ ਵੀ ਆ, ਪ੍ਰਚਾਰਕ ਵੀ ਆ। ਭਾਈ ਮਨੀ ਸਿੰਘ ਜੀ। ਸਾਹਿਬ, ਈਵਨ ਸੰਤ ਬਾਬਾ ਜਰਨੈਲ ਸਿੰਘ ਜੀ ਵੀ, ਜੀ ਇਹ ਆਗੂ ਵੀ ਨੇ, ਪ੍ਰਚਾਰਕ ਵੀ ਨੇ। ਮੈਂ ਆਪਣੇ ਆਪ ਨੂੰ ਉਹਨਾਂ ਦਾ ਪੁੱਤਰ ਸਮਝਦਾ, ਉਹ ਉਹਨਾਂ ਦਾ ਬੱਚਾ ਆ। ਤੇ ਜੇ ਉਹ ਇਸ ਤਰ੍ਹਾਂ ਕਰਦੇ ਨੇ ਤਾਂ ਮੇਰੇ ਵੱਡੇ ਭਾਗ ਹੈ ਕਿ ਉਹਨਾਂ ਕੋਲੋਂ ਸਿੱਖ ਕੇ ਮੈਂ ਵੀ ਇਹ ਫੈਸਲਾ ਲਿਆ ਜੀ ਕਿ ਆਪਾਂ ਵੀ ਨਾਲ ਜਿੱਥੇ ਧਰਮ ਦੀ ਗੱਲ ਕਰਦੇ ਆ ਉੱਥੇ ਰਾਜਨੀਤੀ ਦੀ ਗੱਲ ਵੀ ਸਟੇਜ ਤੇ ਕਰਦੇ ਆ, ਤੇ ਕਿਉਂ ਨਾ ਰਾਜਨੀਤੀ ਦੀ ਆਪਾਂ ਗੱਲ ਅੱਗੇ ਹੋ ਕੇ ਵੀ ਕਰੀਏ। ਜੀ ਇਸ ਤਰ੍ਹਾਂ ਦਾ ਹੈਗਾ ਜੀ। ਬਾਕੀ ਤੁਹਾਡੀ ਹੁੰਦੇ ਰਾਜਨੀਤਿਕੇ ਹੁੰਦੇ ਨੇ ਜੀ। ਬਿਲਕੁਲ ਜੀ। ਹੈਲੋ। ਹਾਂਜੀ ਹਾਂਜੀ ਗਰਚਾ ਸਾਹਿਬ, ਮੈਂ ਸੁਣ ਰਿਹਾ ਜੀ ਤੁਹਾਡੀ ਗੱਲ। ਜੀ 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 ਹਾਂ, ਬਿਲਕੁਲ। ਮੇਰਾ ਸਵਾਲ ਸਟੈਂਡ ਕਰਦਾ ਸੀਗਾ, ਜਾਣਨਾ ਚਾਹਾਂਗੇ ਤੁਹਾਡੇ ਵੱਲੋਂ ਸਿਆਸਤ ਵਿੱਚ ਆ ਕੇ ਤੁਸੀਂ ਪੰਜਾਬ ਦੀ ਰਾਜਨੀਤੀ 'ਚ ਆ ਕੇ ਵਿਰਸੇ ਦੀ ਸੰਭਾਲ ਲਈ ਕਿਹੜੇ ਕਿਹੜੇ ਕਦਮ ਕਰੋ, ਕਿਉਂਕਿ ਹੋ ਸਕਦਾ ਤੁਹਾਡੀ ਸਰਕਾਰ ਜਾਂ ਤੁਹਾਨੂੰ ਇਹ ਜ਼ਿੰਮੇਵਾਰੀ ਮਿਲੇ ਵਿਰਸੇ ਦੇ ਸੰਬੰਧ 'ਚ ਗੱਲਬਾਤ ਕਰਨ ਲਈ। ਕੀ ਯੋਗਦਾਨ ਹੋਵੇਗਾ ਤੁਹਾਡਾ? ਬਿਲਕੁਲ ਜੀ, ਸਾਡਾ ਜਿਹੜਾ ਪੰਜਾਬੀ ਵਿਰਸਾ ਆ ਉਹ ਅਸਲ ਵਿੱਚ ਪੰਜਾਬ ਦੀ ਹਿਸਟਰੀ ਵਿੱਚੋਂ ਜਾਂ ਭਾਰਤ ਦੀ ਹਿਸਟਰੀ ਵਿੱਚੋਂ ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਡਿਲੀਟ ਮਾਰ ਦਿੱਤਾ ਜਾਵੇ ਤਾਂ ਇੰਡੀਆ ਦੀ ਹਿਸਟਰੀ ਦੇ ਵਿੱਚ ਪੱਲੇ ਕੱਖ ਨਹੀਂ ਰਹਿ ਜਾਂਦਾ ਜੀ। ਇਸ ਗੱਲ ਨੂੰ ਸਭ ਤੋਂ ਪਹਿਲਾਂ ਤਾਂ ਪ੍ਰਮੋਟ ਕੀਤਾ ਜਾਏਗਾ। ਜੀ। ਜੇ ਮੈਨੂੰ ਕਿਤੇ ਐਸਾ ਕੋਈ ਮੌਕਾ ਬਣਦਾ ਜੀ ਤਾਂ ਅੱਜ ਜੋ ਸੱਭਿਆਚਾਰ ਦੇ ਨਾਂ ਦੇ ਉੱਤੇ, ਪੰਜਾਬੀ ਵਿਰਸੇ ਦੇ ਨਾਂ ਦੇ ਉੱਤੇ ਸਾਡੇ ਅੱਖਾਂ ਵਿੱਚ, ਸਾਡੇ ਕੰਨਾਂ ਵਿੱਚ ਜੋ ਗੰਦ ਘੋਲ ਕੇ ਪਾਇਆ ਜਾ ਰਿਹਾ, ਜੀ, ਇਹਦੇ ਸੁਧਾਰ ਵਾਸਤੇ ਬੜੇ ਸੰਜੀਦਗੀ ਢੰਗ ਦੇ ਨਾਲ ਆਪਾਂ ਸਾਰਥਕ ਉਪਰਾਲੇ ਕਰਾਂਗੇ। ਕੋਈ ਨਾ ਕੋਈ ਯਤਨ ਕਰਾਂਗੇ ਕਿ ਪੰਜਾਬੀ ਵਿਰਸੇ ਦੀ ਜੇ ਪੂਰੀ ਦੁਨੀਆ ਦੇ ਉੱਤੇ ਪਹਿਚਾਣ ਹੈ, ਜੇ ਪੰਜਾਬੀ ਭੰਗੜਾ ਪੂਰੀ ਦੁਨੀਆ ਤੇ ਮਕਬੂਲ ਹੈ ਤਾਂ ਇਹਦਾ ਮਤਲਬ ਹੈ ਭੰਗੜਾ ਤਾਂ ਸਾਰੀ ਦੁਨੀਆ ਪਾਉਂਦੀ ਆ, ਪਰ ਪੰਜਾਬੀ ਭੰਗੜੇ ਵਾਲੇ ਜਦੋਂ ਸਿਰ ਤੇ ਪੱਗ ਬੰਨ੍ਹ ਕੇ ਆਉਂਦੇ ਨੇ ਤਾਂ ਲੋਕਾਂ ਦੇ ਵਿੱਚ ਵੱਖਰੀ ਸ਼ੋਭਾ ਖੱਟਦੇ ਨੇ। ਸੋ ਪੰਜਾਬੀ ਵਿਰਸੇ ਦੀ ਗੱਲ ਜਿਹੜੀ ਹੈ ਉਹ ਅਸੀਂ ਵੱਧ ਚੜ ਕੇ ਅੱਜ ਤੱਕ ਵੀ ਮੈਂ ਸਟੇਜਾਂ ਤੇ ਕਰਦਾ ਆਇਆ ਤੇ ਅਗਾਂਹ ਵੀ ਕਰਾਂਗੇ। ਜੋ ਵਿਰਸੇ ਨੂੰ ਬਦਨਾਮ ਕਰਨ ਦੇ ਲੋਕ, ਦੋਸ਼ੀ ਲੋਕ ਨੇ, ਉਹਨਾਂ ਦੇ ਖਿਲਾਫ ਜੋ ਵੀ ਆਪਾਂ ਕਰ ਸਕਦੇ ਉਹ ਕਰਾਂਗੇ। ਗਰਚਾ ਸਾਹਿਬ, ਧੰਨਵਾਦ। ਧੰਨਵਾਦ। ਸਰ ਸਾਹਿਬ, ਤੁਸੀਂ ਕੋਈ ਸਵਾਲ ਕਰਨਾ ਹੋਵੇ ਕਡਿਆਣਾ ਸਾਹਿਬ ਨੂੰ? ਹਾਂਜੀ ਕੰਡਿਆਣਾ ਸਾਹਿਬ, ਇੱਥੋਂ ਬੈਠੇ ਤਾਂ ਫਿਰ ਮੇਰੇ ਪਹਿਲੀ ਗੱਲ ਹੈ, ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਵੀ ਪੰਜਾਬੀ ਕੀ ਯੋਗਦਾਨ ਪਾ ਸਕਦੇ ਆ ਪੰਜਾਬ ਦੀ ਧਰਤੀ, ਵਿਰਾਸਤ, ਸੱਭਿਆਚਾਰ, ਕਦਰਾਂ ਕੀਮਤਾਂ ਤੇ ਆਪਣੀ ਮਾਂ ਬੋਲੀ ਦੇ ਵਾਸਤੇ, ਤੇ ਉਹਦੇ ਵਾਸਤੇ ਕੁਝ ਤੁਸੀਂ ਇਸ਼ਾਰਾ ਜ਼ਰੂਰ ਕਰੋ। ਜੀ, ਮੈਂ ਆਵਾਜ਼ ਪਹਿਚਾਣ ਰਿਹਾ। ਭਾਜੀ ਮੋਤਾ ਸਿੰਘ ਸਰਾਏ ਜੀ ਬੋਲ ਰਹੇ ਹੋ? ਹਾਂਜੀ ਹਾਂਜੀ ਬਿਲਕੁਲ ਜੀ। ਸਰਾਏ ਸਾਹਿਬ, ਥੈਂਕ ਯੂ। ਅੱਛਾ, ਇਸ ਤਰ੍ਹਾਂ ਜੀ ਪੰਜਾਬੀ ਵਿਰਸਾ ਜੋ ਹੈ ਉਹਨੂੰ ਅੱਜ ਦੁਨੀਆ ਦੇ ਵਿੱਚ ਜੋ ਮਾਣ ਸਨਮਾਨ ਸਾਡੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦੇ ਜਿਹੜੇ ਸੁਪਨੇ ਜੁੜੇ ਹੋਏ ਆ,
ਉਹ ਮਾਨ ਸਨਮਾਨ ਦੇ ਮੇਚ ਦਾ ਨਹੀਂ ਪੰਜਾਬੀ ਸੱਭਿਆਚਾਰ ਰਹਿਣ ਦਿੱਤਾ। ਨੰਗੇਜ਼ ਨੂੰ ਪ੍ਰਮੋਟ ਕੀਤਾ ਜਾ ਰਿਹਾ, ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਸ਼ਰਾਬ ਨੂੰ ਪ੍ਰਮੋਟ ਕੀਤਾ ਜਾ ਰਿਹਾ, ਤੇ ਉਹ ਵੱਢ ਟੁੱਕ ਮਾਰ ਧਾੜ ਬਦਮਾਸ਼ੀ ਨੂੰ ਪ੍ਰਮੋਟ ਕੀਤਾ ਜਾ ਰਿਹਾ, ਕੇਵਲ ਤੇ ਕੇਵਲ ਸੱਭਿਆਚਾਰ ਦੇ ਵਿਰਸੇ ਦਾ ਲੇਬਲ ਲਾ ਕੇ। ਜੀ ਜੋ ਪੰਜਾਬੀ ਵਿਰਸਾ ਆ ਉਹਨੂੰ ਮੈਂ ਤਾਂ ਇਹ ਕਹਿ ਦਿੰਦਾ ਹੁੰਦਾ ਕਿ ਪੰਜਾਬੀ ਵਿਰਸਾ ਸਾਡਾ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਜਿਹੜਾ ਕਲਚਰ ਦਿੱਤਾ ਗਿਆ ਉਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ। ਸਾਡੇ ਵੱਡ ਵਡੇਰਿਆਂ ਨੇ, ਵੱਡ ਪੁਰਖਿਆਂ ਨੇ ਜੋ ਸਾਡੇ ਵਿਰਸੇ ਨੂੰ ਦੇਣਾ ਦਿੱਤੀਆਂ ਨੇ, ਉਹਨਾਂ ਦੀਆਂ ਹੀ ਅਸੀਂ ਗੱਲਾਂ ਕਰੀ ਜਾਈਏ ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਰਹਿਣ ਸਹਿਣ ਦੀ ਜਾਚ ਬੜੇ ਆਸਾਨੀ ਦੇ ਢੰਗ ਦੇ ਨਾਲ ਸਿੱਖਣ ਨੂੰ ਮਿਲਦੀ ਹੈ। ਵਾਹ, ਬਹੁਤ ਵਧੀਆ। ਥੈਂਕ ਯੂ। ਕਲਿਆਣ ਸਾਹਿਬ, ਸਰਾਏ ਸਾਹਿਬ ਪੰਜਾਬ ਆ ਰਹੇ, ਅਗਲੇ ਹਫ਼ਤੇ ਤੁਹਾਨੂੰ ਕੈਸ਼ ਮਿਲਣਗੇ ਪੰਜਾਬ 'ਚ। ਅੱਜ ਸਮਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਹਾਨੂੰ ਅਸੀਂ ਦੇਰ ਤੱਕ ਜਾਗਦੇ ਰੱਖਿਆ। ਬਟ ਦੂਜੇ ਪਾਸੇ ਇਦਾਂ ਵੀ ਸੰਗਰਾਮੀਆਂ ਨੂੰ ਤੇ ਸਾਰਾ ਹੀ ਵਾਰੀ ਗਰਚਾ ਸਾਹਿਬ ਮੇਰਾ ਆਪਣਾ ਚੈਨਲ ਹੈ, ਮੈਂ ਆਪਣੇ ਵੱਡੇ ਭਾਗ ਸਮਝਦਾ ਤੁਹਾਡੇ ਚੈਨਲ ਤੇ ਬੋਲ ਕੇ। ਬਹੁਤ ਵਧੀਆ, ਧੰਨਵਾਦ ਜੀ, ਸ਼ੁਕਰੀਆ। ਸਾਰੇ ਦਰਸ਼ਕਾਂ ਦਾ ਧੰਨਵਾਦ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇਹ ਸਨ ਸਰੂਪ ਸਿੰਘ ਕਡਿਆਣਾ ਢਾਡੀ, ਜਿਨ੍ਹਾਂ ਨੂੰ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੇ ਫਲੋਰ ਤੋਂ ਰਿਜ਼ਰਵ ਸੀਟ ਤੋਂ ਕੈਂਡੀਡੇਟ ਬਣਾਇਆ। ਬਹੁਤ ਖੁਸ਼ੀ ਦੀ ਗੱਲ ਹੈ ਅੱਜ ਦਾ ਇਹ ਪ੍ਰੋਗਰਾਮ ਵਿਰਸੇ ਦੇ ਵਾਰਿਸ ਅਕਾਲ ਚੈਨਲ ਦੇ ਫੇਸਬੁੱਕ ਸਾਈਟ ਤੇ ਚੱਲ ਰਿਹਾ। ਮੈਂ ਵੇਖ ਰਿਹਾ ਬਹੁਤ ਸਾਰੇ ਸੱਜਣ ਪ੍ਰੋਗਰਾਮ ਨੂੰ ਵੇਖ ਰਹੇ, ਕੁਝ ਨਾਮ ਵੀ ਸਾਹਮਣੇ ਆ ਰਹੇ ਨੇ। ਬੀਬੀ ਰਵਿੰਦਰ ਕੌਰ ਜੀ, ਬਲਜਿੰਦਰ ਸਿੰਘ ਸੰਪਲਾ ਜੀ ਤੇ ਅਮਰੀਕ ਸਿੰਘ ਜੀ ਕੂਨਰ ਪੰਜਾਬ ਤੋਂ ਬੈਠੇ ਵੇਖ ਰਹੇ ਨੇ, ਤੇ ਨਾਲ ਦੀ ਨਾਲ ਸੁਰੀਤਾ ਵਿਜ। ਬਹੁਤ ਸਾਰੇ ਹੋਰ ਸੱਜਣਾਂ ਦੇ ਨਾਮ ਮੇਰੇ ਜ਼ਿਹਨ 'ਚ ਹੈਗੇ ਆ, ਮੈਂ ਅਗਲੀ ਵਾਰ ਉਹਨਾਂ ਦੇ ਨਾਮ ਪੜਾਂਗਾ। ਧੰਨਵਾਦ ਕਰਦੇ ਹਾਂ ਉਹਨਾਂ ਸੱਜਣਾਂ ਦੇ ਜਿਹੜੇ ਵਿਰਸੇ ਦੇ ਵਾਰਿਸ ਪ੍ਰੋਗਰਾਮ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਫੇਸਬੁੱਕ ਤੇ ਬਹਿ ਕੇ ਵੇਖ ਰਹੇ ਨੇ। ਸੋ ਡਾਕਟਰ ਸਾਹਿਬ, ਤੁਹਾਡੀ ਗੱਲ ਕੱਟ ਲਈ ਸੀ, ਮਾਫੀ ਚਾਹਾਂਗਾ। ਹਾਂ, ਉੱਥੇ ਚਾਲੂ ਕਰੋ। ਠੀਕ, ਗੱਲ ਪੰਜਾਬ ਦੀ ਕਰ ਰਹੇ ਸੀ ਨਾ ਆਪਾਂ, ਪੰਜਾਬ ਦੀ ਵਿਰਾਸਤ ਦੀ ਜੀ। ਗੱਲ ਬੋਲੀ ਤੇ ਆਪਾਂ ਕੀਤੀ ਸੀ ਜੀ। ਜਦੋਂ ਸਾਡੀ ਬੋਲੀ ਨਹੀਂ ਬਚਣੀ ਜੀ, ਤੇ ਬੋਲੀ ਦੇ ਨਾਲ ਹੀ ਕਿਉਂਕਿ ਕਡਿਆਣਾ ਸਾਹਿਬ ਨੇ ਗੱਲ ਸ਼ੁਰੂ ਕਰ ਲਈ ਆ। ਬਿਲਕੁਲ ਜੀ। ਪੰਜਾਬ 'ਚ ਚੋਣਾਂ ਦਾ ਮਾਹੌਲ ਹੈ, ਭਖਿਆ ਹੋਇਆ ਜੀ ਤੇ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਵਾਤਾਵਰਣ ਹੈ, ਜੀ ਜਿੱਥੇ ਪਾਣੀ ਦੀ ਗੱਲ ਹੈ, ਹਵਾ ਦੀ ਗੱਲ ਹੈ, ਧਰਤੀ ਦੀ ਗੱਲ ਹੈ, ਜੀ, ਖਾਦ ਖੁਰਾਕ ਦੀਆਂ ਵਸਤਾਂ ਦੀ ਗੱਲ ਆ, ਜੀ, ਉਹ ਪਿੱਛੇ ਪੈ ਗਏ ਆ। ਬਿਲਕੁਲ। ਅੱਜ ਕੱਲ੍ਹ ਸਾਡੇ ਜੋੜ ਤੋਲ, ਮੈਂ ਕਿਸੇ ਇੱਕ ਰਾਜਨੀਤਿਕ ਧੜੇ ਦੀ ਗੱਲ ਨਹੀਂ ਕਰਦਾ, ਸਮੁੱਚੇ ਤੌਰ ਤੇ ਲੱਗੇ ਰਿਹਾ ਵੀ ਇਹਦੀ ਗੱਲ ਸਾਰੇ ਹੀ ਰਾਜਨੀਤਿਕ ਧਿਰਾਂ ਉਸ ਸ਼ਿੱਦਤ ਨਾਲ ਨਹੀਂ ਕਰ ਰਹੀਆਂ ਜਿਹੜੀ ਸ਼ਿੱਦਤ ਨਾਲ ਉਹ ਪੰਜਾਬੀਆਂ ਨੂੰ, ਸਾਡੀ ਵਿਰਾਸਤ ਨੂੰ, ਸਾਡੀ ਬੋਲੀ ਨੂੰ, ਸਾਡੀ ਸਿਹਤ ਨੂੰ, ਸਾਡੇ ਸਮੁੱਚੇ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਤੇ ਮੇਰੇ ਵੱਲੋਂ ਜਿਹੜੇ ਵੀ ਇੱਥੇ ਤੁਹਾਡੇ ਦਰਸ਼ਕ ਨੇ ਜਾਂ ਭਾਰਤ ਦੇ ਵਿੱਚ ਵੀ ਜਿਹੜੇ ਦੇਖ ਰਹੇ ਨੇ, ਤੇ ਉਹਨਾਂ ਨੂੰ ਬਹੁਤ ਹੀ ਸਿਨਮਰਤਾ ਸਹਿਤ ਬੇਨਤੀ ਆ ਵੀ ਤੁਸੀਂ ਇਹਨਾਂ ਵੀਰਾਂ ਨੂੰ ਸਾਡੇ ਵੱਲੋਂ ਕਿਤੇ ਵੀ ਜਾਣ, ਪਰ ਪੰਜਾਬ ਦੀ ਜਿਹੜੀ ਇਹ ਦੁੱਖ ਦੀ ਰਾਗ ਆ ਇਹਦੇ ਉੱਤੇ ਹੱਥ ਜ਼ਰੂਰ ਰੱਖਣ। ਕਿਉਂਕਿ ਮੈਂ ਡਾਕਟਰ ਹਾਂ, ਮੈਂ ਪਿਛਲੇ 50 ਸਾਲ 'ਚ ਹੁਣੇ ਜ਼ਿਕਰ ਕੀਤਾ ਹੈ ਪੰਜਾਬ ਦੀ ਵਿਗੜਦੀ ਹੋਈ ਸਿਹਤ ਦੀ ਹਾਲਤ ਪ੍ਰਤੱਖ ਵੇਖਦੇ ਹਾਂ, ਪ੍ਰਤੱਖ ਨੂੰ ਪ੍ਰਮਾਣ ਕੀ। ਸੋ ਇੱਕ ਤਾਂ ਇਹ ਵੱਡੀ ਗੱਲ ਆ। ਦੂਜੀ ਗੱਲ ਕਦਰਾਂ ਕੀਮਤਾਂ ਦੀ ਆ। ਕਦਰਾਂ ਕੀਮਤਾਂ ਕਿਉਂਕਿ ਇਹਦੇ ਨਾਲ ਸੰਬੰਧਿਤ ਨੇ। ਜਦੋਂ ਪੰਜਾਬ ਜਿਹੜਾ ਹੈਗਾ, ਹੁਣ ਪੰਜਾਬ ਨੂੰ ਅਸੀਂ ਦੁਨੀਆ ਨਾਲੋਂ ਤੋੜ ਕੇ, ਨਿਖੇੜ ਕੇ ਭਾਰਤ ਨਾਲੋਂ ਜਾਂ ਦੁਨੀਆ ਨਾਲੋਂ ਨਹੀਂ ਵੇਖ ਸਕਦੇ। ਤੁਸੀਂ ਸਾਡੇ ਭਰਾ ਇੱਥੇ ਬੈਠੇ ਹੋ, ਬਾਹਰ ਬੈਠੇ ਵੀ, ਤੁਹਾਨੂੰ ਪੰਜਾਬ ਦਾ ਕਿੰਨਾ ਦਰਦ ਆ। ਕੱਲ ਦੀ ਗੱਲ ਹੀ ਹੈ, ਤੁਸੀਂ ਆਪੇ ਜ਼ਿਕਰ ਕੀਤਾ ਸੀਗਾ, ਜਿਹੜੀ ਉੱਥੇ ਤੁਸੀਂ ਇਕੱਠ ਕੀਤਾ ਕਿ ਬਹੁਤ ਵੱਡਾ, ਅਸੀਂ ਸ਼ਾਇਦ ਇਸ ਤਰ੍ਹਾਂ ਦਾ ਇਕੱਠ ਇੰਨੀ ਛੇਤੀ ਨਾ ਕਰ ਸਕੀਏ। ਤੇ ਤੁਸੀਂ ਕਿਉਂਕਿ ਜ਼ਿਆਦਾ ਉਸ ਗੱਲ ਨੂੰ ਪ੍ਰਭਾਵ ਕਬੂਲਦੇ ਹੋ, ਉੱਥੇ ਜੋ ਵੀ ਹੋ ਰਿਹਾ ਹੈ ਤੁਹਾਡੇ ਮਨ 'ਚ ਉਸ ਪੀੜਾ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਹਨੂੰ ਵੰਡਾਉਣ ਦੀ ਇੱਕ ਚਾਹ ਹੈ, ਤਮੰਨਾ ਹੈ। ਸੋ ਅਸੀਂ ਪੰਜਾਬ ਨੂੰ ਜਦੋਂ ਦੇਖਦੇ ਹਾਂ, ਪੰਜਾਬ ਦੇ ਵਿੱਚ ਇੱਕ ਹੁਣ ਦੌੜ ਲੱਗੀ ਹੋਈ ਆ ਬਾਹਰ ਨੂੰ ਜਾਣ ਦੀ, ਖਾਸ ਕਰਕੇ ਸਾਡੇ ਬੱਚਿਆਂ ਦੀ। ਉਹ ਪੰਜਾਬੀ ਨਾਲੋਂ ਤਾਂ ਟੁੱਟ ਰਹੇ ਆ। ਉੱਥੇ ਵੀ ਅੰਗਰੇਜ਼ੀ ਸਕੂਲਾਂ ਦਾ ਮਹਾਨ ਆ, ਮਾਪੇ ਵੀ ਸਾਡੇ ਅੰਗਰੇਜ਼ੀ ਸਕੂਲਾਂ ਵੱਲ ਨੂੰ ਜਾ ਰਹੇ ਨੇ। ਅੰਗਰੇਜ਼ੀ ਜ਼ੁਬਾਨ ਮਾੜੀ ਨਹੀਂ ਹੁੰਦੀ, ਕੋਈ ਵੀ ਜ਼ੁਬਾਨ ਮਾੜੀ ਨਹੀਂ ਹੁੰਦੀ, ਪਰ ਜਦੋਂ ਆਪਣੀ ਜ਼ੁਬਾਨਾਂ ਨੂੰ ਟੁੱਟ ਜਾਂਦੇ ਹੋ ਤੇ ਉਹਦੇ ਨਾਲ ਫਿਰ ਜੋ ਹੋਣਾ, ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਅੱਖਾਂ ਵਾਂਗੂ ਰੋਲਣ ਦੀ ਗੱਲ ਆ, ਜਿਹੜੀਆਂ ਵਿਰਾਸਤੀ ਕਦਰਾਂ ਕੀਮਤਾਂ ਦੀ ਗੱਲ ਆ। ਤੁਹਾਨੂੰ ਤੇ ਰੋਕਾਂਗੇ, ਇੱਥੋਂ ਗੱਲ ਸ਼ੁਰੂ ਕਰ ਲੈ। ਕੋਲਰ ਹੈਗੇ ਆ, ਆਪਾਂ ਹੋਰ ਕੋਲਾਂ ਜਿਹੜੀਆਂ ਉਹ ਬ੍ਰੇਕ ਤੋਂ ਬਾਅਦ ਲਵਾਂਗੇ। ਇੱਕ ਲਾਸਟ ਕੋਲ ਲਵਾਂਗੇ ਬ੍ਰੇਕ ਤੋਂ ਇਸ ਪਾਰ। ਹੈਲੋ ਹੈਲੋ
ਹੈਲੋ ਹਾਂਜੀ ਭੈਣ ਜੀ, ਕੌਣ ਤੇ ਕਿੱਥੋਂ ਬੋਲਦੇ ਜੀ? ਭਾਜੀ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ। ਮੈਂ ਮਿਸਿਸ ਮਿੱਡਾ ਫਰਮ ਸਾਊਥ ਹਾਲ। ਵਾਹ ਜੀ, ਸਤਿ ਸ਼੍ਰੀ ਅਕਾਲ ਜੀ। ਕਾਉਂਸਲਰ ਮਿੱਡਾ ਜੀ, ਸਤਿ ਸ੍ਰੀ ਅਕਾਲ ਜੀ। ਨਹੀਂ ਐਸੇ ਤੁਹਾਡੇ ਵਾਂਗੂ ਆਪਣੇ ਵੀਰਾਂ ਨਾਲ ਗੱਲ ਕਰਦੀ ਪਈ ਆ। ਸ਼ੋਰ ਸ਼ੋਰ ਜੀ। ਸ਼ੋਰ ਜੀ ਭੈਣ ਜੀ। ਮੈਂ ਸਿਰਫ ਤੁਹਾਨੂੰ ਸ਼ਾਬਾਸ਼ ਦੇਣ ਆਈ ਹਾਂ ਸਾਰਿਆਂ ਨੂੰ। ਅੱਛਾ ਜੀ, ਵਾਹ ਜੀ ਵਾਹ, ਥੈਂਕ ਯੂ। ਧੰਨਵਾਦ ਜੀ। ਤੇ ਮੈਂ ਜਗਜੀਤ ਭੈਣ ਜੀ ਦਾ ਅਫਸੋਸ ਕਰਦੀ ਆ। ਸ਼ੀ ਵਾਸ ਵੈਰੀ ਕਲੋਜ਼ ਟੂ ਮੀ। ਜੀ ਵਾਹ ਜੀ ਜੀ ਉਹਦਾ ਘਾਟਾ ਵਾਕਿਆ ਸਾਨੂੰ ਬਹੁਤ ਪਿਆ ਹੈ। ਰਾਈਟ, ਥੈਂਕ ਯੂ ਭੈਣ ਜੀ। ਤੇ ਜਿਹੜੇ ਹੁਣ ਭਾਈ ਸਾਹਿਬ ਆਏ ਹੈਗੇ ਤੇ ਹੁਣ ਜਾਣ ਲੱਗੇ ਇੰਡੀਆ ਨੂੰ, ਮੈਂ ਤਾਂ ਇਹ ਕਹਿੰਨੀ ਜਰਾ ਬਚ ਕੇ ਰਿਓ। ਹਾਂ ਜੀ ਅੱਜ ਜੀ। ਕਿਉਂ ਭੈਣ ਜੀ, ਕੀ ਖਦਸ਼ਾ, ਕੀ ਡਰ ਕੀ ਹੈਗਾ? ਨਹੀਂ ਸਾਡਾ ਅਸੀਂ ਇੱਕ ਪਾਸੇ ਨੂੰ ਲੱਗੇ, ਸਾਡਾ ਜਿਹੜਾ ਸਬਜੈਕਟ ਡਿਫਰੈਂਟ ਹੈਗਾ ਕਿ ਅਸੀਂ ਆਪਣੀ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨਾ ਆ। ਜੀ ਜਿਹੜੀਆਂ ਪਾਰਟੀਆਂ ਹੈਗੀਆਂ ਹੁਣ ਭਾਈ ਸਾਹਿਬ ਆਮ ਪਾਰਟੀ ਵਾਲੇ ਦੇ ਬੰਦੇ ਹੁਣ ਆਇਆ ਸੀ ਨਾ ਜੀ, ਮੈਂ ਕਿਹਾ ਥੋੜਾ ਬਚ ਕੇ ਰਹੋ ਕਿ ਉਹਨਾਂ ਦਾ ਨਿਸ਼ਾਨ ਝਾੜੂ ਆ। ਥੈਂਕ ਯੂ ਭੈਣ ਜੀ ਸਮਾਂ ਦੇਣ ਲਈ। ਔਰ ਭੈਣ ਜੀ ਥੈਂਕ ਯੂ ਸੋ ਮਚ, ਥੈਂਕ ਯੂ ਸਰ। ਸ਼ੁਕਰੀਆ Thank you ਜੀ very ਡਾਕਟਰ much, ਸਾਹਿਬ, ਸੌਰੀ। ਹਾਂਜੀ ਚਲੋ ਭੈਣ ਜੀ ਨੇ ਵੀ ਗੱਲ ਬੜੀ ਵਧੀਆ ਕੀਤੀ ਆ ਜੀ। ਵੀ ਹੁਣ ਸਿਆਸਤਦਾਨਾਂ ਦਾ ਇੱਕ ਅਕਸ ਉਹ ਭੈਣ ਜੀ ਦੀ ਗੱਲ ਜੋ ਸਾਡੇ ਸਾਹਮਣੇ ਆ ਗਿਆ। ਜੀ। ਇਹਦਾ ਮਸਲਾ ਇਹ ਹੈਗਾ ਕਿਉਂਕਿ ਸਾਨੂੰ ਸੱਥ ਦੀ ਗੱਲ ਤੁਸੀਂ ਕੀਤੀ ਸੀ। ਸੱਥ ਕਿਉਂ ਸ਼ੁਰੂ ਹੋਈ? ਸੱਥ ਇਸੇ ਕਰਕੇ ਸ਼ੁਰੂ ਹੋਈ ਵੀ ਅਸੀਂ 50 ਸਾਲਾਂ ਦੇ ਵਿੱਚ, ਉਦੋਂ ਤੱਕ ਤਕਰੀਬਨ 50 ਸਾਲ 45 ਸਾਲ ਹੋਏ ਸੀ ਜਦੋਂ ਸ਼ੁਰੂ ਹੁੰਦੀ ਆ, ਵੀ ਅਸੀਂ ਜੋ ਤਬਦੀਲੀਆਂ ਦੇਖਣੇ ਚਾਹੁੰਦੇ ਸੀ ਉਹ ਨਹੀਂ ਹੋ ਸਕੀਆਂ। ਜੀ ਸ਼ੋਰ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮੈਂ ਜ਼ਿਕਰ ਕਰਦਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਆਪਣੀ ਵਿਰਾਸਤ ਨਾਲੋਂ ਟੁੱਟਦੇ ਇੰਨੀ ਬੁਰੀ ਤਰ੍ਹਾਂ ਟੁੱਟ ਗਏ, ਅਸੀਂ ਹੀਣ ਭਾਵਨਾ ਦਾ ਸ਼ਿਕਾਰ ਹੋ ਗਏ। ਬਿਲਕੁਲ। ਉਹ ਹੀਣ ਭਾਵਨਾ ਦਾ ਸ਼ਿਕਾਰ ਦੇ ਵਿੱਚੋਂ ਹੀ ਆ ਦੂਜੀਆਂ ਜ਼ੁਬਾਨਾਂ ਦੇ ਨਾਲ ਜੁੜਨ ਦੀ ਗੱਲ, ਦੂਜੇ ਕਿਸਮ ਦੇ ਪਹਿਰਾਵੇ ਦੀ, ਦੂਜੇ ਕਿਸਮ ਦੇ ਰਸਮ ਰਿਵਾਜਾਂ ਦੀ, ਦੂਸਰੇ ਕਿਸਮ ਦੇ ਵਿਆਹਾਂ ਦੀ, ਜੋ ਸਾਡਾ ਰਹਿਣ ਸਹਿਣ ਹੈ ਉਸ ਸਮੁੱਚੇ ਤੌਰ ਤੇ ਤਬਦੀਲ ਹੋਇਆ, ਖਾਣ ਪੀਣ ਤਬਦੀਲ ਹੋਇਆ, ਉਹਦੇ ਨਾਲ ਸਾਡੀ ਮਾਨਸਿਕਤਾ ਵੀ ਤਬਦੀਲ ਹੋਈ। ਸ਼ੋਰ। ਤੇ ਇਹਦੇ ਵਾਸਤੇ ਹੁਣ ਕੀ ਕੀਤਾ ਜਾਵੇ? ਜੀ। ਹੁਣ ਤੁਸੀਂ ਸੱਥ ਦਾ ਮੇਰੇ ਨਾਲ ਜੋੜ ਕੇ ਦੇਖੀ ਜਾਂਦੇ ਹੋ। ਸੱਥ ਦੇ ਤਾਂ ਸ਼ਬਦਿਕ ਅਰਥ ਵੀ ਕੁਝ ਬੰਦਿਆਂ ਦਾ ਸਮੂਹ ਹੁੰਦਾ ਹੈ। ਜੀ। ਮੈਂ ਇਕੱਲਾ ਨਹੀਂ ਸੀਗਾ। ਇਸ ਬਹੁਤ ਸਾਰੇ ਲੋਕਾਂ ਦੀ ਰਾਏ ਸੀ ਵੀ ਇਹਦੇ ਵਾਸਤੇ ਕੁਝ ਸਾਨੂੰ ਸੋਚਣਾ ਚਾਹੀਦਾ, ਗੰਭੀਰਤਾ ਨਾਲ ਸੋਚਣਾ ਚਾਹੀਦਾ। ਜਦੋਂ ਸੱਥ ਸ਼ੁਰੂ ਹੁੰਦੀ ਆ ਤਾਂ ਅਸੀਂ ਇਹ ਇੱਕ ਨਵਾਂ ਤਜਰਬਾ ਕੀਤਾ ਸੀ। ਇਸ ਤਜਰਬੇ ਦੇ ਵਿੱਚ ਉਹ ਰਵਾਇਤੀ ਕਿਸਮ ਦੀ ਕੋਈ ਜਥੇਬੰਦੀ ਨਹੀਂ। ਰਾਈਟ। ਸਾਡੇ ਕੋਲ ਕੋਈ ਪੈਸਾ ਨਹੀਂ ਸੀਗਾ ਤੇ ਸਾਡੇ ਕੋਲੇ ਕੋਈ ਦਫ਼ਤਰ ਨਹੀਂ, ਸਾਡੇ ਕੋਲੇ ਕੋਈ ਅਹੁਦੇਦਾਰ ਨਹੀਂ, ਸਾਡਾ ਕੋਈ ਸੰਵਿਧਾਨ ਨਹੀਂ, ਸਾਡੇ ਕੋਈ ਮੈਂਬਰਸ਼ਿਪ ਨਹੀਂ ਨਾ। ਇਹੋ ਹੀ ਗੱਲ ਤੇ ਆਉਣ ਲੱਗਾ। ਫਿਰ ਅਸੀਂ ਲੋਕਾਂ ਤੇ ਯਕੀਨ ਕਰਕੇ ਪੰਜਾਬ ਦੇ ਭਾਈਚਾਰੇ ਤੇ ਤੁਹਾਡੇ ਤੇ, ਇੱਕ ਤਾਂ ਅਸੀਂ ਤੁਹਾਨੂੰ ਪ੍ਰਵਾਸੀਆਂ ਨੂੰ ਕਦੇ ਪ੍ਰਵਾਸੀ ਨਹੀਂ ਕਿਹਾ ਜੀ। ਤੁਸੀਂ ਸਾਡੇ ਭਰਾ ਹੋ। ਜੀ। ਰੋਟੀ ਰੋਜ਼ੀ ਦੇ ਸਿਲਸਿਲਾ ਸਗਲੀ ਧਰਤੀ ਸਾਧ ਕੇ ਗੁਰੂ ਸਾਹਿਬ ਸਾਡੇ ਦੇ ਕੇ ਗਏ ਨੇ। ਵਾਹ ਵਾਹ। ਦੂਜੀ ਗੱਲ ਜਿਹੜੀ ਹੁਣੇ ਕੜਿਆਣਾ ਸਾਹਿਬ ਨੇ ਵੀ ਕੀਤੀ ਸੀ, ਹੁਣ ਆਪਾਂ ਵੀ ਕਰਦੇ ਹਾਂ, ਪੰਜਾਬ ਕੱਲਾ ਜਾਂ ਪੰਜਾਬੀ ਬੋਲੀ ਕੱਲੀ ਇੱਕ ਭਾਈਚਾਰੇ ਦੀ ਨਹੀਂ ਗੀ। ਜੀ। ਪੰਜਾਬ ਨੂੰ ਪਰਿਭਾਸ਼ਿਤ ਕੀਤਾ ਅਸੀਂ। ਪੰਜਾਬ ਕਿੱਥੋਂ ਤੱਕ ਰਿਹਾ? ਜਿੱਥੋਂ ਤੱਕ ਪੰਜਾਬੀ ਬੋਲੀ ਜਾਂਦੀ ਆ। ਪੰਜਾਬ ਕਿੱਥੋਂ ਤੱਕ ਰਿਹਾ? ਜਿੱਥੋਂ ਤੱਕ ਸਾਡਾ ਇਤਿਹਾਸ, ਸੱਭਿਆਚਾਰਕ ਰਵਾਇਤਾਂ ਸਾਂਝੀਆਂ ਨੇ। ਪੰਜਾਬ ਕਿੱਥੋਂ ਤੱਕ ਰਿਹਾ? ਜਿੱਥੋਂ ਤੱਕ ਹੀਰ ਦਾ ਕਿੱਸਾ ਫੜ ਕੇ ਲੋਕੀ ਝੂਮਣ ਲੱਗ ਜਾਣ। ਹੈ ਤੇ ਉਹ ਕੋਈ ਵੀ ਹੋ ਸਕਦੇ ਆ। ਉਹ ਕੋਈ ਦਾੜੀ ਕੇਸ ਵਾਲਾ ਵੀ ਹੋ ਸਕਦਾ ਹੈ, ਉਹ ਕੋਈ ਸੁੰਨਤ ਵਾਲਾ ਵੀ ਹੋ ਸਕਦਾ ਹੈ, ਉਹ ਕੋਈ ਜੰਝੂ ਵਾਲਾ ਵੀ ਹੋ ਸਕਦਾ ਹੈ। ਸੋ ਅਸੀਂ ਪੰਜਾਬ ਨੂੰ ਇਸ ਤਰ੍ਹਾਂ ਸੋਚਣ ਦੀ ਕੋਸ਼ਿਸ਼ ਕੀਤੀ। ਸੋ ਸਾਡੀ ਇਕਜੁੱਟ ਤੇ ਜਿਹੜੀ ਪੰਜਾਬ ਦੀ ਵਿਰਾਸਤ ਹੈ ਉਹਦੇ ਜਿਹੜੇ ਸਿਹਤਮੰਦ ਅੰਸ਼ ਨੇ। ਹੁਣੇ ਗੱਲ ਲੱਚਰਤਾ ਦੀ ਵੀ ਆਈ ਸੀ ਥੋੜੀ ਜਿਹੀ। ਲੱਚਰਤਾ ਕਿਹਨੇ ਲੈ ਕੇ ਆਂਦੀ? ਅਸੀਂ ਕਿਉਂ? ਕਿਉਂਕਿ ਅਸੀਂ ਜਦੋਂ ਬੇਮੁਖ ਹੋ ਗਏ ਆਪਣੀ ਪੁਰਾਣੀ ਵਿਰਾਸਤ ਤੋਂ, ਉਸ ਬੇਮੁਖਤਾਈ ਦੇ ਵਿੱਚੋਂ ਉਹ ਲੱਚਰਤਾ ਵਪਾਰੀਆਂ ਨੇ ਸਾਨੂੰ ਫੜ ਲਿਆ, ਕੈਚ ਕਰ ਲਿਆ। ਤੇ ਹੁਣ ਜਿਹੜੀ ਸਾਡਾ ਸਾਰਿਆਂ ਨੂੰ ਵੱਡਾ ਖਦਸ਼ਾ ਇਸ ਵੇਲੇ, ਸੱਥ ਦੀਆਂ ਬੜੀਆਂ ਪ੍ਰਾਪਤੀਆਂ ਨੇ ਜੋ ਮੈਂ ਗਿਣਨ ਲੱਗਾ ਹੈ ਤੇ ਉਹ ਮੇਰੀਆਂ ਪ੍ਰਾਪਤੀਆਂ ਨਹੀਂ ਗਈਆਂ। ਜੀ ਜੀ ਜੀ। ਸੱਥ ਸਾਰੀ ਦੁਨੀਆ 'ਚ ਕੰਮ ਕਰ ਰਹੀ ਆ। 250 ਦੇ ਲਗਭਗ ਅਸੀਂ ਕਿਤਾਬਾਂ ਛਾਪੀਆਂ ਨੇ। ਮੈਂ ਕੋਈ ਲਿਖਾਰੀ ਨਹੀਂ, ਮੈਂ ਤੁਹਾਡੇ ਸਾਹਮਣੇ ਦਰਸ਼ਕਾਂ ਦੇ ਹੋਏ ਤੇ ਇਹਦੇ ਬਾਵਜੂਦ ਉਹ ਕਿਤਾਬਾਂ ਉਹਨਾਂ ਮੁੱਦਿਆਂ ਦੇ ਉੱਤੇ ਆਧਾਰਿਤ ਨੇ ਜਿਹੜੇ ਪੰਜਾਬ ਦੇ ਸਮਾਜ ਨੂੰ ਕਿਸੇ ਨਾ ਕਿਸੇ ਢੰਗ ਨਾਲ ਖੱਬਿਓਂ ਸੱਜਿਓਂ ਪ੍ਰਭਾਵਿਤ ਕਰ ਰਹੀਆਂ ਨੇ। ਨਸ਼ਿਆਂ ਦੀ ਗੱਲ ਹੋਵੇ, ਫਿਰ ਜਿਹੜੀ ਧੀਆਂ ਭੈਣਾਂ ਦੀ ਬੇਹਰਮਤੀ ਦੀ ਗੱਲ ਹੋਵੇ, ਪ੍ਰਵਾਸ ਦੀ ਗੱਲ ਹੋਵੇ, ਜਿਹੜਾ 47 ਵਾਲਾ ਬਹੁਤ ਵੱਡਾ ਘੱਲੂਘਾਰਾ ਸੀ ਉਹਦੀ ਗੱਲ ਹੋਵੇ, ਉਹ ਤਾਂ ਪੰਜਾਬੀਆਂ ਨੇ ਮੰਗਿਆ ਨਹੀਂ ਸੀਗਾ ਤੇ ਉਹ ਸਾਡੇ ਗਲ ਪੈ ਗਿਆ। ਤੇ ਉਸ ਤੋਂ ਬਾਅਦ ਵੀ ਅਸੀਂ ਜਿਹੜੀਆਂ ਜੱਦੋ ਜਹਿਦਾਂ ਦੇ ਵਿੱਚ ਲੰਘਦੇ ਰਹੇ, ਭਾਵੇਂ ਉਹਨਾਂ ਦੀ ਗੱਲ ਹੋਵੇ। ਹੁਣ ਜਿਹੜੀ ਇਸ ਵੇਲੇ ਦੀ ਗੱਲ ਹੈ ਉਹ ਵਾਤਾਵਰਣ ਦੀ ਮੈਂ ਪਹਿਲਾਂ ਵੀ ਕੀਤੀ ਸੀ, ਮੈਂ ਫਿਰ ਸ਼ਿੱਦਤ ਨਾਲ ਕਰਦਾ ਵੀ ਜੇ ਵਾਤਾਵਰਣ ਨਾ ਬਚਿਆ, ਕਿਉਂਕਿ ਪੰਜਾਬ ਹੀ ਦੁਨੀਆ ਦੀ ਕਿਹੋ ਜਿਹੀ ਧਰਤੀ ਹੈ ਜਿਹਦਾ ਨਾ ਪਾਣੀ ਦੇ ਉੱਤੇ ਆਧਾਰਿਤ ਹੈ। ਪੰਜਾਬ ਤੇ ਪੰਜਾਬ ਤੋਂ ਗਾਂ ਫਿਰ ਦੁਆਬੇ ਆ, ਦੋਆਬ, ਤੇ ਹੁਣ ਉੱਥੇ ਪਾਣੀ ਮੁੱਕ ਰਿਹਾ ਹੈ। ਤੇ ਫਿਰ ਅਸੀਂ ਸਾਡੀ ਕਿਹੜੀ ਵਿਰਾਸਤ, ਜਿਹੜਾ ਸਾਡਾ ਵਿਕਾਸ ਹੈ ਉੱਥੇ। ਹੁਣ ਇੱਕ ਚੰਗੀ ਗੱਲ ਹੋਈ ਹੈ, ਮੈਂ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਵਧਾਈ ਦਿੰਦਾ। ਅੱਗੇ ਤੁਸੀਂ ਇੱਧਰਲੇ ਪੈਸੇ ਦੇ ਨਾਲ ਉੱਥੇ ਸਾਰੇ ਪੰਜਾਬ ਵਿੱਚ ਬੜੇ ਬੜੇ ਮਹੱਲ, ਕੋਠੀਆਂ, ਬੜਾ ਕੁਝ ਉਸਾਰਿਆ। ਹੁਣ ਤੁਸੀਂ ਜਰਾ ਰੁਕ ਗਏ ਹੋ ਤੇ ਉਹ ਕੀ ਅਰਥ ਹੋਊਗਾ ਉਹਨਾਂ ਦਾ?
ਕਿੱਧਰ ਨੂੰ ਜਾਵਾਂਗੇ ਅਸੀਂ ਜੇ ਸੋਈ ਪੰਜਾਬ ਸਾਡੇ ਵਾਸਤੇ ਬਚਾਉਣਾ, ਆਪਣੀ ਵਿਰਾਸਤ ਦੀ ਸਿਹਤਮੰਦ ਕਦਰਾਂ ਕੀਮਤਾਂ ਨੂੰ ਬਚਾਉਣਾ, ਉਹੋ ਜਿਹੀ ਗਾਇਕੀ ਨੂੰ ਬਚਾਉਣਾ, ਉਹੋ ਜਿਹੀਆਂ ਜਿਹੜੇ ਭਾਈਚਾਰਕ ਨੂੰ ਸਾਂਝਾਂ ਨੂੰ ਬਚਾਉਣਾ, ਵੱਡਿਆਂ ਦਾ ਆਦਰ ਸਤਿਕਾਰ, ਆਪਸ ਦੇ ਵਿੱਚ ਪਿਆਰ, ਛੋਟਿਆਂ ਨਾਲ ਮੋਹ ਮਮਤਾ, ਧੀਆਂ ਭੈਣਾਂ ਦੀ ਇੱਜ਼ਤ। If you've taken out a loan, mortgage or credit card, you may be in the dark as to whether you've paid PPI. You could be owed thousands. At haveigotppi.com, we'll find out for you. It's easy. Just give us the name of your lender and we'll do the rest. We've already secured millions of pounds for our clients and there's still billions to be paid out. Some of that money could be yours. Make today a brighter day and find out if you could be owed thousands. Simply text PPI to 80800. Have I got PPI.com? The goalie has studied every one of your shots. She knows you're going for her left corner. She even teases you, calling the shot. But her legs are the ones trembling, not yours. Time to shine. Extra. Mouth ulcer? Bonjela relieves pain in just 3 minutes and reduces inflammation. Bonjela, nothing stronger for mouth ulcers. It's great when you can totally relax. Welcome to TalkTalk's new fixed low-price broadband plans, giving you complete peace of mind. We guarantee there'll be no unexpected price hikes throughout your 18-month contract on our broadband and fibre plans. So no more deals that only last a few months. Just one low price for your whole 18-month contract. TalkTalk broadband is totally unlimited. You can surf, stream and download as much as you like. Our fixed price plans start at $22.95 with line rental included. They're available now to everyone, whether you're a new customer or already with us. Get totally unlimited broadband, including line rental, plus our powerful super router at the fixed low price of $22.95 a month. That's great value through to 2018. Because peace of mind matters. Visit talktalk.co.uk or call 0800 542 7346. TalkTalk. For everyone. Some dude said there's a balance in the universe. The yin, the yang. Just that sometimes it all goes too yingy. Or too yangy. When you need some emergency cash, you can turn to Sunny. It's all cool if you want to pay back early and save some pounds on interest. That's life support. Swing by their site. Stress not. Fast, flexible loans from £100 at sunny.co.uk. L&B Bathrooms and Plumbing Supplies South Hall ਵਿੱਚ ਇੱਕ ਸ਼ਾਨਦਾਰ ਸ਼ੋਰੂਮ ਹੈ ਜਿੱਥੇ ਹਰ ਤਰ੍ਹਾਂ ਦੀ ਵਧੀਆ ਤੋਂ ਵਧੀਆ ਬਾਥਰੂਮ ਸਵੀਟਸ, branded bath accessories, showers, steam enclosures, tiles, radiators, boilers, mega flows, plumbing ਤੇ heating ਦਾ ਸਾਰਾ ਸਮਾਨ ਵਾਜਬ ਰੇਟਸ ਤੇ ਮਿਲਦਾ ਹੈ। डिजाइनर बाथरूम्स लिए याद रखो L&B Plumbing and Bathrooms 229-2231 L&B Road South Hall. Phone 0208-575-3756. ਵਿਰਸੇ ਦੇ ਵਾਰਸ ਵੇਖ ਰਹੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਬਹੁਤ ਸਾਰੀਆਂ ਖਾਸ ਗੱਲਾਂ ਡਾਕਟਰ ਨਿਰਮਲ ਸਿੰਘ ਜੀ ਹੋਣੀ ਆਪਣੀ ਜ਼ੁਬਾਨੋਂ ਦੱਸ ਰਹੇ ਨੇ ਵਿਰਸੇ ਦੇ ਬਾਰੇ 'ਚ ਕੁਝ ਗੱਲਾਂ ਪੰਜਾਬ ਤੋਂ ਸਾਡੇ ਸਾਥੀ ਸਰੂਪ ਸਿੰਘ ਜੀ ਕੜਿਆਣਾ ਢਾਡੀ ਹੋਣ ਦੇ ਨਾਤੇ ਉਹਨਾਂ ਨੇ ਸਾਂਝੀਆਂ ਕੀਤੀਆਂ ਤੇ ਉਮੀਦ ਕਰਦੇ ਆ ਹੁਣ ਅਗਲੇ ਹਾਫ 'ਚ ਕੁਝ ਕੋਲਾਂ ਵੀ ਅਸੀਂ ਲਵਾਂਗੇ। ਵਿਚਾਰਾਂ ਸਿਰਫ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨੂੰ ਬਚਾਉਣ ਬਾਰੇ, ਪੰਜਾਬੀ ਦੇ ਸੰਬੰਧ 'ਚ ਹੋ ਰਹੀਆਂ ਨੇ। ਡਾਕਟਰ ਸਾਹਿਬ ਕੁਝ ਗੱਲਾਂ ਮੈਨੂੰ ਕਿਸੇ ਸੱਜਣ ਨੇ ਭੇਜੀਆਂ, ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਹਾਂਜੀ, ਕਿੱਥੋਂ ਤੱਕ ਇਹ ਸੱਚਾਈ ਹੈ ਇਹਦਾ ਤੁਸੀਂ ਲਿਖਾ ਜੋਖਾ ਕਰ ਸਕਦੇ ਹੋ। ਦਰਸ਼ਕੋ, ਕਿਸੇ ਸੱਜਣ ਨੇ ਲਿਖਿਆ, ਤਵਾਰੀਖ ਦੀ ਜ਼ੁਬਾਨ 'ਤੇ ਇੱਕ ਹੋਰ ਧੋਖਾ ਧਰ ਰਹੇ ਹਾਂ, ਭਗਤ ਸਿੰਘਾ ਤੇਰੇ ਆਉਣ ਦੀ ਉਡੀਕ ਕਰ ਰਹੇ ਹਾਂ। ਉਹ ਅੱਗੇ ਲਿਖਦਾ, ਨੌਜਵਾਨਾਂ ਨੂੰ ਜੀ, ਕਿਤਾਬਾਂ ਲੈ ਕੇ ਸਾਥੋਂ ਜਾਂਦਾ ਨਹੀਂ ਪੜ੍ਹਿਆ, ਕਿਤਾਬਾਂ ਲੈ ਕੇ ਸਾਥੋਂ ਜਾਂਦਾ ਨਹੀਂ ਬੈਠਿਆ, ਕੁੜੀਆਂ ਦੇ ਕਾਲਜ ਅੱਗੇ ਤਿੱਖੜ ਦੁਪਹਿਰ ਸੜ ਰਹੇ ਹਾਂ। ਅੱਗੇ ਉਹ ਲਿਖਦਾ,
ਜ਼ਮੀਰ ਨੂੰ ਬਣਾ ਕੇ ਜ਼ਮੂਰਾ ਵੋਟਾਂ ਵਾਲੇ ਡੱਬੇ 'ਚ ਅਸੀਂ ਕੱਤਿਆ ਜ਼ਮੀਰ ਨੂੰ ਬਣਾ ਕੇ ਜ਼ਮੂਰਾ ਵੋਟਾਂ ਵਾਲੇ ਡੱਬੇ 'ਚ ਅਸੀਂ ਕੱਤਿਆ ਫੇਰ ਲਾ ਕੇ ਜਰਦਾ ਨੇਤਾ ਨੂੰ ਗਾਲਾਂ ਕੱਢੀਏ ਪੀੜ੍ਹੀ ਤੋਂ ਹੀ ਇਦਾਂ ਗੁਜ਼ਰ ਰਹੇ ਹਾਂ। ਅੱਗੇ ਉਹ ਕਹਿੰਦੇ ਆ ਆਉਣ ਵਾਲੀਆਂ ਨਸਲਾਂ ਬਣਾ ਕੇ ਸਾਡੇ ਬੁੱਤ ਕੁੱਟਣੇ ਆਉਣ ਵਾਲੀਆਂ ਨਸਲਾਂ ਬਣਾ ਕੇ ਸਾਡੇ ਬੁੱਤ ਕੁੱਟਣੇ ਜ਼ਮੀਰ ਵੇਚਤੀ ਅਣਖ ਪੈਰੇ ਟੇਕਤੀ ਬਸ ਮੰਜੇ ਉੱਤੇ ਪਏ ਇਨਕਲਾਬ ਕਰ ਰਹੇ ਆ ਕੀ ਮਹਿਸੂਸ ਕਰ ਰਹੇ ਹੋ? ਬਹੁਤ ਖੂਬਸੂਰਤ ਜਿੰਨੀਆਂ ਗੱਲਾਂ ਮੈਂ ਕਹਿਣੀਆਂ ਸੀ ਆ ਤੁਸੀਂ ਕਵਿਤਾ ਦੀਆਂ ਸਤਰਾਂ ਹੀ ਥੋੜੇ ਸ਼ਬਦਾਂ 'ਚ ਕਹਿਤੀਆਂ ਨੇ ਤੇ ਬੜੀ ਵਧੀਆ ਇਹੋ ਹੀ ਪੰਜਾਬ ਦੀ ਜਿਹੜੀ ਤਸਵੀਰ ਕਿਸੇ ਵੀ ਜਿਹਨੇ ਸੱਜਣ ਨੇ ਲਿਖੀ ਆ ਉਹਨੇ ਖਿੱਚੀ ਹੈ ਬਹੁਤ ਬਹੁਤ ਉਹਦੇ ਧੰਨਵਾਦੀ ਹਾਂ। ਤੇ ਹੁਣ ਇਹਦੇ ਰਾਹੀਂ ਮੈਂ ਹੁਣ ਜਿਹੜੀ ਗੱਲ ਗਾਂਹ ਤੋਰੀਏ ਜਦੋਂ ਸੱਥ ਦੀ ਗੱਲ ਸ਼ੁਰੂ ਹੁੰਦੀ ਆ ਨਾ ਸੱਥ ਸਮੂਹਕ ਰੂਪ ਦੇ ਵਿੱਚ ਬੈਠ ਕੇ ਆਪਣਾ ਭਲਾ ਬੁਰਾ ਆਪ ਸੋਚਣ ਦੀ ਗੱਲ ਹੁੰਦੀ ਆ। ਇਹਦੇ ਵਿੱਚ ਜਦੋਂ ਪੰਜਾਬੀ ਸੱਥ ਭਾਵੇਂ ਜਲੰਧਰ 'ਚ ਚਾਲੂ ਹੋ ਗਈ ਸੀ 10 ਸਾਲ ਉੱਥੇ ਚੱਲਦੀ ਰਹੀ ਸਾਹਿਤ ਵੀ ਛਪਿਆ ਪਰ ਜਦੋਂ ਇਹ ਤੁਹਾਡੇ ਮੁਲਕ 'ਚ ਆਈ ਆ ਮੇਰੇ ਵੀਰ ਛੋਟੇ ਕੋਲੇ ਮੋਤਾ ਸਿੰਘ ਕੋਲੇ ਆਈ ਤੇ ਤੁਹਾਡੇ ਕੋਲੇ ਆਈ ਤੇ ਤੁਸੀਂ ਇਹਨੂੰ ਖੰਭ ਲਾ ਕੇ ਜਿਵੇਂ ਅਸਮਾਨਾਂ ਤੇ ਉੱਡਣ ਲਾਤਾ ਤੇ ਉਦੋਂ ਵੀ ਗਾਂ ਅੱਜ ਜਦੋਂ ਤੁਸੀਂ ਚੈਨਲ ਤੇ ਲੈ ਆਂਦਾ ਸਾਥੀ ਫਿਰ ਚੈਨਲ ਤੇ ਅਜਿਹੇ ਮੁੱਦੇ ਲਿਆਂਦੇ ਹੁਣ ਮੈਂ ਇਸ ਕਰਕੇ ਨਹੀਂ ਵੀ ਇਸ ਨੂੰ ਸਮਝ ਰਿਹਾ ਵੀ ਮੈਂ ਤੁਹਾਡੀ ਸਿਫਤ ਸਲਾਹ ਕਰ ਰਿਹਾ ਮੈਂ ਇੱਕ ਨਿਰਪੱਖ ਹੋ ਕੇ ਗੱਲ ਕਰ ਰਿਹਾ ਵੀ ਜਦੋਂ ਅਸੀਂ ਬੜੇ ਚੈਨਲ ਦੇਖਦੇ ਹਾਂ ਸਾਡੇ ਆਪਣੇ ਦੇਸ਼ ਵਾਲੇ ਵੀ ਬਾਹਰ ਵੀ ਮੈਂ ਅਕਸਰ ਘੁੰਮਦਾ ਰਹਿਣਾ ਤੁਸੀਂ ਕਿਹਾ ਮੈਂ ਅਮਰੀਕਾ ਕੈਨੇਡਾ ਘੁੰਮਦਾ ਆਇਆ ਤੇ ਉੱਥੇ ਜਾ ਕੇ ਵੀ ਚੈਨਲਾਂ ਦੇ ਵਿੱਚ ਬੜੀਆਂ ਸਤਹੀ ਜਿਹੀਆਂ ਗੱਲਾਂ ਬੜੇ ਕਾਮਕ ਜੇ ਦ੍ਰਿਸ਼ ਬੜੇ ਮਤਲਬ ਘਟੀਆ ਤਾਂ ਮੈਂ ਨਾ ਕਵਾਂ ਕਿਉਂਕਿ ਮੈਂ ਕੋਈ ਬਹੁਤ ਵੱਡਾ ਕਲਾਕਾਰ ਜਿਹਾ ਹੈ ਨਹੀਂਗਾ ਗੀਤ ਸੰਗੀਤ ਹੈ ਤੇ ਜਿਹੜੇ ਸਾਡੀਆਂ ਧੀਆਂ ਭੈਣਾਂ ਜਿਵੇਂ ਨੱਚਦੀਆਂ ਟੱਪਦੀਆਂ ਨੇ ਜੋ ਵੀ ਕਰਦੇ ਵਕਤ ਲੰਘਾਊ ਡੰਗ ਟਪਾਊ ਹੈ ਤੇ ਜੇ ਉਹ ਕਹੀਏ ਤੇ ਤੁਸੀਂ ਚੈਨਲ ਤੋਂ ਆ ਪਹਿਲੀ ਵਾਰ ਹੋ ਰਿਹਾ ਹੈ ਵੀ ਕੋਈ ਚੈਨਲ ਪੰਜਾਬੀ ਸੱਥ ਦੇ ਸਹਿਯੋਗ ਨਾਲ ਸਾਰੀ ਦੁਨੀਆ 'ਚ ਪੰਜਾਬ ਨੂੰ ਜਿਹੜੇ ਨਾਲ ਸੰਬੰਧਿਤ ਮੁੱਦੇ ਨੇ ਗੰਭੀਰ ਮੁੱਦੇ ਉਹਨਾਂ ਨੂੰ ਇਸ ਸ਼ਿੱਦਤ ਨਾਲ ਉਭਾਰ ਰਿਹਾ ਹੈ। ਇਹ ਤੁਹਾਡੀ ਬਹੁਤ ਵੱਡੀ ਮੈਂ ਤੁਹਾਡੇ ਰਾਹੀਂ ਤੁਹਾਡੀ ਗੱਲ ਵਿਚਾਲੇ ਆ ਮੈਂ ਚੈਨਲ ਵਾਲਿਆਂ ਦਾ ਤੁਹਾਡਾ ਦੋਹਾਂ ਦਾ ਤੇ ਮੋਤਾ ਸਿੰਘ ਦਾ ਭਾਵੇਂ ਤੁਸੀਂ ਮੇਰੇ ਤੋਂ ਛੋਟੇ ਹੋ ਮੈਂ ਧੰਨਵਾਦ ਕਰਦਾ। ਅਸੀਂ ਇਹ ਗੱਲ ਆਪਣੇ ਸਿਰ ਨਹੀਂ ਲੈਂਦੇ ਅਸੀਂ ਇਹ ਗੱਲ ਸਾਰੀ ਦੇ ਸਾਰੇ ਦਰਸ਼ਕਾਂ ਤੇ ਛੱਡਦੇ ਹਾਂ। ਮੈਂ ਸਮਝਦਾ ਜਿਹੜੇ ਦਰਸ਼ਕ ਸਾਨੂੰ ਵਾਰਵਟ ਕਹਿੰਦੇ ਆ ਕਿ ਸਾਨੂੰ ਬੇਨਤੀ ਨੂੰ ਹੁਕਮ ਕਰੋ ਉਹ ਸਾਡੀ ਬੇਨਤੀ ਨੂੰ ਹੁਕਮ ਕਰਕੇ ਮੰਨਦੇ ਆ। ਇੱਕ ਕੋਲ ਆ ਗਈ ਜਰਮਨ ਤੋਂ ਆਪਾਂ ਲੈ ਲਈਏ ਉਸ ਤੋਂ ਬਾਅਦ ਗੱਲ ਕਰਦੇ। ਹੈਲੋ ਹਾਂਜੀ ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਜੀ? ਗਾਚਾ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਡਾਕਟਰ ਸਾਹਿਬ ਤੇ ਸਰਾਜ ਸਾਹਿਬ ਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕੇਸ਼ਰੀ ਬੋਲ ਰਿਹਾ ਜੀ। ਕੇਸ਼ਰੀ ਜੀ ਤੁਹਾਨੂੰ 2 ਵਾਰ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਜੀ? ਇੱਕ ਵਾਰ ਨਾਲ ਹੀ ਸਰ ਜਾਣਾ। ਚਲੋ ਅੱਜ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ ਤਾਂ ਡਾਕਟਰ ਸਾਹਿਬ ਨੂੰ ਜੀ ਆਇਆਂ ਜੀ ਤੁਹਾਡਾ ਬਹੁਤ ਧੰਨਵਾਦ। ਗੱਲ ਬੋਲੀ ਦੀ ਹੋ ਰਹੀ ਹੈ ਹੁਣ ਬੋਲੀ ਸਾਡੀ ਨਾ ਤਾਂ ਪੰਜਾਬ ਤੱਕ ਆ ਤੇ ਨਾ ਹਿੰਦੁਸਤਾਨ ਤੱਕ ਆ ਜੀ। ਹਿੰਦੁਸਤਾਨ 'ਚ ਕੌਮੀ ਬੋਲੀ ਹੈ ਤੇ ਜਦੋਂ ਹਿੰਦੁਸਤਾਨ ਤੋਂ ਬਾਹਰ ਨਿਕਲਦੇ ਕੌਮਾਂਤਰੀ ਬੋਲੀ ਬਣ ਜਾਂਦੀ ਕਿਉਂਕਿ ਆਪਾਂ ਸਾਰੇ ਮੁਲਕਾਂ 'ਚ ਵਸਦੇ ਹਾਂ। ਜੀ ਕਮਾਲ ਦੀ ਗੱਲ ਕੀਤੀ। ਇਹ ਜਿਹੜੀ ਪਹਿਲਾਂ ਸੀਗਾ ਵੀ 8ਵੀਂ ਸੂਚੀ 'ਚ ਸੰਵਿਧਾਨ 'ਚ ਨਹੀਂ ਸ਼ਾਮਲ ਸੀਗੀ ਹੁਣ ਉਹ ਦੇਖੋ ਨੋਟਾਂ ਤੇ ਸਾਡੀ ਪੰਜਾਬੀ ਲਿਖੀ ਜਿਹੜੀਆਂ 18 ਕੌਮੀ ਬੋਲੀਆਂ ਨੂੰ ਉਹਨਾਂ 'ਚ ਸਾਡੀ ਪੰਜਾਬੀ ਬੋਲੀ ਹੈ ਜੀ। ਜੇ ਅਸੀਂ ਫੇਰ ਵੀ ਆਪਣੇ ਆਪ 'ਚ ਹੀਣ ਭਾਵਨਾ ਪਾਲਣੀ ਹੈ ਇਹ ਸਾਡੀ ਕਮਜ਼ੋਰੀ ਆ ਕਿਸੇ ਦੀ ਨਹੀਂ ਹੈ। ਧੰਨਵਾਦ। ਇਹਦੇ 'ਚ ਹੀਣ ਭਾਵਨਾ ਨਹੀਂ ਪਾਲਣੀ ਚਾਹੀਦੀ ਜੀ। ਦੂਜੀ ਗੱਲ ਮੈਂ ਇੱਕ ਗੱਲ ਕਹਿਣੀ ਚਾਹਨਾ ਵੀ ਪੰਜਾਬ 'ਚ ਨਾ ਹੁਣ ਵਾਲੇ ਹਾਕਮਾਂ ਨੇ ਨਾ ਇਹ ਤੋਂ ਪਿਛਲੇ ਹਾਕਮਾਂ ਨੇ ਦੋਹਾਂ ਨੇ ਵਾਅਦਾ ਕੀਤਾ ਸੀਗਾ ਕਿ ਸੱਭਿਆਚਾਰਕ ਪਾਲਿਸੀ ਬਣੇਗੀ ਪੰਜਾਬ ਦੀ ਜੀ। ਇਹ ਵਿਰਸੇ ਨਾਲ ਸੰਬੰਧ ਰੱਖਦੀ ਹੈ ਜਿਹੜੀ ਸੱਭਿਆਚਾਰਕ ਪਾਲਿਸੀ ਹੈ ਕਿਉਂਕਿ ਇਹਦੇ 'ਚ ਬੋਲੀ ਭਾਸ਼ਾ ਤੇ ਵਿਰਸੇ ਨੇ ਆਣਾ ਹੁੰਦਾ ਹੈ ਜੀ। ਉਸ ਸੱਭਿਆਚਾਰਕ ਪਾਲਿਸੀ ਨੂੰ ਅੱਜ ਤਾਈਂ ਕਿਸੇ ਨੇ ਬਣਾਇਆ ਨਹੀਂ। ਹੁਣ ਜਿਹੜੀਆਂ ਚੋਣਾਂ ਆ ਰਹੀਆਂ ਜਿਹੜੇ ਬਾਹਰ ਬੈਠੇ ਜਾਂ ਉੱਥੇ ਬੈਠੇ ਚੋਣਾਂ ਦੀ ਗੱਲ ਕਰਦੇ ਆ ਉਹ ਉਹਨਾਂ ਪਾਰਟੀਆਂ ਤੇ ਇਹ ਜ਼ੋਰ ਲਾਉਣ ਤੇ ਇਹ ਸੱਭਿਆਚਾਰਕ ਪਾਲਿਸੀ ਦਾ ਵਾਅਦਾ ਵੀ ਕਰਨ ਤੇ ਵਾਅਦਾ ਜਿਹੜੇ ਜਿੱਤ ਜਾਣ ਉਹਨਾਂ ਦੇ ਗੱਲ 'ਚ ਸਾਫਾ ਪਾ ਕੇ ਉਹ ਪਾਲਿਸੀ ਬਣਵਾਈ ਵੀ ਜਾਵੇ। ਬਹੁਤ ਵਧੀਆ ਕਿਉਂਕਿ ਸਾਡੀ ਬੋਲੀ 'ਚ ਇਹ ਨਹੀਂ ਹੈ ਜੇ ਆਪਾਂ ਬਾਬਾ ਸ਼ੇਖ ਫਰੀਦ ਵੱਲ ਗੱਲ ਮਾਰਦੇ ਅਸੀਂ ਕਿਸੇ ਨੂੰ ਮਿਹਣੇ ਦੇਣ ਨਾਲੋਂ ਵੀ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੇੜੇ ਗਰੀਬਾਨ ਵਿੱਚ ਸਿਰ ਨੀਵਾਂ ਕਰਦੇ ਪਹਿਲਾਂ ਅਸੀਂ ਆਪਣੇ ਬੁੱਕਲ 'ਚ ਝਾਕਣਾ ਫਿਰ ਦੂਜੇ ਵੱਲ ਉਂਗਲ ਕਰਨੀ ਹੈ। ਧੰਨਵਾਦ ਬਹੁਤ ਵਧੀਆ ਜੀ ਬਹੁਤ ਵਧੀਆ। ਇਸ ਕਰਕੇ ਅੱਜ ਜਿਹੜੀ ਤੁਹਾਡੇ ਇੰਗਲੈਂਡ 'ਚ ਉਹ ਕੰਦੋਲਾ ਸਾਹਿਬ ਨੇ ਸ਼ਿੰਦੋਰੀ ਜਿਹੜੀ ਇਹ ਪੀਟੀਸ਼ਨ ਚਲਾਈ ਹੈ ਕਿ BBC ਦੀ ਸਾਈਟ ਤੇ ਪੰਜਾਬੀ ਚੱਲੇ ਹਾਂਜੀ ਮੈਂ ਤੁਹਾਡੇ ਰਾਹੀਂ ਇੰਗਲੈਂਡ ਵਾਸਤੇ ਸਾਰੇ ਭੈਣਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹਨਾ ਤੇ ਉਸ ਪਟੀਸ਼ਨ ਤੇ ਵੀ ਦਸਤਖਤ ਕਰੋ ਕਿ BBC ਰਾਹੀਂ ਸਾਡੀ ਉਹ ਬੋਲੀ ਦੂਰ ਦੂਰ ਤੱਕ ਆਪਣੇ ਉਹਨਾਂ ਦੀ ਸਾਈਟ ਤੇ ਪੰਜਾਬੀ ਬੋਲੀ ਲੱਗ ਜਾਏ। ਸਾਨੂੰ
ਇਹ ਮਾਣ ਵੀ ਪ੍ਰਾਪਤ ਹੋਣਾ ਹੈ। ਇਹ ਬੋਲੀ ਪੰਜਾਬੀਆਂ ਦੀ ਹੈ, ਉਹ ਕਿਸੇ ਪੰਜਾਬ ਦੇ ਹੋਣ। ਹੁਣ ਪੰਜਾਬ ਇੱਕ ਨਹੀਂ ਜੀ, ਮਤਲਬ 200 ਪੰਜਾਬ ਬਣ ਗਏ ਆ ਜੀ ਜੀ ਜੀ, ਉਹਨਾਂ 200 ਪੰਜਾਬਾਂ ਦੀ ਇਹ ਮੰਗ ਹੈ। ਇਹਦੇ ਲਈ ਸਾਡੇ ਜਿੰਨੇ ਸੂਝਵਾਨ ਨੇ ਜੀ, ਦੇਖੋ ਅਸੀਂ ਇਹ ਸੋਚਦੇ ਹਾਂ ਵੀ ਪੰਜਾਬ ਦੀ ਸਰਕਾਰ ਸਭ ਤੋਂ ਵੱਧ ਸਿਆਣੀ ਤੇ ਸੂਝਵਾਨ ਹੋਣੀ ਚਾਹੀਦੀ ਹੈ, ਜਿਹੜੀ ਬੋਲੀ ਤੇ ਭਾਸ਼ਾ ਨੂੰ ਅੱਗੇ ਤੋਰੇ। ਇਹਦੇ ਵਿਕਾਸ ਲਈ ਬਣਾਇਆ ਗਿਆ ਭਾਸ਼ਾ ਵਿਭਾਗ ਪੰਜਾਬ। ਜੀ, ਜੇ ਸਭ ਤੋਂ ਪੰਜਾਬ 'ਚ ਮਾੜੀ ਹਾਲਤ ਕਹਿਣੀ ਚਾਹੀਦੀ ਨਾ, ਉਹ ਭਾਸ਼ਾ ਵਿਭਾਗ ਦੀ ਹੈ। ਜੀ, ਜਿਨ੍ਹਾਂ ਨੂੰ ਆਪਣੇ ਸਮਾਗਮ ਲਈ ਕਿਤੇ 2-4 ਲੱਖ ਰੁਪਈਆ ਵੀ ਨਹੀਂ ਮਿਲਦਾ। ਹੁਣ ਇਹ ਤੋਂ ਪਰੇ ਸਰਕਾਰ ਕਿੰਨੀ ਕੁ ਭੈੜੀ ਹੋ ਸਕਦੀ ਆ, ਜਾਂ ਕਹੀਏ ਪੰਜਾਬੀ ਵਿਰੋਧੀ ਹੋ ਸਕਦੀ ਹੈ, ਕਿ ਜਿਹੜੀ ਆਪਣੇ ਭਾਸ਼ਾ ਵਿਭਾਗ ਨੂੰ ਜਿਹਨੇ ਵਿਕਾਸ ਕਰਨਾ, ਪਸਾਰ ਕਰਨਾ ਪੰਜਾਬੀ ਬੋਲੀ ਦਾ, ਸੱਥ ਵਾਲੇ ਆਪਣੇ ਤੌਰ ਤੇ ਜ਼ੋਰ ਲਾ ਰਹੇ ਆ। ਇਹਨਾਂ ਨੂੰ ਸਿਰ ਨਿਭਦਾ ਹੈ, ਕਿਉਂਕਿ ਡਾਕਟਰ ਸਾਹਿਬ ਤੇ ਸਰਾਏ ਸਾਹਿਬ ਤੁਸੀਂ ਨਾਲ ਤੇ ਸਿਰ ਝੁਕਦਾ ਹੈ ਇਹਨਾਂ ਲਈ ਵੀ ਅਕਾਲ ਚੈਨਲ ਵਾਲਿਆਂ ਨੇ ਜਿਹੜਾ ਤੁਹਾਨੂੰ ਇਹ ਮੰਚ ਦਿੱਤਾ ਹੈ ਕਿ ਆ ਕੇ ਆਪਣੇ ਉਹਨਾਂ ਸਵਾਲਾਂ ਦੀ ਗੱਲ ਕਰੋ ਜਿਨ੍ਹਾਂ 'ਚ ਮੁਨਾਫਾ ਨਹੀਂ ਹੋਣਾ। ਬਹੁਤ ਵਧੀਆ ਸ਼ਰੀਫ ਜੀ, ਗੈਰ ਮੁਨਾਫੇਯੋਗ ਤੁਹਾਡਾ ਜਿਹੜਾ ਚੱਲ ਰਿਹਾ ਹੈ ਇਹ ਵਿਰਸੇ ਦੇ ਵਾਰਸ, ਆਪਾਂ ਸਾਰੇ ਰਲ ਕੇ ਉਹ ਜਿਹੜਾ ਵੀ ਗੰਦ ਪਾ ਰਿਹਾ, ਉਹ ਇਕੱਲੇ ਗੀਤਾਂ 'ਚ ਹੀ ਨਹੀਂ, ਜਿਹੜੇ ਵੀ ਗੰਦ ਪਾ ਰਹੇ ਆ, ਲੱਚਰ ਸਾਹਿਤ ਲਿਖ ਰਹੇ, ਲੱਚਰ ਗੀਤ, ਉਹ ਜਿਹੜਾ ਮਾੜਾ ਸਿਸਟਮ ਹੈ ਉਹਦੀ ਲੰਮੀ ਉਮਰ ਕਰ ਰਹੇ ਆ ਤੇ ਪੰਜਾਬ ਦੀਆਂ ਜਿਹੜੀਆਂ ਸਰਬੱਤ ਦੇ ਭਲੇ ਦੀਆਂ ਰਵਾਇਤਾਂ ਉਹਨਾਂ ਦੀ ਮੁਖਾਲਫਤ ਕਰ ਰਹੇ ਆ। ਧੰਨਵਾਦ। ਆਪਾਂ ਇਹੀ ਕਹਿਣਾ ਚਾਹੁੰਦੇ ਜੀ। ਬਾਕੀ ਮੈਂ ਤੁਹਾਡਾ ਬਹੁਤਾ ਟਾਈਮ ਨਾ ਲਵਾਂ। ਆਪਾਂ ਪੰਜਾਬ 'ਚ ਜਿਹੜਾ ਵੀ ਪ੍ਰਚਾਰ ਕਰਨ ਜਾਂਦਾ ਹੈ ਉਹਨੂੰ ਇੱਕ ਗੱਲ ਕਹੀਏ ਕਿ ਆਪਣਾ ਬੋਲੀ ਭਾਸ਼ਾ ਤੇ ਸੱਭਿਆਚਾਰ ਦਾ ਸਵਾਲ ਵੀ ਉਹਨਾਂ ਪਾਰਟੀਆਂ ਮੂਹਰੇ ਰੱਖਣ। ਆਰਥਿਕ ਸਵਾਲ ਮੁੱਖ ਨਹੀਂ, ਸਾਡੀ ਹੋਂਦ ਦਾ ਸਵਾਲ ਸਾਡੀ ਬੋਲੀ ਹੈ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਰਾਜ ਸਾਹਿਬ, ਆਪਾਂ ਲਾਹਾ ਤੇ ਡਾਕਟਰ ਸਾਹਿਬ ਦਾ ਲੈਣਾ, ਲੇਕਿਨ ਇਸ ਵਿਸ਼ੇ ਤੇ ਰਾਤ ਦੀ ਆਪਣੀ ਜਿਹੜੀ ਮਹਿਫਲ ਸੀ ਉਹ 'ਚ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਜਿਹੜੀ ਪਟੀਸ਼ਨ ਚੱਲ ਰਹੀ ਹੈਗੀ ਆ ਉਹਦੇ ਬਾਰੇ 'ਚ ਆਪਾਂ 4 ਸ਼ਬਦ ਉਹ ਤੁਹਾਡੀ ਜ਼ੁਬਾਨੋਂ ਹੀ ਜੱਜਦੇ। ਇਹ ਹਾਂਜੀ, ਆਪਣੇ ਪੰਜਾਬੀਆਂ ਨੂੰ ਆਪਣੇ ਦੂਰ ਦਰੇਡੇ ਬੈਠੇ ਜਿੱਥੇ ਵੀ ਆ, ਪਰ ਬੇਸ਼ੱਕ ਉਹ ਯੂਕੇ ਤੱਕ ਸੀਮਿਤ ਹੈ, ਕਿਉਂਕਿ ਉਹਦੇ ਵਿੱਚ ਜਿਹੜਾ ਪੋਸਟ ਕੋਡ ਹੈ ਜਾਂ ਲਿੰਕ ਆ ਉਹ ਯੂਕੇ ਦਾ ਚੱਲਣਾ, ਪਰ ਬਾਹਰਲੇ ਦੇਸ਼ਾਂ ਵਿੱਚ ਬੈਠੇ ਆਪਣੇ ਯੂਕੇ ਦੇ ਵਿੱਚ ਬੈਠੇ ਹੋਏ ਸਕੇ ਸੰਬੰਧੀ ਰਿਸ਼ਤੇਦਾਰਾਂ ਯਾਰਾਂ ਮਿੱਤਰਾਂ ਨੂੰ ਇਸ ਗੱਲ ਦੀ ਬੇਨਤੀ ਕਰ ਸਕਦੇ ਆ ਵੀ ਉਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣੇ ਡਾਊਨਲੋਡ ਕਰਨਾ ਬੜਾ ਸਿੰਪਲ ਜਿਹਾ, ਤੁਹਾਡਾ ਨਾਮ, ਐਡਰੈਸ ਤੇ ਆਪਣਾ ਇੱਕ ਈਮੇਲ ਆਈਡੀ ਚਾਹੀਦੀ ਆ, ਤੇ ਉੱਥੇ ਤੁਸੀਂ ਆਪਣਾ ਕੰਸਰਨ ਜਿਹੜਾ ਆਪਣੇ ਰਜਿਸਟਰ ਕਰ ਸਕਦੇ ਹੋ। ਜੇਕਰ ਤੁਸੀਂ ਵੋਟ ਕਰੋ ਤੇ ਇਹ ਗੱਲ ਆ ਵੀ ਲੱਖ ਕੁ ਵੋਟ ਹੋ ਜਾਏ ਤੇ ਆਪਾਂ VVC ਦੇ ਕੋਲ ਮੁੜ ਕੇ ਜਾ ਕੇ ਉੱਥੇ ਕਹਿ ਸਕਦੇ ਹਾਂ ਵੀ ਤੁਹਾਡੇ ਜਦੋਂ ਤੁਸੀਂ ਵਰਲਡ ਨਿਊਜ਼ ਦੇ ਵਿੱਚ ਜਾਂ VVC ਦੀ ਵੈਬਸਾਈਟ ਦੇ ਉੱਤੇ ਜਿੱਥੇ ਬਾਕੀ ਭਾਸ਼ਾਵਾਂ ਦੀ ਗੱਲ ਹੋ ਰਹੀ ਆ, ਉਹ ਭਾਸ਼ਾਵਾਂ ਸਾਰੀਆਂ ਚੰਗੀਆਂ ਆਪੋ ਆਪਣੀਆਂ, ਡਾਕਟਰ ਸਾਹਿਬ ਹੁਣੀ ਵੀ ਕਿਹਾ ਆਪਾਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ, ਪਰ ਆਪਾਂ ਆਪਣੀ ਮਾਂ ਬੋਲੀ ਦੇ ਵਾਸਤੇ ਇੱਕ ਛੋਟਾ ਜਿਹਾ ਰਲ ਮਿਲ ਕੇ ਹੰਭਲਾ ਮਾਰ ਦਈਏ। ਜਿਸ ਤਰ੍ਹਾਂ ਸ਼ਰੀਫ ਸਾਹਿਬ ਨੇ ਕਿਹਾ ਵੀ ਪੰਜਾਬੀ ਹੁਣ ਲਗਭਗ 143 ਦੇਸ਼ਾਂ ਵਿੱਚ ਜਾ ਵਸੇ ਨੇ, ਔਰ ਜਿਨ੍ਹਾਂ ਦੇਸ਼ਾਂ ਦੇ ਵਿੱਚ ਵੀ ਵਸੇ ਆ ਤੇ ਪੰਜਾਬੀਆਂ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਉਸੋਂ ਉਹ ਦੇਸ਼ ਦੇ ਸਿਸਟਮ ਦੇ ਵਿੱਚ ਬੜਾ ਆਪਣੇ ਮਾਣਯੋਗ ਜਿਹੜਾ ਆਪਣੇ ਹਿੱਸਾ ਪਾਇਆ। ਤੇ ਸਾਨੂੰ ਇਸ ਗੱਲ ਦੇ ਉੱਤੇ ਵੀ ਮਾਣ ਹੋਣਾ ਚਾਹੀਦਾ ਵੀ 143 ਦੇਸ਼ਾਂ ਦੇ ਵਿੱਚ ਬੋਲੀ ਜਾਂਦੀ ਸੰਸਾਰ ਦੀ 10ਵੀਂ ਵੱਡੀ ਭਾਸ਼ਾ, 13 ਕਰੋੜ ਪੰਜਾਬੀ ਜਿਹਨੂੰ ਬੋਲ ਰਹੇ ਹੁਣ, ਤੇ ਅਸੀਂ ਆਪਣੇ ਤੌਰ ਦੇ ਉੱਤੇ ਕਈ ਵਾਰੀ ਕੰਪਲੈਕਸ ਦੇ ਸ਼ਿਕਾਰ ਹੋਈ ਜਾਂਦੇ ਹਾਂ ਵੀ ਇਸ ਭਾਸ਼ਾ ਨੂੰ ਪੁੱਛਦਾ ਕੌਣ ਆ, ਇਸ ਭਾਸ਼ਾ ਨੂੰ ਸਮਝਦਾ ਕੌਣ ਆ, ਇਸ ਭਾਸ਼ਾ ਨੂੰ ਬੋਲਦਾ ਕੌਣ ਆ। ਜਦੋਂ ਆਪਣੇ ਵਤਨ ਦੀ ਮਿੱਟੀ ਵੱਲ ਵੀ ਅਸੀਂ ਝਾਤੀ ਮਾਰਦੇ ਹਾਂ ਤੇ ਉੱਥੇ ਵੀ ਕਈ ਵਾਰੀ ਪੰਜਾਬੀ ਦੀ ਜਦੋਂ ਅਸੀਂ ਹਾਲਤ ਦੇਖਦੇ ਹਾਂ, ਬੇਸ਼ੱਕ ਸਾਨੂੰ ਨਜ਼ਰ ਤਾਂ ਇਸ ਤਰ੍ਹਾਂ ਆ ਰਿਹਾ ਵੀ ਚਿੰਤਾਜਨਕ ਆ, ਪਰ ਜਿਸ ਤਰ੍ਹਾਂ ਸ਼ਰੀਫ ਸਾਹਿਬ ਹੋਣਾ ਦੀਆਂ ਜਾਂ ਡਾਕਟਰ ਸਾਹਿਬ ਹੋਣਾ ਦੀਆਂ ਗੱਲਾਂ ਜਾਂ ਮੁੜ ਕੇ ਗੱਲਾਂ ਆਉਂਦੀਆਂ ਜਿਹੜੀਆਂ ਕੱਲ੍ਹ ਅਸੀਂ ਡਾਕਟਰ ਸਾਹਿਬ ਹੋਣਾ ਨੂੰ ਜਿਉ ਆਇਆ ਆਖਣ ਦੇ ਵਾਸਤੇ ਇੱਕ ਮੀਟਿੰਗ ਕੀਤੀ, ਜਿਹੜੀਆਂ ਉਹਦੇ ਵਿੱਚੋਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ, ਇਹ ਸਾਡੇ ਕੋਲ ਬੜਾ ਮਾਣਮੱਤਾ ਸਾਡੀ ਆਪਣਾ ਇਤਿਹਾਸ ਆ ਅਤੇ ਵਿਰਾਸਤ ਆ, ਜਿਸ ਨੂੰ ਜਿੰਨੇ ਵੀ ਯਤਨ ਅਸੀਂ ਕਰਕੇ ਸਾਂਭ ਸਕੀਏ, ਮੈਂ ਮਹਿਸੂਸ ਕਰਦਾ ਕਿ ਉਹ ਸਾਂਭਣੀ ਚਾਹੀਦੀ ਹੈ। ਧੰਨਵਾਦ। ਪਰ ਦਰਸ਼ਕੋ ਬੇਨਤੀ ਕਰਾਂਗੇ ਕਿ ਅਸੀਂ ਡਾਕਟਰ ਸਾਹਿਬ ਦਾ ਲਾਹਾ ਲੈਣਾ, ਹੋਰ ਕੋਲ ਨਾ ਆਵੇ ਤਾਂ ਚੰਗੀ ਗੱਲ ਹੈਗੀ ਹੈ। ਡਾਕਟਰ ਸਾਹਿਬ ਰਵਾਨਗੀ 'ਚ ਆਪਣੀ ਗੱਲ ਅੱਗੇ ਤੋਰ ਸਕਦੇ ਆ। ਡਾਕਟਰ ਸਾਹਿਬ ਤੁਸੀਂ ਜਿੱਥੋਂ ਗੱਲ ਛੱਡੀ ਸੀਗੀ ਉੱਥੋਂ ਸ਼ੁਰੂ ਕਰੀਏ ਆਪਾਂ, ਕਿਉਂਕਿ ਲੋਕ ਦਰਸ਼ਕ ਬੜੇ ਇੰਟਰਸਟਡ ਹੈਗੇ ਤੁਹਾਡੇ ਵਿਚਾਰ ਸੁਣਨ। ਬਹੁਤ ਧੰਨਵਾਦੀ ਹਾਂ ਜੀ। ਮੈਂ ਉਹਨਾਂ ਦਾ ਧੰਨਵਾਦੀ ਹਾਂ। ਮੇਰੇ ਵਿਚਾਰ ਨਹੀਂ, ਇਹ ਪੰਜਾਬ ਦੇ ਸਮੂਹਕ ਤੌਰ ਤੇ ਸੱਥ ਵਾਲਿਆਂ ਦੇ ਵਿਚਾਰ ਨੇ। ਸੱਥ 'ਚ ਤੁਸੀਂ ਵੀ ਹੋ, ਉਹ ਵੀਰ ਵੀ ਨੇ ਜਿਹੜੇ ਸਵਾਲ ਕਰ ਰਹੇ ਨੇ ਜਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਗੱਲ ਸੱਥ ਦੀ ਜਦੋਂ ਕਰੀਏ, ਇੰਨੀ ਨਿਰਾਸ਼ਾਜਨਕ ਹਾਲਤ ਵੀ ਨਹੀਂ। ਮੈਂ 30 ਸਾਲ ਪਹਿਲਾਂ ਜਦੋਂ ਕੀਤੀ ਸੀ, ਹੁਣ ਅੱਜ ਦੀ ਤਰੀਕ ਦੇ ਵਿੱਚ ਸੱਥ ਦੀਆਂ 40 ਤੋਂ ਵੱਧ ਸਾਡੀਆਂ ਇਕਾਈਆਂ ਨੇ। ਉਹ ਇਕਾਈਆਂ ਆਸਟ੍ਰੇਲੀਆ ਤੋਂ ਲੈ ਕੇ ਅਮਰੀਕਾ, ਕੈਨੇਡਾ, ਜਰਮਨੀ, ਇੰਗਲੈਂਡ ਤੇ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਸਾਡਾ ਪੰਜਾਬ। ਤੇ ਉਹਦੇ ਵਿੱਚ ਵੀ ਅਸੀਂ ਜੋ ਕੀਤਾ, ਮੈਂ ਥੋੜ੍ਹਾ ਜਿਹਾ
ਸੰਖੇਪ ਰੂਪ 'ਚ ਅਸੀਂ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਵਾਸਤੇ ਕੀ ਕੀਤਾ। ਸਾਡੇ ਆਪਣੇ ਖਿੱਤੇ ਹੁੰਦੇ ਸੀ, ਮਾਝਾ, ਮਾਲਵਾ, ਦੁਆਬਾ, ਪੋਠੋਹਾਰ, ਸਾਰਾ ਕੁਝ ਪੁਆਧ। ਹੁਣ ਅਸੀਂ ਜਿਹੜੀਆਂ ਸੱਥਾਂ ਨੇ ਸਾਡੀਆਂ ਉਹ ਜ਼ਿਲ੍ਹੇਵਾਰ ਨਹੀਂ ਗਈਆਂ, ਉਹ ਉਸ ਇਲਾਕੇ ਦੇ ਬਾਬਤ ਨੇ। ਉਸ ਇਲਾਕੇ ਨੂੰ ਪਹਿਲਾਂ ਅਸੀਂ ਨਿਸ਼ਾਨਦੇਹੀ ਕੀਤੀ, ਫਿਰ ਉੱਥੋਂ ਦੀ ਜਿਹੜੀ ਉਪ ਭਾਸ਼ਾ ਹੈ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਫਿਰ ਉਸੇ ਉਪ ਭਾਸ਼ਾ ਦੇ ਵਿੱਚ ਕਿਤਾਬਾਂ ਛਾਪੀਆਂ। ਹੁਣੇ ਜਿਹੜੀ ਸਾਡੀ ਕਿਤਾਬ ਆਈ ਆ, ਪੁਆਧ ਜਿਹੜਾ ਖਿੱਤਾ ਜਿੱਥੇ ਚੰਡੀਗੜ੍ਹ ਵਸਿਆ ਹੋਇਆ, ਚੰਡੀਗੜ੍ਹ ਜਦੋਂ ਵਸਦਾ ਉੱਥੋਂ ਸਾਡੇ ਪਿੰਡ ਉਜਾੜੇ ਜਾਂਦੇ ਨੇ ਪੰਜਾਬੀਆਂ ਦੇ। ਜਦੋਂ ਪਿੰਡ ਉਜਾੜੇ ਜਾਂਦੇ ਨੇ ਉੱਥੇ ਇੱਕ ਨਵੇਂ ਢੰਗ ਦੇ ਨਮੂਨੇ ਸੈਕਟਰ ਬਣਾ ਦਿੱਤੇ ਜਾਂਦੇ ਨੇ, ਉਹ ਪਿੰਡਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ, ਸਾਡੀ ਵਿਰਾਸਤ ਬਿਲਕੁਲ ਥੇ ਕਰ ਦਿੱਤੀ। ਅਸੀਂ ਉਹ ਦੁਬਾਰਾ ਉਹ ਕਿਤਾਬ ਦੇ ਰਾਹੀਂ ਉਹਨਾਂ ਪਿੰਡਾਂ ਦਾ ਜ਼ਿਕਰ, ਉਹ ਪਿੰਡਾਂ ਦੇ ਲੋਕ ਵਸਨੀਕ ਉਜੜ ਕੇ ਕਿੱਥੇ ਗਏ ਤੇ ਉਹ ਹੁਣ ਕੀ ਕਰਦੇ ਨੇ, ਉਹ ਕਿਵੇਂ ਮਹਿਸੂਸ ਕਰਦੇ ਨੇ, ਕਿੰਨੇ ਕੁ ਕਾਮਯਾਬ ਜਾਂ ਨਾਕਾਮਯਾਬ ਨੇ ਉਹ। ਫਿਰ ਪੁਆਧੀ ਬੋਲੀ, ਉਹਦੇ 'ਚ ਕਿਤਾਬਾਂ ਛਪੀਆਂ। ਇਸ ਤਰ੍ਹਾਂ ਹੀ ਸਾਡਾ ਕੁਛ ਖਿੱਤਰ, ਭਾਵੇਂ ਜਦੋਂ ਵੰਡ ਹੋਈ ਹੈ 1966 ਵਾਲੀ ਪੰਜਾਬ ਦੀ, ਉਹਦੇ ਵਿੱਚ ਪਹਾੜਾਂ ਨੂੰ ਸਾਡੇ ਨਾਲੋਂ ਤੋੜ ਹੀ ਦਿੱਤਾ ਗਿਆ, ਪਰ ਫਿਰ ਵੀ ਸਾਡੀਆਂ ਕੁਛ ਨੁਕਰਾਂ ਜੇ ਪਹਾੜ 'ਚ ਨੇ। ਮੁਕੇਰੀਆਂ ਦਸੂਹਾ ਤਹਿਸੀਲ ਦੀਆਂ, ਹੁਸ਼ਿਆਰਪੁਰ ਜ਼ਿਲ੍ਹੇ ਦੀਆਂ, ਉੱਥੇ ਪਹਾੜੀ ਲਹਿਜੇ ਵਾਲੀ ਬੋਲੀ ਆ, ਉੱਥੇ ਸਾਡੇ ਕਦੇ ਨਹੀਂ ਸੀ ਕੋਈ ਅਪੜਿਆ। ਹੁਣ ਸਾਡੀ ਉੱਥੇ ਸੱਥ ਨਰੰਗਪੁਰ ਪਿੰਡ ਦੇ ਵਿੱਚ ਵੀ ਇੱਕ ਹੈਗੀ ਆ। ਅਸੀਂ 2 ਕਿਤਾਬਾਂ ਛਾਪੀਆਂ ਨੇ ਉਸ ਲਹਿਜੇ ਦੀਆਂ। ਡੋਗਰੀ ਭਾਵੇਂ ਇਤਿਹਾਸਕ ਜਾਂ ਸਿਆਸੀ ਕਾਰਨਾਂ ਕਰਕੇ ਉਹਨੂੰ ਪੰਜਾਬੀ ਨਾਲੋਂ ਨਖੇੜ ਕੇ ਇੱਕ ਹੋਰ ਬੋਲੀ ਦੇ ਤੌਰ ਤੇ ਪ੍ਰਵਾਨਗੀ ਵੀ ਮਿਲ ਗਈ ਆ। ਰੋਕਾਂਗੇ ਡਾਕਟਰ ਸਾਹਿਬ ਇੱਥੇ ਕਿ ਕੋਲ ਲਾਸਟ ਲੈ ਲਈਏ, ਉਸ ਤੋਂ ਬਾਅਦ ਗੱਲ ਕਰਾਂਗੇ। ਹੈਲੋ ਹਾਂਜੀ ਵੀਰ ਜੀ, ਕੌਣ ਸਾਹਿਬ ਤੇ ਕਿੱਥੋਂ ਬੋਲਦੇ ਹੋ? ਗਾਚਾ ਸਾਹਿਬ, ਨਿਰਮਲ ਸਿੰਘ, ਸਰਦਾਰ ਮੋਤਾ ਸਿੰਘ ਸਰਾਏ ਸਾਹਿਬ ਨੂੰ ਗੁਰਚਰਨ ਸਿੰਘ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ। ਵਾਹ ਜੀ ਵਾਹ। ਮੈਂ ਦੇਖੋ, ਤੁਸੀਂ ਤਿੰਨੋਂ ਸੱਜਣ ਬੜੇ ਗਿਆਨੀ ਹੈਗੇ ਹੋ ਤੇ ਗਿਲੇ ਸ਼ਿਕਵੇ ਆਪਣਿਆਂ ਨਾਲ ਹੀ ਹੁੰਦੇ ਆ ਜੀ। ਪਰ ਮੈਂ ਗਿਲਾ ਕਾਹਦੇ ਅੱਗੇ ਪਰਾਇਆ ਹੋਇਆ ਜੀ, ਸ਼ੋਰ। ਤੇ ਮੈਂ ਇੱਕ ਬੜੇ ਖਾਸ ਉਸਤਾਦ ਸ਼ਾਇਰ ਦਾ ਇੱਕ ਸ਼ੇਰ ਪੰਜਾਬੀ 'ਚ ਉਹਨੂੰ ਤਰਜਮਾ ਕੀਤਾ ਹੈ ਕਿ ਮੈਨੂੰ ਅਹਿਸਾਸ ਹੈ ਕਿ ਤੇਰੇ ਰੂਬਰੂ ਹੋਣ ਦੇ ਕਾਬਿਲ ਨਹੀਂ ਮੈਂ। ਜੀ, ਵਾਹ ਜੀ ਵਾਹ। ਮੈਨੂੰ ਅਹਿਸਾਸ ਹੈ ਕਿ ਤੇਰੇ ਰੂਬਰੂ ਹੋਣ ਦੇ ਕਾਬਿਲ ਨਹੀਂ ਮੈਂ, ਪਰ ਤੂੰ ਮੇਰਾ ਸ਼ੌਕ ਵੇਖ, ਮੇਰਾ ਇੰਤਜ਼ਾਰ ਵੇਖ। ਜੀ ਜੀ। ਤੇ ਹਜ਼ੂਰ ਤੁਸੀਂ ਤਿੰਨੋਂ ਭਾਸ਼ਾ ਤੇ ਮੇਰੇ ਵਾਲੀ ਹੀ ਬੋਲਦੇ ਪਏ ਹੋ ਜੀ। ਉਹ ਕਈ ਵਾਰੀ ਲੱਗਦਾ ਕਿ ਮੈਂ ਆਪ ਹੀ ਬੋਲ ਰਿਹਾ, ਕੋਈ ਤੁਸੀਂ ਚਲੋ ਨਹੀਂ ਬੋਲਦੇ, ਮੈਂ ਖੁਦ ਬੋਲ ਰਿਹਾ। ਜੀ 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 ਜੀ। ਪਰ ਸ਼ਾਇਦ ਲੱਗਦਾ ਹੈ ਕਿ ਉਹ ਇੰਗਲਿਸ਼ ਤੇ ਬੜਾ ਵੱਡਾ ਪੋਇਟ ਕੀਟਸ ਹੋਇਆ, ਉਹਨੇ ਠੀਕ ਹੀ ਕਿਹਾ ਸੀਗਾ ਕਿ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਕਿ ਜ਼ਰੂਰ ਬਸ ਇਹ ਹੈ ਕਿ ਯੋਗਦਾਨ ਦੇ ਕਰਨ ਦੇ ਕਾਬਿਲ ਤੇ ਮੇਰਾ ਖਿਆਲ ਹੈ ਕਿ ਮੈਂ ਕਾਫੀ ਹੈਗਾ ਜੀ, ਪਰ ਰਸਤਾ ਹਾਲੇ ਨਹੀਂ ਮਿਲ ਰਿਹਾ ਜੀ। ਵਾਹ ਜੀ। ਕਿ ਜੇ ਬਾਈ ਚਾਂਸ ਕਿਧਰੇ ਕੱਲ ਮੀਟਿੰਗ 'ਚ ਬੁਲਾਇਆ ਹੁੰਦਾ ਤੇ ਸ਼ਾਇਦ ਰਸਤਾ ਮਿਲ ਜਾਂਦਾ, ਪਰ ਫਿਰ ਵੀ ਗਿਲਾ ਕੋਈ ਨਹੀਂ। ਹਾਂਜੀ, ਲੇਕਿਨ ਮੇਰਾ ਮਿਡਲ ਨੇਮ ਪੇਸ਼ੈਂਸ ਹੈਗਾ, ਸਬਰ ਹੈਗਾ ਜੀ। ਧੰਨਵਾਦ। ਆਪਾਂ ਛੋਟ ਲਈ ਮਿਲਾਂਗੇ ਜੀ। ਸਰਾਏ ਸਾਹਿਬ ਜ਼ਿਆਦਾ ਪੰਜਾਬ ਨੂੰ ਜਿੱਦਣ ਪੰਜਾਬ ਤੋਂ ਵਾਪਸ ਆ ਗਿਆ, ਜਿਹੜੀ ਅਗਲੀ ਮੀਟਿੰਗ ਹੋਈ ਉਹ 'ਚ ਤੁਹਾਡੀ ਸ਼ਿਰਕਤ ਜ਼ਰੂਰ ਹੋਵੇਗੀ, ਇਹ ਮੇਰਾ ਵਾਅਦਾ ਤੇ ਮੇਰੀ ਜ਼ਿੰਮੇਵਾਰੀ ਹੋਈ ਜੀ। ਪਹਿਲਾਂ ਆਪਣੇ ਤੁਹਾਨੂੰ ਐਡਵਾਂਸ ਨੋਟਸ ਦਿਆਂਗੇ ਜੀ ਇਸ ਗੱਲ ਦਾ। ਕੱਲ ਪ੍ਰੋਗਰਾਮ ਜਿਹੜੀ ਐਮਰਜੈਂਸੀ ਸੀ, ਮੈਂ ਕਿਹਾ ਵੀ ਤੁਸੀਂ ਦੂਰ ਰਹਿਣੇ ਕਰਕੇ ਆਪਣੇ ਕਈ ਵਾਰ ਆਪਣੇ ਸਮਾਂ ਨਹੀਂ ਹੁੰਦਾ ਪਰਿਵਾਰਕ ਤੌਰ ਤੇ, ਪਰਿਵਾਰਕ ਰੁਝੇਵਿਆਂ ਵਿੱਚੋਂ ਤੇ ਨਾ ਕਰਨੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਤੁਸੀਂ ਕਹਿੰਦੇ ਆਪਣੇ ਡਾਕਟਰ ਸਾਹਿਬ ਉਹਨਾਂ ਦਾ ਲਾ ਲਈਏ ਜੀ। ਬਿਲਕੁਲ ਜੀ ਡਾਕਟਰ। ਹਾਂਜੀ, ਇਸੇ ਤਰ੍ਹਾਂ ਹੀ ਹੁਣ ਅਸੀਂ ਜਿਹੜਾ ਪਹਿਲਾਂ ਸਾਡੇ ਆਪਣੇ ਪੰਜਾਬ ਦੇ ਖਿੱਤੇ ਸੀ, ਰਿਆੜਕੀ ਜੀ, ਮੋਤਾਸਰਾਂ ਦਾ ਪਿੰਡ ਪਤਾ ਤੁਹਾਨੂੰ, ਜੰਡਿਆਲਾ, ਮੰਝਕੀ, ਨਕੋਦਰ ਤਹਿਸੀਲ ਦਾ ਨੂਰ ਮਹਿਲ, ਫਲੌਰ ਤੱਕ ਸਾਰਾ ਇਹ ਲਾ। ਪਹਿਲਾਂ ਅਸੀਂ ਇੱਥੋਂ ਦੀ ਕਿਤਾਬ ਜਿਹੜੀ ਮੰਝਕੀ ਦੀ, ਮੰਝਕੀ ਭੂਮ ਰੰਗਾਵਲੀ, ਉਹ ਛਪੀ ਸੀਗੀ। ਉਸ ਤੋਂ ਬਾਅਦ ਮਾਲਵੇ ਦੀਆਂ 2 ਕਿਤਾਬਾਂ ਨੇ। ਚੱਲ ਮਾਲਵੇ ਦੇਸ਼ ਨੂੰ ਚੱਲੀਏ ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ, 2 ਕਿਤਾਬਾਂ ਮਾਲਵੇ ਸੰਬੰਧੀ ਆ। ਇੱਕ ਕਿਤਾਬ ਹੁਣ ਸਾਡੀ ਡੋਗਰੀ ਮੈਂ ਜ਼ਿਕਰ ਕਰ ਰਿਹਾ ਸੀਗਾ, ਡੋਗਰੀ ਕਿਤਾਬ ਹੈ ਡੂਗਰ ਝੰਕਾਰ। ਉਹ ਕਿਤਾਬ ਦੇ ਵਿੱਚ ਇੱਕ ਹੋਰ ਵੱਡੀ ਵਡਮੁੱਲੀ ਗੱਲ ਆ ਵੀ ਇੱਕ ਪਾਸੇ ਦੇਵਨਾਗਰੀ ਅੱਖਰ 'ਚ ਨੇ ਲੋਕ ਗੀਤ ਨੇ ਇਕੱਠੇ ਕੀਤੇ ਹੋ, ਇੱਕ ਪਾਸੇ ਉਹ ਗੁਰਮੁਖੀ ਸ਼ਬਦਾਂ 'ਚ ਨੇ। ਉਹ ਪਾਠਕ ਪੜ੍ਹ ਕੇ ਆਪੇ ਹੀ ਫੈਸਲਾ ਕਰ ਲੈਣ ਵੀ ਉਹ ਬੋਲੀ ਕਿਹੜੀ ਹੈ ਡੋਗਰੀ, ਕਿ ਉਹ ਪੰਜਾਬੀ ਦੇ ਨੇੜੇ ਆ ਕਿ ਪੰਜਾਬੀ ਆ ਕਿ ਕੀ ਆ। ਇੱਕ ਸਾਡੀ ਹੁਣੇ ਕਿਤਾਬ ਆਉਣੀ ਆ, ਸਾਡਾ ਇੱਕ ਬਹੁਤ ਹੀ ਖੂਬਸੂਰਤ ਤੇ ਬੜਾ ਪੁਰਾਣਾ ਜਰਖੇਜ਼ ਕੀਤਾ ਸੀਗਾ ਸਾਹਿਤਕ ਪੱਖੋਂ, ਪੋਠੋਹਾਰ ਜਿਹਨੂੰ ਕਹਿੰਦੇ ਸੀ, ਜਿੱਥੇ ਅੱਜ ਕੱਲ੍ਹ ਲਹਿੰਦੇ ਪੰਜਾਬ ਦੀ ਰਾਜਧਾਨੀ ਪਾਕਿਸਤਾਨ ਦੀ ਰਾਵਲਪਿੰਡੀ ਤੇ ਨਾਲ ਇਸਲਾਮਾਬਾਦ ਤੇ ਪੰਜਾ ਸਾਹਿਬ ਵਾਲਾ ਜਿਹੜਾ ਉਹ ਖਿੱਤਾ ਸੀਗਾ, ਉਹਦੀ ਕਿਤਾਬ ਅਸੀਂ ਪੋਠੋਹਾਰੀਆਂ ਕਹਾਣੀਆਂ ਦੀ ਛਾਪ ਰਹੇ ਹਾਂ। ਮੈਂ ਹੁਣ ਵੀ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ, ਕਿਉਂਕਿ ਉਹ ਕਿਤਾਬ ਅਜੇ ਛਪਾਈ ਅਧੀਨ ਹੈ, ਕਹਾਣੀਆਂ ਮੇਰੇ ਕੋਲ ਆ ਗਈਆਂ ਨੇ,
ਪਰ ਸਾਡੀ ਤਰਾਸਦੀ ਇਹ ਆ ਵੀ ਉਹ ਬਜ਼ੁਰਗ ਜਿਹੜੇ ਇਧਰਲੇ ਪਾਸੇ ਜਿਨ੍ਹਾਂ ਨਾਲ ਅਸੀਂ ਸੰਪਰਕ ਕਰ ਸਕੇ ਹਾਂ ਸਿਰਫ ਉਹੋ ਹੀ ਨੇ। ਜਿਹੜੀ ਨਵੀਂ ਪੀੜ੍ਹੀ ਆ ਉਹ ਉਸ ਬੋਲੀ ਨੂੰ, ਕੋਈ ਦਿੱਲੀ 'ਚ ਵਸੇ ਨੇ, ਪਟਿਆਲੇ 'ਚ ਨੇ, ਉਹਨਾਂ ਕੋਲੇ ਉਹ ਬੋਲੀ ਗੁਆਚ ਗਈ ਆ। ਜੇ ਇੱਥੇ ਵੀ ਕਿਸੇ ਕੋਲੇ ਹੋਵੇ ਤੇ ਉਹ ਸਾਨੂੰ ਮੁੱਤਸਿਰ ਹੋਰਾਂ ਨੂੰ, ਤੁਹਾਨੂੰ, ਮੈਨੂੰ ਉਹ ਕਹਾਣੀ ਦੇ ਸਕਦਾ। ਇਸ ਤਰ੍ਹਾਂ ਹੀ ਮਾਝਾ, ਹੁਣ ਮਾਝੇ ਸੰਬੰਧੀ ਵੀ ਅਸੀਂ ਕਿਤਾਬਾਂ ਛਾਪੀਆਂ ਨੇ। ਮਾਝੇ ਦੀ ਜਿਹੜੀਆਂ ਲੋਕ ਗੀਤ ਨੇ, ਭੈਣ ਜੀ ਸਵਰਨ ਕੌਰ ਦੀ ਕਿਤਾਬ ਆ, ਫਿਰ ਮਾਝਾ ਦਰਸ਼ਨ ਨਾਂ ਦੀ ਕਿਤਾਬ ਆ, ਫਿਰ ਇਸੇ ਤਰ੍ਹਾਂ ਹੀ ਰਿਆੜਕੀ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਹਲਕਾ ਹੈ। ਹੁਣ ਅਸੀਂ ਪੰਜਾਬ ਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਪ ਬੋਲੀਆਂ ਨੂੰ ਬਚਾਉਣ ਦਾ ਮਤਲਬ ਇਹ ਨਹੀਂ ਵੀ ਅਸੀਂ ਟਕਸਾਲੀ ਬੋਲੀ ਦੇ ਖਿਲਾਫ ਹਾਂ, ਪਰ ਜਿਹੜੀ ਸਾਡੀ ਸ਼ਬਦਾਵਲੀ, ਸਾਡੇ ਤੇ ਇੱਕ ਊਜ ਲੱਗਦੀ ਸੀ। ਪੰਜਾਬੀ ਤਾਂ ਗਰੀਬੜੀ ਜ਼ਬਾਨ ਹੈ, ਉਹਦੇ ਕੋਲ ਸ਼ਬਦ ਬੜੇ ਘੱਟ ਆ। ਹੁਣ ਜਿਹੜੀ ਜ਼ਬਾਨ ਕੋਲੇ 16 ਉਪ ਬੋਲੀਆਂ ਹੋਣ, ਪੋਠੋਹਾਰ ਦੀ ਹਿੰਦਕਿਓ ਤੋਂ ਲਾ ਕੇ ਤੇ ਪੁਆਧੀ, ਬਾਂਗਰੂ, ਬਾਗੜੀ ਤੱਕ, ਤੇ ਉਹ ਕਿਵੇਂ ਮਤਲਬ ਗਰੀਬ ਹੋ ਸਕਦੀ ਆ। ਤੇ ਦੂਜੀ ਗੱਲ, ਤੇ ਉਹ ਇਹ ਜਿਹੜਾ ਇਹ ਸਾਹਿਤ ਹੈ, ਇਹ ਹਵਾਲਾ ਸਾਹਿਤ ਹੈ। ਉਦੋਂ ਬਾਅਦ ਇੱਕ ਜਿਹੜੀ ਸਾਡੀ ਹੋਰ ਕਿਤਾਬ ਆ ਰਹੀ ਆ, ਅਸੀਂ ਗੱਲ ਧਰਮ ਦੀ ਵੀ ਕਰਦੇ ਹਾਂ, ਖੋਜ ਦੀ ਵੀ ਕਰਦੇ ਹਾਂ, ਅਲਾਮੇ ਵੀ ਕਰਦੇ ਹਾਂ, ਦੂਜਿਆਂ 'ਚ ਕੀੜੇ ਵੀ ਬੜੇ ਕੱਢਦੇ ਹਾਂ। ਹੁਣ ਇਹ ਧੰਨਾ ਸਿੰਘ ਦੀ ਕਿਤਾਬ ਆ ਰਹੀ ਆ, ਯਾਤਰੂ ਦੀ ਡਾਇਰੀ। ਮੁੱਤਸਿਰ ਨੇ ਜਾਣਾ ਹੈ, ਉਹ ਹੁਣੇ ਹੀ ਕਿਤਾਬ ਉੱਥੇ ਜਲੰਧਰ 'ਚ ਪ੍ਰੈਸ ਕਲੱਬ 'ਚ ਲੋਕਾਂ ਨੂੰ ਦੇਵਾਂਗੇ, ਮੂੰਹ ਵਿਖਾਵਾਂਗੇ ਉਹਦਾ। ਤੇ ਉਹ ਬਹੁਤ ਵੱਡੀ ਕਿਤਾਬ ਆ। ਧੰਨਾ ਸਿੰਘ ਇੱਕ ਇਹੋ ਜਿਹਾ ਸਾਡਾ ਯਾਤਰੂ ਸਿੱਖ ਹੋ ਚੁੱਕਿਆ ਜਿਹੜਾ ਸਾਈਕਲ ਦੇ ਉੱਤੇ ਗੁਰਧਾਮਾਂ ਦੀ ਯਾਤਰਾ ਕਰਨ ਲਈ ਪਟਿਆਲਿਓਂ ਨਿਕਲਿਆ ਤੇ ਆਖਰਕਾਰ ਅਚਾਨਕ ਕਿਸੇ ਦੁਰਘਟਨਾ ਦਾ ਸ਼ਿਕਾਰ, ਸਰਹੱਦੀ ਸੂਬਾ ਉਦੋਂ ਕਹਿੰਦੇ ਸੀ ਪਿਸ਼ਾਵਰ ਦੇ ਇਲਾਕੇ 'ਚ, ਉੱਥੇ ਉਹ ਗੁਜ਼ਰ ਗਿਆ। ਪਰ ਉਹ ਡਾਇਰੀ ਇੱਕ ਗੁਰਦੁਆਰੇ ਦਾ, ਜਿਹੜਾ ਵੀ ਇਤਿਹਾਸਿਕ ਗੁਰਦੁਆਰਾ ਹੈ, ਉਹਦੀ ਉਸ ਵੇਲੇ ਦੀ ਖੋਜ ਮੈਨੂੰ ਨਹੀਂ ਲੱਗਦਾ ਪੰਜਾਬੀ 'ਚ ਕਦੇ ਇਹੋ ਜਿਹੀ ਕਿਤਾਬ ਛਪੀ ਹੋਵੇ। ਫਿਰ ਉਦੋਂ ਵੀ ਪਹਿਲਾਂ ਜਿਹੜੀ ਹੀਰ ਦੇ ਵਿੱਚ ਮਿਲਾਵਟੀ ਸ਼ੇਰਾਂ ਦਾ ਵੇਰਵਾ, ਉਹ ਤੁਹਾਡੇ ਯੂਕੇ ਵਾਲਿਆਂ ਦੀ, ਇਹਨਾਂ ਦੀ ਮਿਹਰਬਾਨੀ ਦੇ ਨਾਲ ਉਹ ਕਿਤਾਬ ਛਪੀ ਜ਼ਾਹਿਦ ਇਕਬਾਲ ਦੀ। ਉਹਦੇ ਵਿੱਚ ਹੀਰ ਵਾਰਸ ਦੇ ਵਿੱਚ, ਕਿਉਂਕਿ ਵਪਾਰੀ ਜਿਹੜਾ ਸੀਗਾ ਹਰ ਦੌਰ ਦੇ ਵਿੱਚ ਹੀ ਆਪਣਾ ਲਾਹਾ ਖੱਟਣ ਲਈ ਉਹ ਕਰਦਾ ਰਿਹਾ, ਉਹ ਵੀ ਅਸੀਂ ਛਾਪੀ। ਤੇ ਇਸੇ ਤਰ੍ਹਾਂ ਹੀ ਮਤਲਬ ਜਿੰਨੀਆਂ ਵੀ ਸਾਡੀਆਂ ਕਿਤਾਬਾਂ ਨੇ ਉਹ ਲਗਭਗ ਇਸ ਕਿਸਮ ਦੀਆਂ ਨੇ ਵੀ ਜਿਨ੍ਹਾਂ ਤੋਂ ਸਾਡੇ ਪੰਜਾਬੀ, ਸਾਡੀ ਵਿਰਾਸਤ ਦਾ ਸਾਨੂੰ ਪਤਾ ਲੱਗੇ, ਸਾਡੀ ਬੋਲੀ ਦੇ ਉੱਤੇ ਸਾਨੂੰ ਮਾਣ ਹੋਵੇ, ਸਾਡੇ ਭਾਈਚਾਰਕ ਸਾਂਝਾਂ ਵਧਣ। ਸਾਡੇ ਵਾਸਤੇ ਜਿਹੜੀਆਂ ਜਿਓਗ੍ਰਾਫੀ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਲਕੀਰਾਂ ਪਈਆਂ ਹੋਈਆਂ ਨੇ, ਉਹਨਾਂ ਦੀ ਕੋਈ ਅਹਿਮੀਅਤ ਨਹੀਂ। ਸਾਡਾ ਪੰਜਾਬ ਇੱਕ ਆ। ਹਾਂ, ਮੁਲਕਾਂ ਦੇ ਵਿੱਚ 2 'ਚ ਤਾਂ ਹੁਣ, ਅੱਗੇ 2 'ਚ ਸੀਗੀ, ਹੁਣ 143 'ਚ ਦੱਸਦੇ ਮੁੱਤਸਿਰ। ਹੁਣ ਪੰਜਾਬ ਤਾਂ ਇੱਕ ਹੀ ਹੈ ਨਾ, ਤੇ ਬੋਲੀ ਵੀ ਇੱਕ ਹੀ ਆ। ਤੇ ਹੁਣ ਉਹਦੀ ਇੱਥੇ ਕਹਿ ਕੇ ਗਏ ਨੇ ਸਾਡੇ ਵੀਰ ਬਈ ਹੁਣ ਇਹ ਕੌਮੀ ਬੋਲੀ ਨਹੀਂ ਰਹੀ, ਇਹ ਕੌਮਾਂਤਰੀ ਬਣ ਗਈ ਆ। ਹੈ ਤੇ ਕੌਮਾਂਤਰੀ ਬਣਦੇ ਨੇ, ਸਾਨੂੰ ਤਾਂ ਸਗੋਂ ਮਾਣ ਹੋਣਾ ਚਾਹੀਦਾ। ਤੇ ਮੈਂ ਹੁਣੇ ਜਦੋਂ ਮੈਂ ਕੈਨੇਡਾ 'ਚ ਗਿਆ, ਵੈਨਕੂਵਰ ਦੇ ਹਵਾਈ ਅੱਡੇ ਤੇ ਮੈਂ ਪਾਰਕਿੰਗ ਲੋਟ ਦੇ ਉੱਤੇ ਪੰਜਾਬੀ 'ਚ ਲਿਖਿਆ ਦੇਖਿਆ। ਕਮਾਲ ਹੈ। ਤੇ ਮੈਨੂੰ ਤਾਂ ਨਸ਼ਾ ਚੜ ਗਿਆ। ਹੈ ਹਵਾਈ ਅੱਡੇ ਤੇ ਬਾਹਰ ਤੱਕ ਜੀ ਉਹਨੂੰ ਲਿਖਿਆ ਸੀਗਾ, ਪਰ ਜਦੋਂ ਉਹ ਅੰਦਰ ਜਾ ਕੇ ਮੈਂ ਦੇਖਿਆ ਵੀ ਉੱਥੇ ਪੰਜਾਬੀ 'ਚ ਲਿਖਿਆ ਹੋਇਆ ਹੈ। ਤੇ ਜਦੋਂ ਅਸੀਂ ਕੈਨੇਡਾ ਦੀ ਇੱਕ ਉਡਾਣ ਦਿੱਲੀ ਤੋਂ ਆ ਰਹੀ ਸੀਗੀ, ਉੱਥੇ ਜਦੋਂ ਅਸੀਂ ਚੜ੍ਹਨ ਲੱਗੇ ਜਹਾਜ਼ ਦੇ ਉੱਤੇ, ਜਿੱਥੇ ਉਹ ਸਿਕਿਉਰਿਟੀ ਵਾਲੇ ਚੈੱਕ ਕਰਦੇ ਹੁੰਦੇ ਨੇ, ਉਹਨਾਂ ਨੇ ਅੱਗੇ ਪੰਜਾਬੀ 'ਚ ਲਿਖਿਆ। ਤੇ ਮੈਨੂੰ ਉਦੋਂ ਵੀ ਲੱਗਾ ਵੀ ਪੰਜਾਬੀ ਐਸਤਾ ਵੱਧ ਰਹੀ ਆ। ਤੇ ਹੁਣ ਕੈਨੇਡਾ ਦੇ ਵਿੱਚ ਪੰਜਾਬੀ, ਤੁਹਾਨੂੰ ਮੈਂ ਜਾਣਕਾਰੀ ਤੋਂ ਕਿਹਾ ਦੀ ਦੇਣੀ ਆ ਬਈ ਸਾਰਿਆਂ ਨਾਲੋਂ ਚੌਥੀ ਵੱਡੀ ਜ਼ੁਬਾਨ ਆ। ਤੇ ਤੁਹਾਡੇ ਮੁਲਕ ਦੇ ਵਿੱਚ ਵੀ ਗਿਣਤੀ ਦੇ ਹਿਸਾਬ ਨਾਲ, ਜਿੱਥੋਂ ਤੱਕ ਮੈਨੂੰ ਪਤਾ ਹੈ ਵੀ ਜੇ ਬੋਲਣ ਵਾਲਿਆਂ ਨੇ ਉਹਨਾਂ ਨਾਲ ਤੀਜੀ ਵੱਡੀ ਜ਼ੁਬਾਨ ਆ। ਹੈ ਤੇ ਫਿਰ ਜਿੱਥੇ ਵੀ ਸਾਡੀ ਭਾਈਚਾਰਾ ਗਿਆ, ਸਾਡੇ ਗੁਰਦੁਆਰਿਆਂ ਦਾ ਬੜਾ ਵੱਡਾ ਯੋਗਦਾਨ ਹੈ, ਸਾਡੇ ਭਾਈਚਾਰੇ ਦਾ ਬੜਾ ਵੱਡਾ ਯੋਗਦਾਨ ਹੈ। ਕਈ ਵਾਰ ਅਸੀਂ ਨੁਕਸ ਬੜੇ ਕੱਢਦੇ ਹਾਂ, ਨੁਕਸ ਕੱਢ ਕੇ ਬਸ ਫਿਰ ਗੱਲ ਦੂਜਿਆਂ ਤੇ ਛੱਡ ਦਿੰਦੇ ਹਾਂ। ਆਹ ਹੋਣਾ ਚਾਹੀਦਾ ਹੈ। ਮੈਨੂੰ ਇਸ ਸ਼ਬਦ ਨਾਲ ਬਹੁਤ ਜ਼ਿਆਦਾ ਨਫ਼ਰਤ ਹੈ। ਚਾਹੀਦਾ ਕਿਹਨੇ ਕਰਨਾ ਹੁੰਦਾ? ਪੰਜਾਬੀ ਕਦੇ ਵੀ ਕਿਸੇ ਦੇ ਉੱਤੇ ਨਹੀਂ ਛੱਡਦੇ ਹੁੰਦੇ, ਇਹ ਤਾਂ ਆਪਣੇ ਖੁਦ ਕਰਦੇ ਆ। ਕਾਰ ਸੇਵਾ ਸਾਡਾ ਕਨਸੈਪਟ ਕੀ ਹੈ? ਆਪਣਾ ਆਪੇ ਸੌਰੀ ਸਾਡਾ ਬਾਬਾ ਕਹਿ ਕੇ ਗਿਆ ਹੈ। ਤੇ ਫਿਰ ਵਾਤਾਵਰਣ ਦੇ ਨਾਲ ਸਾਡਾ ਬਾਬਾ ਜੋ ਕਹਿ ਕੇ ਗਿਆ, ਜੋ ਸਾਡੇ ਸੂਫੀਆਂ ਨੇ ਕਿਹਾ, ਜੋ ਸਾਡੇ ਭਗਤ ਜਨਾਂ ਨੇ ਕਿਹਾ, ਜੋ ਸਾਡਾ ਭਾਈਚਾਰਾ ਕਰਦਾ ਰਿਹਾ, ਅਸੀਂ ਉਹਦੇ ਵੱਲ ਧਿਆਨ ਦਈਏ। ਆਹ ਸੱਭਿਆਚਾਰ ਦੇ ਤੁਸੀਂ ਆ ਤੁਹਾਡੇ ਚੈਨਲ ਰਾਹੀਂ ਜਿਹੜਾ ਤੁਸੀਂ ਲੱਚਰ ਗੀਤਾਂ ਦੇ ਖਿਲਾਫ, ਲੱਚਰ ਗਾਇਕੀ ਦੇ ਖਿਲਾਫ, ਅਸ਼ਲੀਲਤਾ ਦੇ ਖਿਲਾਫ ਜਿਹੜਾ ਲਗਾਤਾਰ ਮੁਹਿੰਮ ਵਿੱਢੀ ਹੋਈ ਆ, ਇਹਦੇ ਪੱਕੀ ਤਾਂ ਗੱਲ ਹੈ ਵੀ ਸਿੱਟੇ ਨਿਕਲਣਗੇ ਤੇ ਨਿਕਲ ਰਹੇ ਨੇ। ਡਾਕਟਰ ਸਾਹਿਬ, ਆਪਣੇ ਦੇ ਨਾਲ ਸਮੇਂ ਦਾ ਪਤਾ ਨਹੀਂ ਲੱਗਦਾ, ਲੇਕਿਨ ਸਮੇਂ ਦੇ ਨਾਲ ਆਪਣੇ ਦੀ ਪਛਾਣ ਜ਼ਰੂਰ ਹੋ ਜਾਂਦੀ ਹੈ। ਸਮਾਂ ਨੇੜੇ ਪਹੁੰਚ ਗਿਆ। 2 ਛੋਟੇ ਸਵਾਲ ਤੁਹਾਨੂੰ ਕਰਨੇ ਆ ਅਸੀਂ ਆਪਣੇ, ਜੋ ਮੇਰੇ ਜੇਬ 'ਚ ਉਤਪੰਨ ਹੋਏ ਹੈਗੇ ਆ। ਦੀਵਾਲੀ ਅਗਲੇ ਐਤਵਾਰ ਹੈਗੀ ਆ। ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਮੁੱਖ ਰੱਖ ਕੇ ਦੀਵਾਲੀ ਨਹੀਂ ਮਨਾਉਣ ਦਾ ਸਾਨੂੰ ਹੁਕਮ ਹੋਇਆ ਸੀਗਾ। ਤੇ ਅੱਜ ਅਸੀਂ ਕਿੱਥੇ ਖੜੇ ਆ? ਨੰਬਰ 1। ਨੰਬਰ 2, ਅਗਲੇ ਸਾਲ ਦੇ ਸ਼ੁਰੂ 'ਚ ਪੰਜਾਬ 2017 ਦੀ ਇਲੈਕਸ਼ਨ, ਮੈਂ ਸਮਝਦਾ ਸਾਡੇ ਤੇ ਉਹ ਵੀ ਬੜੀ ਹਾਵੀ ਆ। ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਤੁਹਾਡੇ ਤੋਂ ਅਸੀਂ ਵਿਸਥਾਰ ਨਾਲ ਤਾਂ ਸ਼ਾਇਦ ਮੈਂ ਨਾ ਦੇ ਸਕਾਂ। ਇਲੈਕਸ਼ਨ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਇਲੈਕਸ਼ਨ 'ਚ ਮੈਂ ਆਪਣੇ ਸਾਰੇ ਤੁਹਾਡੇ ਦਰਸ਼ਕਾਂ ਨੂੰ
ਜਿਹੜੇ ਭਾਰਤ ਦੇ ਵਿੱਚ ਵੀ ਨੇ, ਸਾਡੇ ਪੰਜਾਬ 'ਚ ਪੁਸ਼ਤੈਨੀ 'ਚ ਵੀ ਨੇ, ਜਿਹੜੇ ਇੱਥੇ ਵੀ ਵਸਦੇ ਤੁਹਾਡੇ ਭਾਈਚਾਰਾ, ਤੇ ਉਹਨਾਂ ਦੇ ਰਾਹੀਂ ਇਹੋ ਹੀ ਕਹਿਣਾ ਚਾਹੁੰਦਾ ਵੀ ਜਿਹੜੀਆਂ ਸਿਆਸੀ ਧਿਰਾਂ ਨੇ, ਭਾਵੇਂ ਸਾਨੂੰ ਉਹਨਾਂ ਕੋਲ ਕੋਈ ਬਹੁਤੀ ਆਸ ਨਹੀਂ, ਇਹ ਗੱਲ ਨਿਰਾਸ਼ਾਜਨਕ ਨਹੀਂ, ਪਰ ਕਿਉਂਕਿ ਉਹ ਸਥਾਪਤੀ ਦੇ ਵਿੱਚ ਰਾਜ ਪ੍ਰਬੰਧ ਉਹਨਾਂ ਦੇ ਹੱਥ 'ਚ ਆਉਣਾ, ਉਹਨਾਂ ਨੂੰ ਪੰਜਾਬ ਦੇ ਉਹ ਮੁੱਦੇ ਉਠਾਉਣ ਤੋਂ ਬਿਲਕੁਲ ਸਾਨੂੰ ਮਜਬੂਰ ਕਰਨਾ ਚਾਹੀਦਾ ਹੈ। ਵਾਤਾਵਰਣ ਦੀ ਗੱਲ ਕੀਤੀ ਆ, ਭਾਸ਼ਾ ਦੀ ਬੋਲੀ ਦੀ ਗੱਲ ਕੀਤੀ ਆ। ਹੁਣ ਇੱਥੇ ਬੜੀ ਮਾੜੀ ਗੱਲ ਹੈ ਬਈ 60ਵੇਂ ਦੇ ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਮਨਜ਼ੂਰੀ ਦੇ ਦਿੱਤੀ ਗਈ ਕਾਗਜ਼ਾਂ 'ਚ, ਪਰ ਉੱਥੇ ਅਜੇ ਵੀ ਕਿਸੇ ਬੋਰਡ ਦਾ ਨਾਂ, ਕਿਸੇ ਸੰਸਥਾ ਦਾ ਨਾਂ, ਕਿਸੇ ਸਕੂਲ ਦਾ ਨਾਂ, ਕਿਸੇ ਯੂਨੀਵਰਸਿਟੀ ਦਾ ਨਾਂ ਉਹ ਉਦਾਹਰਨ ਲੈ ਕੇ ਰੱਖਦੇ ਆ ਹੈ। ਤੇ ਹੁਣ ਤੱਕ ਵੀ ਪੰਜਾਬੀ ਨੂੰ ਸਹੀ ਅਰਥਾਂ ਦੇ ਵਿੱਚ ਅਣਮੰਨੇ ਮਨ ਦੇ ਨਾਲ ਖਾਨਾਪੂਰੀ ਕਰਦੇ ਆ। ਜਦੋਂ ਚੋਣਾਂ ਆਉਂਦੀਆਂ ਨੇ ਫਿਰ ਡੂਡਗੀ ਵਜਾਉਂਦੇ ਆ। ਹੁਣ ਐਤਕੀ ਪੰਜਾਬ ਦਿਵਸ ਬੜੀ ਵੱਡੀ ਪੱਧਰ ਤੇ ਕਹਿੰਦੇ ਮਨਾਉਣਾ, ਤੇ ਅੱਗੇ ਵੀ ਮਨਾਉਂਦੇ ਆ ਹਰ ਸਾਲ ਮਾੜਾ ਮੋਟਾ ਜਿਹਾ ਹੈ, ਤੇ ਉਹ ਪੰਜਾਬ ਦਿਵਸ ਮਨਾਉਣ ਦਾ ਕੋਈ ਅਰਥ ਨਹੀਂਗਾ। ਜਿੰਨਾ ਚਿਰ ਪੰਜਾਬੀ ਹੋਣ ਦਾ ਮਾਣ ਲੋਕਾਂ ਨੂੰ ਮਹਿਸੂਸ ਕਰਾਉਣ ਵਾਸਤੇ, ਹੁਣ ਪੰਜਾਬੀ ਕੱਲ੍ਹ ਵੀ ਜ਼ਿਕਰ ਹੋ ਰਿਹਾ ਸੀ ਜਦੋਂ ਆਪਾਂ ਇਕੱਠੇ ਹੋਏ ਹਾਂ ਵੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਗੁਰਮੁਖੀ ਅੱਖਰਾਂ 'ਚ ਨਾਂ ਗਲਤ ਲਿਖੇ ਹੋਏ ਬਿਲਕੁਲ ਹੈ। ਕਿੱਡੀ ਮਾੜੀ ਗੱਲ ਹੈ ਵੀ ਪੰਜਾਬ ਦੇ ਵਿੱਚ ਦੂਰਦਰਸ਼ਨ ਤੋਂ, ਉੱਥੇ ਜਲੰਧਰ 'ਚ ਵੀ ਮੇਰੀ ਕਈ ਵਾਰੀ ਇਹ ਗੱਲ ਹੁੰਦੀ ਰਹਿੰਦੀ ਆ, ਦੂਰਦਰਸ਼ਨ ਤੋਂ ਕਿਹਾ ਜਾਂਦਾ ਹੁਣ ਤੁਸੀਂ ਜੀ ਪੰਜਾਬੀ ਵਿੱਚ ਆ ਗੀਤ ਸੁਣੋਗੇ, ਹੁਣ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣੋਗੇ। ਜੇ ਸਾਡੇ ਜਲੰਧਰ ਦੇ ਦੂਰਦਰਸ਼ਨ ਵਾਲੇ ਨੂੰ ਇਹ ਮਜਬੂਰੀ ਆ ਵੀ ਉੱਥੇ ਨੂੰ ਇਹ ਕਹਿਣਾ ਪੈਂਦਾ ਤੇ ਫਿਰ ਮੈਨੂੰ ਇੱਕ ਸ਼ਬਦ ਬਹੁਤ ਭੈੜਾ ਹੈ ਵੀ ਉਹ ਮੈਂ ਵਰਤਣਾ ਨਹੀਂਗਾ ਵੀ, ਤੇ ਫਿਰ ਇਦੋਂ ਮਾੜੀ ਗੱਲ ਕੀ ਹੋ ਸਕਦੀ ਆ। ਹੁਣ ਉੱਥੇ ਪਸ਼ਤੋ 'ਚ ਤਾਂ ਗੀਤ ਸੁਣਾਉਣ ਤੇ ਰਹੇ, ਜੇ ਕੋਈ ਹੋਊਗਾ ਹੋਰ ਕਿਸੇ ਦਾ ਤੇ ਉਹ। ਤੇ ਜਿਹੜੀ ਦੂਜੀ ਤੁਸੀਂ ਗੱਲ ਕੀਤੀ ਹੈਗੀ ਦੀਵਾਲੀ ਦੀ, ਦੀਵਾਲੀ ਕਿਉਂਕਿ ਪ੍ਰਦੂਸ਼ਣ ਨੇ ਹੁਣ ਇਹਨਾਂ ਦਿਨਾਂ ਦੇ ਵਿੱਚ ਹੀ ਝੋਨਾ ਵੱਢਿਆ ਜਾ ਰਿਹਾ, ਝੋਨਾ ਵੱਢ ਕੇ ਪੰਜਾਬ ਦੇ ਵਿੱਚ ਇੱਕ ਭਾਵੇਂ ਅਸੀਂ ਸੱਥ ਵਾਲੇ ਵੇ ਦੇ ਵਿੱਚ ਹਾਂ, ਅਸੀਂ ਉਹਦੇ ਤੇ ਮੁਕੱਦਮਾ ਵੀ ਕੀਤਾ ਵੀ ਪ੍ਰਦੂਸ਼ਣ ਦੇ ਨਾਲ ਪੰਜਾਬ ਦਾ ਸਤਿਆਨਾਸ਼ ਹੋ ਜਾਣਾ। ਹੁਣ ਇਹਨਾਂ ਦਿਨਾਂ 'ਚ ਲੋਕਾਂ ਨੂੰ ਆ ਹੁਣੇ ਡੇਂਗੂ ਦਾ ਪ੍ਰਕੋਪ, ਫਿਰ ਸਾਹ ਦੀਆਂ ਬਿਮਾਰੀਆਂ, ਐਲਰਜੀ ਦੀਆਂ ਬਿਮਾਰੀਆਂ, ਮੈਂ ਉਸ ਵਿਸਥਾਰ 'ਚ ਨਹੀਂ ਜਾਂਦਾ ਪਰ ਉਹ ਬਹੁਤ ਜ਼ਿਆਦਾ ਨੇ। ਦੀਵਾਲੀ ਮਨਾਓ, ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ, ਦੀਵਾਲੀ ਭਾਈਚਾਰੇ ਨੂੰ ਵਧਾਉਣ ਦਾ ਤਿਉਹਾਰ ਹੈ, ਪੰਜਾਬੀ ਆਪਣੀ ਵਿਰਾਸਤ ਨੂੰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕੁਰਬਾਨੀ ਦੀ, ਉਹਨੂੰ ਯਾਦ ਰੱਖਣ ਦਾ ਤਿਉਹਾਰ ਹੈ। ਉਦੋਂ ਵੀ ਪਹਿਲਾਂ ਭਗਵਾਨ ਰਾਮਚੰਦਰ ਵੇਲੇ ਤੋਂ ਮਨਾਇਆ ਜਾਂਦਾ ਆ ਰਿਹਾ ਤਿਉਹਾਰ, ਤੇ ਉਦੋਂ ਵੀ ਆ ਰੁੱਤ ਬਦਲੀ ਦਾ ਤਿਉਹਾਰ ਹੈ। ਹੁਣ ਸਾਡੇ 'ਚ ਸਿਆਲ ਰੁੱਤ ਆ ਰਹੀ ਆ ਹੈ, ਤੇ ਅਸੀਂ ਸਫਾਈ ਸਫੂਈ ਕਰਕੇ ਦੀਵੇ ਬਾਲ ਕੇ ਹਨੇਰੇ ਤੋਂ ਚਾਨਣ ਵੱਲ ਨੂੰ ਜਾਣਾ, ਤੇ ਜਿਹੜਾ ਹਨੇਰੇ ਤੋਂ ਚਾਨਣ ਵੱਲ ਜਾਣਾ ਹੁਣ ਅਸੀਂ ਤਾਂ ਲੱਗਦਾ ਇਹ ਹੈ ਕਿ ਵੀ ਅਸੀਂ ਹਨੇਰੇ ਵੱਲ ਨੂੰ ਜਾ ਰਹੇ ਹਾਂ ਹੈ। ਤੇ ਦੀਵਾਲੀ ਮਨਾ ਕੇ ਜਦੋਂ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ, ਦੀਵਾਲੀ ਮਨਾ ਕੇ ਜੂਆ ਖੇਡਿਆ ਜਾਂਦਾ ਹੈ, ਦੀਵਾਲੀ ਮਨਾ ਕੇ ਜਿਹੜੇ ਮਠਿਆਈਆਂ ਵੇਚਣ ਵਾਲੇ ਨੇ ਉਹ ਜੋ ਖਵਾਉਂਦੇ ਆ ਸਾਨੂੰ, ਲੋਕਾਂ ਨੂੰ ਬਿਮਾਰ ਕਰਦੇ ਆ ਹੈ, ਤੇ ਸਰਕਾਰਾਂ ਸਿਰਫ ਪੋਚਾ ਪਾਚੀ ਕਰਦੀਆਂ ਨੇ। ਤੇ ਇਸ ਗੱਲ ਵੱਲ ਵੀ ਸਾਡਾ ਭਾਈਚਾਰਾ ਖੁਦ ਆਪਣੇ ਕਾਰਜ ਸੇਣ ਵਾਸਤੇ ਖੁਦ ਹੁੰਦਾ। ਸਰ ਸਾਹਿਬ ਅੱਜ ਆਪਾਂ ਲਾਹਾ ਲਿਆ, ਆਪਣੇ ਕੋਲ 1.5 ਮਿੰਟ ਹੈਗਾ, ਉਹਦੇ 'ਚ ਅੱਧ ਮੇਰਾ ਤੇ ਅੱਧ ਤੁਹਾਡਾ। ਹਾਂਜੀ ਡਾਕਟਰ ਸਾਹਿਬ ਹੁਣੀ ਤਾਂ ਆਨੰਦ ਲਿਆ ਤਾ ਜੀ। ਅਸੀਂ ਵੱਧ ਤੋਂ ਵੱਧ ਪੰਜਾਬੀ ਸਮਾਂ ਇਹਨਾਂ ਨੂੰ ਦੇਣਾ ਚਾਹੁੰਦੇ। ਡਾਕਟਰ ਸਾਹਿਬ ਹੁਣੀ ਵੀ ਗੱਲ ਕਰਦੇ ਹੁੰਦੇ ਸ਼ਾਹ ਹੁਸੈਨ ਦੀਆਂ ਕੁਝ ਲਾਈਨਾਂ ਨੇ ਵੀ, ਘੁੰਮ ਚਰਖਿਆ ਘੁੰਮ ਤੇਰੀ ਕੱਤਣ ਵਾਲੀ ਜੀਵੇ, ਨਲੀਆਂ ਵੱਟਣ ਵਾਲੀ ਜੀਵੇ। ਤੇ ਜਦੋਂ ਇਹ ਕਿਤੇ ਚਰਖੇ ਦੀ ਗੱਲ ਆਉਂਦੀ ਸੀ ਤੇ ਸਾਡੇ ਸਾਹਮਣੇ ਜਿਹੜੀ ਕਿਰਤ ਦਾ ਸੰਕਲਪ ਸੀ ਸਾਡੀਆਂ ਧੀਆਂ ਦੇ ਸਾਹਮਣੇ, ਸਾਡੀਆਂ ਮਾਤਾਵਾਂ ਦੇ, ਸਾਡੀਆਂ ਭੈਣਾਂ ਦੇ ਸਾਹਮਣੇ, ਉਹ ਇਸ ਤਰ੍ਹਾਂ ਦਾ ਆ ਜਾਂਦਾ ਸੀ ਵੀ ਉਹ ਮਹਿਸੂਸ ਹੁੰਦਾ ਸੀ ਵੀ ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ। ਤੇ ਜਦੋਂ ਚਰਖੇ ਦੇ ਨਾਲ ਗੱਲਬਾਤ ਸਾਡੇ ਲੋਕ ਗੀਤਾਂ ਦੇ ਵਿੱਚ ਕਿਤੇ ਗੱਲ ਸਾਨੂੰ ਚੇਤੇ ਆਉਂਦੀ ਸੀ, ਬਬਲ ਮੇਰੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ, ਨਾਲੇ ਵੀਰਾ ਯਾਦ ਕਰਾਂ ਜਦ ਚਰਖੇ ਵੱਲ ਵੇਖ, ਤੈਨੂੰ ਵੀਰਾ ਯਾਦ ਕਰਾਂ ਜਦੋਂ ਮੈਂ ਚਰਖੇ ਵੱਲ ਵੇਖਾਂ। ਤੇ ਸਾਡੀਆਂ ਜਿਹੜੀਆਂ ਮਾਤਾਵਾਂ ਸੀ, ਸਾਡੀਆਂ ਭੈਣਾਂ ਸੀ, ਉਹ ਤਾਂ ਜਿਹੜੇ ਕੰਮ ਕਰਨ ਦੇ ਸੰਦ ਸੀ ਜਿਹੜੇ, ਉਹਨਾਂ ਨੂੰ ਵੀ ਲੋਕ ਗੀਤਾਂ ਦੇ ਵਿੱਚ ਲਿਆ ਕੇ ਇਸ ਤਰ੍ਹਾਂ ਦਾ ਲੈਂਦੀਆਂ ਸੀ, ਸਾਨੂੰ ਸਾਡੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਾਉਂਦੀਆਂ ਸੀ ਤੇ ਮਨੁੱਖੀ ਰਿਸ਼ਤਿਆਂ ਦਾ ਵੀ ਆਨੰਦ ਮਾਣ ਰਹੀਆਂ ਸੀ। ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਅਸੀਂ ਕਿਤੇ, ਡਾਕਟਰ ਸਾਹਿਬ ਹੁਣੀ ਪਿੱਛੇ ਕੈਨੇਡਾ ਦੇ ਵਿੱਚ ਗਏ ਤੇ ਇੱਕ ਬੜਾ ਵਧੀਆ ਇਹਨਾਂ ਨੇ ਉੱਥੇ ਲਾਈਨ ਬੋਲੀ ਸੀ ਵੀ ਇਹਨਾਂ ਦੇਸ਼ਾਂ ਦੀਆਂ ਰੰਗੀਨੀਆਂ ਦੇ ਵਿੱਚ ਉਲਝਦੇ ਤੁਸੀਂ ਪੰਜਾਬ ਦੀ ਧਰਤੀ ਦੇ ਜਿਹੜੇ ਬਾਗਾਂ ਦੇ ਮਾਲੀ ਬਣਨਾ ਨਾ ਭੁੱਲ ਜਾਇਓ। ਕਿਤੇ ਇਸ ਤਰ੍ਹਾਂ ਦੇ ਹਾਲਾਤ ਨਾ ਹੋ ਜਾਣ ਕਿ ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਕੰਮਾਂ ਕਾਰਾਂ ਦੇ ਵਿੱਚ ਇੰਨਾ ਜ਼ਿਆਦਾ ਉਲਝ ਜਾਈਏ ਕਿ ਜਦੋਂ ਅਸੀਂ ਆਪਣੇ ਵਤਨ ਦੀ ਮਿੱਟੀ ਉੱਤੇ ਵਾਪਸ ਜਾਈਏ ਤੇ ਸਾਨੂੰ ਆਪਣੀ ਬੋਲੀ, ਵਿਰਸਾ, ਸੱਭਿਆਚਾਰ ਤੇ ਉਹਨਾਂ ਦੀ ਕਦਰਾਂ ਕੀਮਤਾਂ ਦਾ ਖਿਆਲ ਨਾ ਰਹੇ। ਧੰਨਵਾਦ। ਮੇਰੇ ਦਰਸ਼ਕੋ, ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੇ। ਹੱਸਦੇ ਰਿਹਾ ਕਰੋ, ਦੁਨੀਆ ਕਦਮਾਂ ਵਿੱਚ ਹੋਵੇਗੀ, ਹੰਝੂਆਂ ਨੂੰ ਤੇ ਅੱਖਾਂ ਵੀ ਜਗ੍ਹਾ ਨਹੀਂ ਦਿੰਦੀਆਂ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਕੀ ਮਹਿਸੂਸ ਕੀਤਾ, ਫੀਡਬੈਕ ਦੇਣਾ ਨਾ ਭੁੱਲਣਾ। ਤੁਹਾਡੇ ਸੁਨੇਹਿਆਂ ਦੀ ਇੰਤਜ਼ਾਰ 'ਚ ਸਰਾਏ ਸਾਹਿਬ ਦਾ ਫੋਨ 24/7 ਆਨ ਰਹਿੰਦਾ, ਹਰ ਟੈਕਸਟ ਮੈਸੇਜ ਤੁਹਾਡਾ ਨੋਟ ਕੀਤਾ ਜਾਂਦਾ। ਅਸੀਂ ਅਗਲੇ ਹਫ਼ਤੇ ਤੁਹਾਡੇ ਨਾਲ ਫਿਰ ਕਿਸੇ ਹੋਰ ਸ਼ਖਸੀਅਤ ਨਾਲ ਮਿਲਣ ਦੀ ਆਸ ਵਿੱਚ ਅੱਜ ਵਿਦਾਗੀ ਲੈਂਦੇ ਹਾਂ ਤੇ ਧੰਨਵਾਦ ਕਰਦੇ ਡਾਕਟਰ ਸਾਹਿਬ ਤੁਹਾਡਾ। ਫਤਿਹ ਬੁਲਾਉਂਦੇ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ। If you've taken out a loan, mortgage, or credit card, you may be in the dark as to whether you've paid PPI. You could be owed thousands. At HaveIGotPPI.com, we'll find out for you. It's easy. Just give us the name of your lender and we'll do the rest. We've already secured millions of pounds for our clients and there's still billions to be paid out. Some of that money could be yours. Make today a brighter day and find out if you could be owed thousands. Simply text PPI to 80800. HaveIGotPPI.com. With the TouchNote app, you can send your favourite photos as real postcards, direct from your mobile. Hey Mum, Sophie's first picture of you. How very flattering. Love, Emma. Choose your photo, write your own message, and tap send. We'll even print and post the very next day. Go on, surprise someone you love. Download the app now or visit touchnote.com. He's got the cash. He's got a condo. He's got a car. He's got a career. But that still doesn't mean he gets you. Time to shine. Extra. Mouth ulcer? Bonjela relieves pain in just 3 minutes and reduces inflammation. Bonjela, nothing stronger for mouth ulcers. It's great when you can totally relax. Welcome to TalkTalk's new fixed low-price broadband plans, giving you complete peace of mind. We guarantee there'll be no unexpected price hikes throughout your 18-month contract on our broadband and fibre plans. So no more deals that only last a few months. Just one low price for your whole 18-month contract. TalkTalk broadband is totally unlimited. You can surf, stream and download as much as you like. Our fixed price plans start at $22.95 with line rental included. They're available now to everyone, whether you're a new customer or already with us. Get totally unlimited broadband, including line rental, plus our powerful super router at the fixed low price of $22.95 a month. That's great value through to 2018. Because peace of mind matters. Visit talktalk.co.uk or call 0800 542 7346. TalkTalk. For everyone. Some dude said there's a balance in the universe, the yin, the yang. Just that sometimes it all goes too yingy or too yangy. When you need some emergency cash, you can turn to Sunny. It's all cool if you want to pay back early and save some pounds on interest. That's life support. Swing by their site. Stress not. For loans from £100, search Sunny Loans. ਕੈਂਸਰ ਜਿਸ ਨੂੰ ਸਿਰਫ ਪਹਿਲੀ ਸਟੇਜ ਤੇ ਹੀ ਰੋਕਿਆ ਜਾ ਸਕਦਾ ਹੈ। ਵਰਲਡ ਕੈਂਸਰ ਕੇਅਰ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਮੋਬਾਈਲ ਯੂਨਿਟ ਦੇ ਨਾਲ ਕੈਂਸਰ ਦੇ ਫ੍ਰੀ ਟੈਸਟ ਕਰਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਮੈਡੀਕਲ ਟੈਸਟ ਕੀਤੇ ਜਾਂਦੇ ਹਨ। ਜੇ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦੇ ਵਿੱਚ ਕੈਂਪ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ। ਹਮ ਗਰੀਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 10 ਕਰੋੜ ਸ਼ਿਗਰੀਗਰ ਬੰਜਾਰੇ ਸਿੱਖ ਕਬੀਰ ਪੰਥੀ ਰਵਿਦਾਸੀ ਸਿੱਖ ਜੋ ਪੰਥ ਨੂੰ ਵਿਛੜ ਚੁੱਕੇ ਹਨ ਉਹਨਾਂ ਵਾਸਤੇ ਸੰਗਤਾਂ ਦੇ ਸਹਿਯੋਗ ਨਾਲ ਬ੍ਰਿਟਿਸ਼ ਸਿੱਖ ਕੌਂਸਲ ਨੇ 14 ਗੁਰਦੁਆਰਾ ਸਾਹਿਬ ਅਤੇ ਇੱਕ ਪਿੰਡ ਉਸਾਰ ਕੇ ਦਿੱਤੇ ਹਨ। ਮੱਧ ਪ੍ਰਦੇਸ਼ ਵਿੱਚ 2 ਹੋਰ ਗੁਰਦੁਆਰਾ ਸਾਹਿਬ ਅਤੇ ਇੱਕ ਪਿੰਡ ਦੀ ਕਾਰ ਸੇਵਾ ਆਰੰਭ ਕੀਤੀ ਗਈ ਹੈ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਇਸ ਸੇਵਾ ਵਿੱਚ ਯੋਗਦਾਨ ਪਾ ਕੇ ਆਪਣੇ ਗਰੀਬ ਵੀਰ ਭੈਣਾਂ ਦਾ ਆਸਰਾ ਬਣੋ। ਗੁਰੂ ਘਰਾਂ ਦੇ ਪ੍ਰਬੰਧਕਾਂ ਅੱਗੇ ਬੇਨਤੀ ਹੈ ਜੋ ਸੰਗਤਾਂ ਦੇ ਘਰਾਂ ਵਿੱਚ ਵਾਧੂ ਪਏ ਕੱਪੜੇ ਜੋੜੇ ਅਤੇ ਸਟੀਲ ਦੇ ਭਾਂਡੇ ਗੁਰੂ ਘਰਾਂ ਵਿੱਚ ਇਕੱਠਾ ਕਰਾ ਕੇ ਬ੍ਰਿਟਿਸ਼ ਕੌਂਸਲ ਨੂੰ ਦੇ ਕੇ ਇਸ ਸੇਵਾ ਵਿੱਚ ਹਿੱਸਾ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਆਪ ਜੀ ਜਾਣਦੇ ਹੋ, ਭਾਈ ਜੋਗਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ। ਪੰਥਕ ਸੇਵਾ ਵਿੱਚ ਸਰਗਰਮ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਾਸਤੇ ਸਿੱਖ ਰਿਲੀਫ ਨੇ ਫੈਸਲਾ ਕੀਤਾ 5 ਲੱਖ ਰੁਪਈਆ ਬੱਚਿਆਂ ਨੂੰ ਦੇਣ ਵਾਸਤੇ। ਆਓ ਇਸ ਵਿੱਚ ਆਪਣਾ ਯੋਗਦਾਨ ਪਾ ਕੇ ਉਸ ਵੀਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰੀਏ। ਤੁਸੀਂ ਦਿੱਤੇ ਜਾਏ ਅਕਾਊਂਟ ਨੰਬਰਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹੋ। ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ। ਸਾਢੇ 300 ਸਾਲ ਸੱਚੇ ਪਾਤਸ਼ਾਹ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 350ਵੇਂ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਅਕਾਲ ਚੈਨਲ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਲੜੀਵਾਰ ਗੁਰਬਾਣੀ ਸੰਥਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਗੁਰਬਾਣੀ ਸੰਥਿਆ ਦਾ। ਅੱਜ ਆਪ ਜੀ ਸਰਵਣ ਕਰੋਗੇ ਗੁਰਬਾਣੀ ਸੰਥਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਅੰਗ 31 ਤੋਂ ਲੈ ਕੇ 35 ਤੱਕ। ਸ੍ਰੀ ਰਾਗ ਮਹੱਲਾ ਤੀਜਾ। ਜਾਂ ਫਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵੰਦੀਆਂ ਸੇਈ ਕਰਮ ਕਰੇ, ਸਹਜੇ ਸਾਚ ਮਿਲਾਵੜਾ ਸਾਚ ਵਡਾਈ ਦੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਇਸ ਸਮੇਂ ਪੋਥੀ ਸਾਹਿਬ ਜੀ ਪ੍ਰਕਾਸ਼ ਕਰਕੇ ਜਾਂ ਜਿਹੜੇ ਵੀ ਪਰਿਵਾਰ ਆਪ ਸਰਵਣ ਕਰ ਰਹੇ ਹੋ, ਆਓ ਗੁਰਬਾਣੀ ਸੰਥਿਆ ਦਾ ਆਨੰਦ ਮਾਣੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 31 ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਮਹੱਲਾ ਤੀਜਾ। ਜਾ ਫਿਰ ਜਾਣੈ ਆਪਣਾ, ਜਾ ਫਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ, ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵਦੀਆਂ, ਸੁਹਾਗਣੀ ਕਰਮ ਕਮਾਵਦੀਆਂ ਸੇਈ ਕਰਮ ਕਰੇ, ਸੇਈ ਕਰਮ ਕਰੇ, ਸਹਜੇ ਸਾਚ ਮਿਲਾਵੜਾ, ਸਹਜੇ ਸਾਚ ਮਿਲਾਵੜਾ ਸਾਚ ਵਡਾਈ ਦੇ, ਸਾਚ ਵਡਾਈ ਦੇ। ਭਾਈ ਰੇ ਭਾਈ ਰੇ ਗੁਰ ਬਿਨ ਭਗਤ ਨ ਹੋਏ, ਗੁਰ ਬਿਨ ਭਗਤ ਨ ਹੋਏ, ਬਿਨ ਗੁਰ ਭਗਤ ਨ ਪਾਈਐ, ਬਿਨ ਗੁਰ ਭਗਤ ਨ ਪਾਈਐ। ਜੇ ਲੋਚੈ ਸਭ ਕੋਇ, ਜੇ ਲੋਚੈ ਸਭ ਕੋਇ। ਰਹਾਉ ਰਹਾਉ ਲੱਖ 84 ਫੇਰ ਪਿਆ, ਲੱਖ 84 ਫੇਰ ਪਿਆ। ਕਾਮਣ ਦੂਜੈ ਪਾਏ, ਕਾਮਣ ਦੂਜੈ ਪਾਏ, ਬਿਨ ਗੁਰ ਨੀਂਦ ਨ ਆਵਈ, ਬਿਨ ਗੁਰ ਨੀਂਦ ਨ ਆਵਈ। ਦੁਖੀ ਰਹਿਣ ਵਿਹਾਏ, ਦੁਖੀ ਰਹਿਣ ਵਿਹਾਏ, ਬਿਨ ਸਬਦੈ ਪਿਰ ਨਾ ਪਾਈਐ, ਬਿਨ ਸਬਦੈ ਪਿਰ ਨਾ ਪਾਈਐ। ਬਿਰਥਾ ਜਨਮ ਗਵਾਏ, ਬਿਰਥਾ ਜਨਮ ਗਵਾਏ। ਹਉ ਹਉ ਕਰਤੀ ਜਗ ਫਿਰੀ, ਹਉ ਹਉ ਕਰਤੀ ਜਗ ਫਿਰੀ। ਨਾ ਧਨ ਸੰਪੈ ਨਾਲ, ਨਾ ਧਨ ਸੰਪੈ ਨਾਲ। ਅੰਧੀ ਨਾਮ ਨ ਚੇਤਈ, ਅੰਧੀ ਨਾਮ ਨ ਚੇਤਈ। ਸਭ ਬਾਧੀ ਜਮ ਕਾਲ, ਸਭ ਬਾਧੀ ਜਮ ਕਾਲ। ਸਤਿਗੁਰ ਮਿਲਿਆ ਧਨ ਪਾਇਆ, ਸਤਿਗੁਰ ਮਿਲਿਆ ਧਨ ਪਾਇਆ। ਹਰਿ ਨਾਮ ਹਿਰਦੈ ਸਮਾਲ,
हर नामा हृदय समाल। नाम रते से निर्मले, नाम रते से निर्मले, गुर कै सहज सुभाए, गुर कै सहज सुभाए। मन तन राता रंग स्यो, मन तन राता रंग स्यो, रसना रसन रसाए, रसना रसन रसाए। नानक रंग न उतरै, नानक रंग ना उतरै, जो हर तुर छोड़िया लाए। जो हर तुर छोड़िया लाए। श्री राग महला तीजा। श्री राग महला तीजा। गुरमुखे कृपा करे भगत कीजै, गुरमुख कृपा करे भगत कीजै। बिन गुर भगत न होई, बिन गुर भगत ना होई। आपै आप मिलाए बुझै, आपै आप मिलाए बुझै, ता निर्मल होवै सोई। ता निर्मल होवै सोई। हर जियो साचा साची बाणी, हर जीव साचा साची बाणी। शब्द मिलावा होई, शब्द मिलावा होई। पाई रे भाई रे भगतहीन काहे जग आया, भगत हीन काहे जग आया। पूरे गुर की सेव न कीनी, पूरे गुर की सेव न कीनी। बिरथा जन्म गवाया, बेटा जन्म गवाया। रहाओ आपे जग जीवन सुख दाता, आपे जग जीवन सुख दाता। आपे बख्श मिलाए, आपे बख्श मिलाए। जी जंत ए क्या विचारे, जीव जंत ए क्या विचारे। क्या को आख सुनाए, क्या को आख सुनाए। गुरमुखे आपे दे वडाई, गुरमुख आपे दे वडाई। आपे सेव कराए, आपे सेव कराए। देखे कुटुंब मोह लोभाना, देख कुटुंब मोहे लोभाਣਾ। चलदियां नाल न जाई, चलदियां नाल न जाई। सतगुर सेव गुण निधान पाया, सतगुर सेव गुण निधान पाया। तिस दी कीम न पाई, तिसदे कीम न पाई। हर प्रभ सखा मीत प्रभ मेरा, हर प्रभ सखा मीत प्रभ मेरा। अंते होए सखाई, अंते होए सखाई। अपने मन चित कह कहाए, अपने मन चित कह कहाई। बिन गुर आप न जाई, बिन गुर आप न जाई। हर जियो दाता भगत वशल है, हर जियो दाता भगत वशल है। कर कृपा मन वसाई, कर कृपा मन वसाई। नानक शोभा सुरत दे प्रभ, नानक शोभा सुरत दे प्रभ। आपे गुरमुख दे वਡਿਆਈ। आपे गुरमुख दे वਡਿਆਈ। श्री राग महला तीजा। श्री राग महला तीजा। तन जननी जिन जाया, धन जननी जिन जाया। तन पिता प्रधान, धन पिता प्रधान। सतगुर सेव सुख पाया, सतगुर सेव सुख पाया। विचों गया गुमान, विचों गया गुमान। दर सेवन संत जन खड़े, दर सेवन संत जन खड़े। पायन गुणी निधान, पायन गुणी निधान। मेरे मन मेरे मन गुरमुख ध्याए हर सोए, गुरमुख ध्याई हर सोए। गुर का शब्द मन वसै, गुर का शब्द मन वसै। मन तन निर्मल होए, मन तन निर्मल होए। रहाओ रहाओ कर कृपा कर आया, हर कृपा कर आया। आपे मिलिया आए, आपे मिलिया आए।
ਗੁਰ ਸਬਦੀ ਸਾਲਾਹੀਐ ਗੁਰ ਸਬਦੀ ਸਾਲਾਹੀਐ ਰੰਗੇ ਸਹਿਜ ਸੁਭਾਏ ਰੰਗੇ ਸਹਿਜ ਸੁਭਾਏ ਸੱਚੇ ਸਾਚੇ ਸਮਾਇਆ ਸੱਚੇ ਸੱਚ ਸਮਾਇਆ ਮਿਲ ਰਹਿ ਨ ਵਿਛੁੜ ਜਾਏ ਮਿਲ ਰਹਿ ਨ ਵਿਛੜ ਜਾਏ ਜੋ ਕਿਛ ਕਰਨਾ ਸੋ ਕਰ ਰਹਿਆ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨ ਕਰਨਾ ਜਾਏ ਅਵਰ ਨ ਕਰਨਾ ਜਾਏ ਚਿਰੀ ਵਿਸ਼ੁੰਨੇ ਮੇਲਿਅਨ ਚਿੜੀ ਵਿਛੁੰਨੇ ਮੇਲਿਆਨ ਸਤਿਗੁਰ ਪੰਨੈ ਪਾਏ ਸਤਿਗੁਰ ਪੰਨੈ ਪਾਏ ਆਪੇ ਕਾਰ ਕਰਾਏ ਸੀ ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ ਅਵਰ ਨ ਕਰਨਾ ਜਾਏ ਮਨ ਤਨ ਰਤਾ ਰੰਗ ਸਿਓ ਮਨ ਤਨ ਰਤਾ ਰੰਗ ਸਿਓ ਹਉ ਮੈਂ ਤਜ ਵਿਕਾਰ ਹਉ ਮੈਂ ਤਜ ਵਿਕਾਰ ਇਹ ਨਿਸ ਹਿਰਦੈ ਰਵ ਰਹੈ ਨਿਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਗੋਬਿੰਦ ਗੁਣੀ ਨਿਧਾਨ ਹੈ ਅੰਤ ਨ ਪਾਇਆ ਜਾਏ ਅੰਤ ਨ ਪਾਇਆ ਜਾਏ ਕਥਨੀ ਬਦਨੀ ਨ ਪਾਈਐ ਕਥਨੀ ਬਦਲੀ ਨ ਪਾਈਐ ਹਉ ਮੈਂ ਵਿੱਚ ਹੋ ਜਾਏ ਹਉ ਮੈਂ ਵਿੱਚ ਹੋ ਜਾਏ ਸਤਿਗੁਰ ਮਿਲਿਆ ਸਦ ਭੈ ਰਚੈ ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨ ਆਏ ਆਪ ਵਸੈ ਮਨ ਆਏ ਭਾਈ ਰੇ ਭਾਈ ਰੇ ਗੁਰਮੁਖੇ ਬੂਝੈ ਕੋਈ ਗੁਰਮਤਿ ਬੂਝੈ ਕੋਈ ਬਿਨ ਬੂਝੇ ਕਰਮ ਕਮਾਵਣੇ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਜਨਮ ਪਦਾਰਥ ਕੋਈ ਰਹਾਉ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨ ਜਾਏ ਕਹਿਣਾ ਕਛੂ ਨ ਜਾਏ ਪੀਵਤ ਹੂ ਪਰਵਾਨ ਭਇਆ ਪੀਵਤ ਹੂ ਪਰਵਾਨ ਪਿਆ ਪੂਰੇ ਸ਼ਬਦ ਸਮਾਏ ਪੂਰੇ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨ ਜਾਏ ਹੋਰ ਕਰਨਾ ਕਿਛੂ ਨ ਜਾਏ ਦੇਵਨ ਵਾਲੇ ਕੈ ਹੱਥ ਦਾਤ ਹੈ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਗੁਰੂ ਦੁਆਰੇ ਪਾਏ ਜੇਹਾ ਕੀ ਤੋਨ ਤੇਹਾ ਹੋਆ ਜੇਹਾ ਕੀ ਤੋਨ ਤੇਹਾ ਹੋਆ ਜੇਹ ਕਰਮ ਕਮਾਏ ਜੇਹ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਜਤ ਸਤ ਸੰਜਮ ਨਾਮ ਹੈ ਵਿਣ ਨਾਵੈ ਨਿਰਮਲ ਨਾ ਹੋਏ ਵਿਣ ਨਾਵੈ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸੈ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਸ਼ਬਦ ਮਿਲਾਵਾ ਹੋਏ ਨਾਨਕ ਸਹਜੇ ਹੀ ਰੰਗ ਵਰਤਦਾ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਹਰਿ ਗੁਣ ਪਾਵੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਮਹੱਲਾ ਤੀਜਾ ਆਇਆ ਸਾਧੈ ਉਰਧ ਤਪ ਕਰੈ ਕਾਇਆ ਸਾਧੈ ਉਰਧ ਤਪ ਕਰੈ ਵਿੱਚੋ ਹਉਮੈ ਨ ਜਾਏ ਵਿੱਚੋਂ ਹਉਮੈ ਨ ਜਾਏ ਅਧਿਆਤਮ ਕਰਮ ਜੇ ਕਰੇ ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਨਾਮ ਨ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਗੁਰ ਕੈ
ਸ਼ਬਦ ਜੀਵਤ ਮਰੈ। ਹਰ ਨਾਮ ਵਸੈ ਮਨ ਆਏ, ਹਰ ਨਾਮ ਵਸੈ ਮਨ ਆਏ। ਸੁਣ ਮਨ ਮੇਰੇ, ਸੁਣ ਮਨ ਮੇਰੇ, ਭਜ ਸਤ ਗੁਰ ਸਰਣਾ, ਭਜ ਸਤ ਗੁਰ ਸਰਣਾ। ਗੁਰ ਪ੍ਰਸਾਦੀ ਛੁੱਟੀਐ, ਗੁਰ ਪ੍ਰਸਾਦਿ ਛੁੱਟੀਐ। ਵੇਖ ਭਵਜਲ ਸਬਦ ਗੁਰ ਤਰਨਾ, ਵੇਖ ਭਵਜਲ ਸਬਦ ਗੁਰ ਤਰਨਾ। ਰਹਾਉ ਰਹਾਉ ਤ੍ਰੈ ਗੁਣ ਸਭਾ ਤਾਤ ਹੈ, ਤ੍ਰੈ ਗੁਣ ਸਭਾ ਤਾਤ ਹੈ। ਦੂਜਾ ਭਾਉ ਵਿਕਾਰ, ਦੂਜਾ ਭਾਉ ਵਿਕਾਰ। ਪੰਡਿਤ ਪੜੈ ਬੰਧਨ ਮੋਹ ਬਾਂਧਾ, ਪੰਡਿਤ ਪੜੈ ਬੰਧਨ ਮੋਹ ਬਾਧਾ। ਨਹਿ ਬੁਝੈ ਵਿਖਿਆ ਪਿਆਰੇ, ਨਹਿ ਬੁਝੈ ਵਿਖਿਆ ਪਿਆਰ। ਸਤਿਗੁਰ ਮਿਲਿਐ ਤ੍ਰਿਕੁਟੀ ਛੂਟੈ, ਸਤਿਗੁਰ ਮਿਲਿਆ ਤ੍ਰਿਕੁਟੀ ਛੁਟੈ। ਚੌਥੈ ਪਦ ਮੁਕਤ ਦੁਆਰ, ਚੌਥੇ ਪਦ ਮੁਕਤ ਦੁਆਰ। ਗੁਰ ਤੇ ਮਾਰਗ ਪਾਈਐ, ਗੁਰ ਤੇ ਮਾਰਗ ਪਾਈਐ। ਚੂਕੈ ਮੋਹ ਗੁਬਾਰ, ਚੁਕੈ ਮੋਹ ਗੁਬਾਰ। ਸਬਦ ਮਰੈ ਤਾ ਉਧਰੈ, ਸਬਦ ਮਰੈ ਤਾ ਉਧਰੈ। ਪਾਏ ਮੋਖ ਦੁਆਰ, ਪਾਏ ਮੋਖ ਦੁਆਰ। ਗੁਰ ਪ੍ਰਸਾਦੀ ਮਿਲ ਰਹੈ, ਗੁਰ ਪ੍ਰਸਾਦਿ ਮਿਲ ਰਹੈ। ਸਚ ਨਾਮ ਕਰਤਾਰ, ਸਚ ਨਾਮ ਕਰਤਾਰ। ਇਹੋ ਮਨੁਆ ਅਤਿ ਸਬਲ ਹੈ, ਇਹ ਮਨੁਆ ਅਤ ਸਬਲ ਹੈ। ਛੱਡੇ ਨਾ ਕਿਤੈ ਉਪਾਏ, ਛੱਡੇ ਨ ਕਿਤੈ ਉਪਾਏ। ਦੂਜੈ ਪਾਏ ਦੁਖ ਲਾਇਂਦਾ, ਦੂਜੈ ਪਾਏ ਦੁਖ ਲਾਇਦਾ। ਬਹੁਤੀ ਦੇ ਸਜਾਏ, ਬਹੁਤੇ ਦੇ ਸਜਾਏ। ਨਾਨਕ ਨਾਮ ਲੱਗੇ ਸੇ ਉਬਰੇ, ਨਾਨਕ ਨਾਮ ਲਗੇ ਸੇ ਉਬਰੇ। ਹਉ ਮੈਂ ਸ਼ਬਦ ਗਵਾਏ। ਮੈਂ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ, ਕਿਰਪਾ ਕਰੇ ਗੁਰ ਪਾਈਐ। ਹਰਿ ਨਾਮੋ ਦੇ ਦ੍ਰਿੜਾਏ, ਹਰ ਨਾਮੋ ਦੇ ਰੜਾਏ। ਬਿਨ ਗੁਰ ਕਨੈ ਨ ਪਾਇਓ, ਬਿਨ ਗੁਰ ਕਿਨੈ ਨ ਪਾਇਓ। ਬਿਰਥਾ ਜਨਮ ਗਵਾਏ, ਬਿਰਥਾ ਜਨਮ ਗਵਾਏ। ਮਨ ਮੁਖ ਕਰਮ ਕਮਾਵਣੇ, ਮਨ ਮੁਖ ਕਰਮ ਕਮਾਵਣੇ। ਦਰਗਹਿ ਮਿਲੈ ਸਜਾਏ, ਦਰਗਹਿ ਮਿਲੈ ਸਜਾਏ। ਮਨ ਰੇ ਮਨ ਰੇ ਦੂਜਾ ਭਾਉ ਚੁਕਾਏ, ਦੂਜਾ ਭਾਉ ਚੁਕਾਏ। ਅੰਤਰ ਤੇਰੇ ਹਰ ਵਸੈ, ਅੰਦਰ ਤੇਰੇ ਹਰ ਵਸੈ। ਗੁਰ ਸੇਵਾ ਸੁਖ ਪਾਏ, ਗੁਰ ਸੇਵਾ ਸੁਖ ਪਾਏ। ਰਹਾਉ ਸੱਚ ਬਾਣੀ ਸੱਚ ਸ਼ਬਦ ਹੈ, ਬਾਣੀ ਸੱਚ ਸ਼ਬਦ ਹੈ। ਜਾ ਸੱਚੇ ਧਰੇ ਪਿਆਰ, ਜਾ ਸੱਚ ਧਰੇ ਪਿਆਰ। ਹਰਿ ਕਾ ਨਾਮ ਮਨ ਵਸੈ, ਹਰਿ ਕਾ ਨਾਮ ਮਨ ਵਸੈ। ਹਉ ਮੈਂ ਕ੍ਰੋਧ ਨਿਵਾਰੇ, ਹਉ ਮੈਂ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਧਿਆਈਐ, ਮਨ ਨਿਰਮਲ ਨਾਮ ਧਿਆਈਐ। ਤਾ ਪਾਏ ਮੋਖ ਦੁਆਰ। ਤਾ ਪਾਏ ਮੋਖ ਦੁਆਰ। ਹਉ ਮੈਂ ਵਿੱਚ ਜਗ ਬਿਨਸਦਾ, ਹਉ ਮੈਂ ਵਿੱਚ ਜਗ ਬਿਨਸਦਾ। ਮਰ ਜੰਮੈ ਆਵੈ ਜਾਏ, ਮਰ ਜੰਮੈ ਆਵੈ ਜਾਏ। ਮਨ ਮੁਖ ਸ਼ਬਦ ਨ ਜਾਣਨੀ, ਮਨ ਮੁਖ ਸ਼ਬਦ ਨਾ ਜਾਣਨੀ। ਜਾਸਨ ਪਤ ਗਵਾਏ, ਜਾਸਨ ਪਤ ਗਵਾਏ। ਗੁਰ ਸੇਵਾ ਨਾਉ ਪਾਈਐ, ਗੁਰ ਸੇਵਾ ਨਾਉ ਪਾਈਐ। ਸੱਚੇ ਰਹਿ ਸਮਾਏ, ਸੱਚੇ ਰਹਿ ਸਮਾਏ। ਸ਼ਬਦ ਮੰਨਿਐ ਗੁਰ ਪਾਈਐ, ਸ਼ਬਦ ਮੰਨਿਐ ਗੁਰ ਪਾਈਐ। ਵਿੱਚੋਂ ਆਪ ਗਵਾਏ, ਵਿੱਚੋਂ ਆਪ ਗਵਾਏ। ਆਨ ਦਿਨ ਭਗਤ ਕਰੇ ਸਦਾ, ਆਨ ਦਿਨ ਭਗਤ ਕਰੇ ਸਦਾ। ਸਾਚੇ ਕੀ ਲਿਵ ਲਾਏ, ਸਾਚੇ ਕੀ ਲਿਵ ਲਾਏ। ਨਾਮ ਪਦਾਰਥ ਮਨ ਵਸਿਆ, ਨਾਮ ਪਦਾਰਥ ਮਨ
ਵਸਿਆ। ਨਾਨਕ ਸਹਿਜ ਸਮਾਏ ਨਾਨਕ ਸਹਿਜ ਸਮਾਏ। ਆਨ ਦਿਨ ਭਗਤ ਕਰੇ ਸਦਾ ਆਨ ਦਿਨ ਭਗਤ ਕਰੇ ਸਦਾ। ਸਾਚੇ ਕੀ ਲਿਵ ਲਾਏ ਸਾਚੇ ਕੀ ਲਿਵ ਲਾਏ। ਨਾਮ ਪਦਾਰਥ ਮਨ ਵਸਿਆ ਨਾਮ ਪਦਾਰਥ ਮਨ ਵਸਿਆ। ਨਾਨਕ ਸਹਿਜ ਸਮਾਏ। ਨਾਨਕ ਸਹਿਜ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ। ਸੇ ਦੁਖੀਏ ਜੁਗ ਚਾਰੇ ਸੇ ਦੁਖੀਏ ਜੁਗ ਚਾਰੇ। ਘਰ ਹੋਂਦਾ ਪੁਰਖ ਨਾ ਪਛਾਣਿਆ ਹਰ ਹੁੰਦਾ ਪੁਰਖ ਨਾ ਪਛਾਣਿਆ। ਅਭਿਮਾਨ ਮੁਠੇ ਅਹੰਕਾਰ ਅਭਿਮਾਨ ਮੁਠੇ ਅਹੰਕਾਰ। ਸਤਿਗੁਰੂ ਕਿਆ ਫਿਟਕਿਆ ਸਤਿਗੁਰੂ ਕਿਆ ਫਿਟਕਿਆ। ਮੰਗੇ ਥੱਕੇ ਸੰਸਾਰ ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ ਸੱਚਾ ਸ਼ਬਦ ਨਾ ਸੇਵਿਓ। ਸਭ ਕਾਜ ਸਵਾਰਨ ਹਾਰ ਸਭ ਕਾਜ ਸਵਾਰਨ ਹਾਰ। ਮਨ ਮੇਰੇ ਮਨ ਮੇਰੇ ਸਦਾ ਹਰ ਵੇਖ ਹਦੂਰੇ ਸਦਾ ਹਰ ਵੇਖ ਹਦੂਰ। ਜਨਮ ਮਰਨ ਦੁਖ ਪਰ ਹਰੈ ਜਨਮ ਮਰਨ ਦੁਖ ਪਰ ਹਰੈ। ਸ਼ਬਦ ਰਹਿਆ ਭਰਪੂਰ ਸ਼ਬਦ ਰਹਾ ਭਰਪੂਰ। ਰਹਾਉ ਸੱਚ ਸਲਾਹਨ ਸੇ ਸੱਚੇ ਸੱਚ ਸਲਾਹਨ ਸੇ ਸੱਚੇ। ਸੱਚਾ ਨਾਮ ਆਧਾਰ ਸੱਚਾ ਨਾਮ ਆਧਾਰ। ਸੱਚੀ ਕਾਰ ਕਮਾਵਣੀ ਸੱਚੀ ਕਾਰ ਕਮਾਵਣੀ। ਸੱਚੇ ਨਾਲ ਪਿਆਰ ਸੱਚੇ ਨਾਲ ਪਿਆਰ। ਸੱਚਾ ਸਾਹੋ ਵਰਤਦਾ ਸੱਚਾ ਸਾਹੋ ਵਰਤਦਾ। ਕੋਏ ਨ ਮੇਟਣ ਹਾਰ ਕੋਏ ਨਾ ਮੇਟਣ ਹਾਰ। ਮਨ ਮੁਖ ਮਹਿਲ ਨ ਪਾਇਨੀ ਮਨ ਮੁਖ ਮਹਿਲ ਨਾ ਪਾਇਨੀ। ਕੂੜ ਮੁਠੇ ਕੂੜਿਆਰ ਕੂੜ ਮੁਠੇ ਕੂੜਿਆਰ। ਹਉ ਮੈਂ ਕਰਤਾ ਜਗ ਮੁਆ ਹਉ ਮੈਂ ਕਰਤਾ ਜਗ ਮੁਆ। ਗੁਰ ਬਿਨ ਘੋਰ ਅੰਧਾਰ ਗੁਰ ਬਿਨ ਘੋਰ ਅੰਧਾਰ। ਮਾਇਆ ਮੋਹਿ ਵਿਸਾਰਿਆ ਮਾਇਆ ਮੋਹਿ ਵਿਸਾਰਿਆ। ਸੁਖ ਦਾਤਾ ਦਾਤਾਰ ਸੁਖ ਦਾਤਾ ਦਾਤਾਰ। ਸਤਿਗੁਰ ਸੇਵਹਿ ਤਾ ਉਬਰਹਿ ਸਤਿਗੁਰ ਸੇਵਹਿ ਤਾ ਉਬਰਹਿ। ਸੱਚ ਰਖਹਿ ਉਰ ਤਾਰੇ ਸੱਚ ਰਖਹਿ ਉਰ ਤਾਰ। ਕਿਰਪਾ ਤੇ ਹਰ ਪਾਈਐ ਕਿਰਪਾ ਤੇ ਹਰ ਪਾਈਐ। ਸੱਚ ਸ਼ਬਦ ਵਿਚਾਰ ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ ਸਤਿਗੁਰ ਸੇਵ ਮਨ ਨਿਰਮਲਾ। ਹਉ ਮੈਂ ਤਜ ਵਿਕਾਰ ਹਉ ਮੈਂ ਤਜ ਵਿਕਾਰ। ਆਪ ਛੋੜ ਜੀਵਤ ਮਰੈ ਆਪ ਛੋੜ ਜੀਵਤ ਮਰੈ। ਗੁਰ ਕੈ ਸ਼ਬਦ ਵਿਚਾਰ ਗੁਰ ਕੈ ਸ਼ਬਦ ਵਿਚਾਰ। ਤੰਦਾ ਤਾਵਤ ਰਹਿ ਗਏ ਤੰਦਾ ਤਾਵਤ ਰਹਿ ਗਏ। ਲਾਗਾ ਸਾਚ ਪਿਆਰ ਲਾਗਾ ਸਾਚ ਪਿਆਰ। ਸੱਚ ਰਤੇ ਮੁਖ ਉਜਲੇ ਸੱਚ ਰਤੇ ਮੁਖ ਉਜਲੇ। ਤਿਤ ਸਾਚੈ ਦਰਬਾਰ ਜਿਤ ਸਾਚੈ ਦਰਬਾਰ। ਸਤਿਗੁਰ ਪੁਰਖ ਨ ਮੰਨਿਓ ਸਤਿਗੁਰ ਪੁਰਖ ਨਾ ਮੰਨਿਓ। ਸ਼ਬਦ ਨ ਲੱਗੋ ਪਿਆਰ ਸ਼ਬਦ ਨ ਲੱਗੋ ਪਿਆਰ। ਇਸਨਾਨ ਦਾਨ ਜੇਤਾ ਕਰਹਿ ਇਸਨਾਨ ਦਾਨ ਜੇਤਾ ਕਰਹਿ। ਦੂਜੈ ਪਾਇ ਖੁਆਰ ਦੂਜੈ ਪਾਇ ਖੁਆਰ। ਹਰ ਜੀਉ ਆਪਣੀ ਕਿਰਪਾ ਕਰੇ ਹਰ ਜੀਉ ਆਪਣੀ ਕਿਰਪਾ ਕਰੇ। ਤਾਂ ਲਾਗੈ ਨਾਮ ਪਿਆਰ ਤਾਂ ਲਾਗੈ ਨਾਮ ਪਿਆਰ। ਨਾਨਕ ਨਾਮ ਸੰਭਾਲੇ ਤੂੰ ਨਾਨਕ ਨਾਮ ਸੰਭਾਲ ਤੂੰ। ਗੁਰ ਕੈ ਹੇਤ ਅਪਾਰ ਗੁਰ ਕੈ ਹੇਤ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਮਹੱਲਾ ਤੀਜਾ। ਕਿਸ ਹਉ ਸੇਵੀ ਕਿਆ ਜਪ ਕਰੀ ਕਿਸ ਹਉ ਸੇਵੀ ਕਿਆ ਜਪ ਕਰੇ।
ਸਤਿਗੁਰ ਪੁੱਛੋ ਜਾਏ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਪਾਣਾ ਮੰਨ ਲਈ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਇਹਾ ਸੇਵਾ ਚਾਕਰੀ ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਨਾਮੈ ਹੀ ਤੇ ਸੁਖ ਪਾਈਐ ਸੱਚੈ ਸ਼ਬਦ ਸੁਹਾਏ ਸੱਚੈ ਸ਼ਬਦ ਸੁਹਾਏ ਮਨ ਮੇਰੇ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਆਪਣੀ ਖੇਤੀ ਰੱਖ ਲੈ ਪੂੰਜ ਪੜੈਗੀ ਖੇਤ ਪੂਜ ਪੜੈਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਮਨ ਕੀਆਂ ਇੱਛਾ ਪੂਰੀਆਂ ਸਭ ਦੇ ਰਹਿਆ ਭਰਪੂਰੇ ਸਭ ਦੇ ਰਹਿਆ ਭਰਪੂਰ ਪੈ ਪਾਏ ਭਗਤ ਕਰਹਿ ਦਿਨ ਰਾਤੀ ਪੈ ਪਾਏ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰੇ ਹਰ ਜੀਉ ਵੇਖੈ ਸਦਾ ਹਦੂਰ ਸੱਚੈ ਸ਼ਬਦ ਸਦਾ ਮਨ ਰਾਤਾ ਸੱਚਾ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰੋਂ ਦੂਰੇ ਭ੍ਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ ਸੂਤੇ ਗਏ ਮੁਹਾਏ ਸੱਚਾ ਸ਼ਬਦ ਨ ਪਛਾਣਿਓ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਪਨਾ ਗਿਆ ਵਿਹਾਏ ਸੁਣੀਏ ਘਰ ਕਾ ਪਾਹੁਣਾ ਸੁਣਿਏ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਏ ਜੋ ਆਇਆ ਤਿਉ ਜਾਏ ਮਨ ਮੁਖ ਜਨਮ ਬਿਰਥਾ ਗਿਆ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਸਭ ਕਿਛ ਆਪੇ ਆਪ ਹੈ ਹਉ ਮੈਂ ਵਿੱਚ ਕਹਿਨ ਨ ਜਾਏ ਹਉ ਮੈਂ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਐ ਗੁਰ ਕੈ ਸ਼ਬਦ ਪਛਾਣੀਐ ਦੁਖ ਹਉ ਮੈਂ ਵਿੱਚੋਂ ਗਵਾਏ ਦੁਖ ਹਉ ਮੈਂ ਵਿੱਚੋਂ ਗਵਾਏ ਸਤਿਗੁਰ ਸੇਵਨ ਆਪਣਾ ਸਤਿਗੁਰ ਸੇਵਨ ਆਪਣਾ ਹਉ ਤਿਨ ਕੈ ਲਾਗੋਂ ਪਾਏ ਹਉ ਤਿਨ ਕੈ ਲਾਗੋ ਪਾਏ ਨਾਨਕ ਦਰ ਸੱਚੈ ਸਚਿਆਰ ਹੈ ਨਾਨਕ ਦਰ ਸੱਚੈ ਸਚਿਆਰ ਹੈ ਹਉ ਤਿਨ ਬਲਿਹਾਰੈ ਜਾਉ ਹਉ ਤਿਨ ਬਲਿਹਾਰੈ ਜਾਉ ਨਾਨਕ ਦਰ ਸੱਚੈ ਸਚਿਆਰ ਹੈ ਨਾਨਕ ਦਰ ਸੱਚੈ ਸਚਿਆਰ ਹੈ ਹਉ ਤਿਨ ਬਲਿਹਾਰੈ ਜਾਉ ਹਉ ਤਿਨ ਬਲਿਹਾਰੈ ਜਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦ ਹੈ ਆਪ ਸਾਰੇ ਹੀ ਪਰਿਵਾਰਾਂ ਦਾ ਜਿਨ੍ਹਾਂ ਨੇ ਅੱਜ ਦੇ ਗੁਰਬਾਣੀ ਸੰਥਿਆ ਦੀਆਂ ਸੇਵਾਵਾਂ 'ਚ ਆਪਣਾ ਯੋਗਦਾਨ ਪਾਇਆ ਹੈ, ਸਮੇਂ ਨੇ ਸਪਾਂਸਰ ਕੀਤਾ ਹੈ, ਸੇਵਾ ਲਈ ਹੈ, ਸੰਪੂਰਨ ਗੁਰਬਾਣੀ ਸੰਥਿਆ ਦੀਆਂ ਸੇਵਾਵਾਂ 'ਚ ਹਿੱਸਾ ਪਾਇਆ ਹੈ। ਅਰਦਾਸ ਹੈ ਸਤਿਗੁਰਾਂ ਦੇ ਚਰਨਾਂ 'ਚ ਸਤਿਗੁਰੂ ਜੀ ਕਿਰਪਾ ਕਰਨ, ਸਭ ਦੇ ਘਰ ਪਰਿਵਾਰਾਂ 'ਚ ਸੁਖ ਸ਼ਾਂਤੀ ਵਰਤਾਉਣ, ਨੇਕ ਕਮਾਈਆਂ 'ਚ ਵਾਧੇ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 350 ਸਾਲ ਸੱਚੇ ਪਾਤਸ਼ਾਹ ਦੇ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 350ਵੇਂ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ
ਅਕਾਲ ਚੈਨਲ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਲੜੀਵਾਰ ਗੁਰਬਾਣੀ ਸੰਥਿਆ। ਸਤ ਸ੍ਰੀ ਅਕਾਲ। ਅਨਹੋਣੀ ਕਦੇ ਵੀ ਹੋ ਸਕਦੀ ਹੈ, ਪਰ ਉਸ ਦੀ ਭਰਪਾਈ ਸਾਨੂੰ ਆਪ ਹੀ ਕਰਨੀ ਪੈਂਦੀ ਹੈ। ਕਲੇਮ ਹੈਲਪ ਇਟਾਲੀਆ ਦਿੰਦੀ ਹੈ ਗਾਰੰਟੀ ਕੰਪਨਸੇਸ਼ਨ, ਚਾਹੇ ਹੋਵੇ ਰੋਡ ਐਕਸੀਡੈਂਟ ਜਾਂ ਕੰਮ ਦੇ ਵਕਤ ਕੋਈ ਦੁਰਘਟਨਾ। ਕੰਪਨੀ ਦੇ MD ਮਿਸਟਰ ਅਮਰਜੀਤ ਸਿੰਘ ਆਪਣੇ ਸਾਲਾਂ ਦੇ ਤਜਰਬੇ ਨਾਲ ਤੁਹਾਨੂੰ ਵੱਧ ਤੋਂ ਵੱਧ